ਲਓ ਜੀ, ਅਸੀਂ ਤਾਂ ਇੱਕ ਵਾਰ ਫਿਰ ਤੋਂ ਹਾਜ਼ਰ ਹਾਂ ਉੱਦਾਂ ਹੀ ਆਪਣੇ ਸਮੇਂ 'ਤੇ ਉਸੇ ਹੀ ਪ੍ਰੋਗਰਾਮ 'ਚ ਉਸੇ ਹੀ ਚੈਨਲ 'ਤੇ। ਪਰ ਗੱਲ ਇਹ ਆ ਵੀ ਕਈ ਚੀਜ਼ਾਂ ਬਦਲ ਗਈਆਂ। ਕਈ ਤਾਂ ਹੁਣ ਗੇੜ 'ਤੇ ਗੇੜਾ ਠਾਹ ਗੇੜਾ ਵੀ ਰੱਖਣ ਲੱਗ ਪਏ ਆ, ਅਤੇ ਇਹ ਜਿਹੜਾ ਗੇੜ 'ਤੇ ਗੇੜਾ ਠਾਹ ਗੇੜਾ ਇਹਦੀ ਗੱਲ ਵੀ ਅੱਜ ਕਰ ਲਵਾਂਗੇ। ਇੱਕ ਗੇੜਾ ਜਿਹੜਾ ਉਹ ਕੱਲ੍ਹ ਨੂੰ ਲੱਗਣਾ ਆ ਅਤੇ ਬੜੀ ਦੇਰ ਤੋਂ ਉਡੀਕਿਆ ਜਾ ਰਿਹਾ ਗੇੜਾ ਸੀਗਾ, ਉਹਦਾ ਜ਼ਿਕਰ ਵੀ ਕਰਨਾ ਬਣਦਾ। ਇੱਕ ਕਹਿੰਦੇ ਕਿ ਬੰਦਾ ਗੇੜੀ ਹੀ ਦੇ ਕੇ ਚਲੇ ਗਿਆ ਅਤੇ ਉਸ ਤੋਂ ਬਾਅਦ ਸਿਆਸਤ ਭਖ ਗਈ ਆ। ਕੁਝ ਲੋਕ ਕਹਿੰਦੇ ਵੀ ਸੀਗਾ, ਕੋਈ ਕਹਿੰਦੇ ਨਹੀਂ ਸੀਗਾ, ਅਤੇ ਕੁਛ ਕਹਿੰਦੇ ਆ ਵੀ ਆਪਾਂ ਹੁਣ ਆਉਣ ਵਾਲੇ ਟਾਈਮ ਦੇ ਵਿੱਚ ਬਿਆਨਾਂ ਨੂੰ ਗੇੜੀਆਂ ਦੇਣੀਆਂ ਨੇ, ਉਹਨਾਂ ਦੀ ਗੱਲ ਵੀ ਆਪਾਂ ਕਰਾਂਗੇ। ਸੋ ਇਹ ਸਾਰੀਆਂ ਗੱਲਾਂ ਬਾਤਾਂ ਵਿਚਾਰਾਂਗੇ ਨਾਲ ਵੀਰ ਪਰਮਵੀਰ ਬਾਠ ਹੋਰੀ। ਹੋਰ ਬਾਠ ਸਾਹਿਬ ਚੜ੍ਹਦੀ ਕਲਾ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਮਹਾਰਾਜ, ਕਿੱਦਾਂ ਸਿਹਤਾਂ? ਸਿਹਤਾਂ ਬਲਨੇ ਐਨ ਠੀਕ ਆ। ਦੇਖੋ ਤੁਸੀਂ ਤਾਂ ਨਵਾਂ ਸਾਲ ਨਹੀਂ ਮਨਾਉਣ ਗਏ ਇੱਦਾਂ ਕਿੱਦਾਂ? ਜਿੱਦਣ ਲਾਡੀ ਸਾਹਿਬ ਨੇ ਮਨਾਇਆ। ਨਹੀਂ ਉਹ ਤਾਂ ਦੇਖੋ, ਉਹ ਤਾਂ ਡੈਪੂਟੇਸ਼ਨ 'ਤੇ ਸੀਗੇ ਨਾ। ਦੇਖੋ ਲੋਕ ਵੀ ਟੀਚਰਾਂ ਕਰਨ ਵਾਲੇ ਕਹਿੰਦੇ ਯਾਰ ਇੱਦਾਂ ਦਾ ਨਵਾਂ ਸਾਲ ਮਨਾਓ, ਕਿਉਂਕਿ ਕਹਿੰਦਾ ਨਵੇਂ ਸਾਲ 'ਤੇ ਆਪਾਂ ਫਲਾਣੇ ਥਾਂ ਘੁੰਮਣ ਜਾਣਾ। ਕਹਿੰਦਾ ਤੁਸੀਂ ਕਹਿੰਦਾ ਮੈਂ ਫਿਰ BJP ਚੱਲੇ ਘੁੰਮਣ। ਫਿਰ ਦੇਖ ਕੇ ਆਏ ਕਿੱਦਾਂ, ਕਿੱਥੇ ਫਰਨੀਚਰ, ਰਸੋਈ ਕਿੱਦਾਂ, ਕੌਣ ਪਾਣੀ ਫੜਾਉਣ ਆਉਂਦਾ, ਗਲਾਸ ਕਿੱਦਾਂ ਦੇ ਆ, ਕੱਚ ਦੇ ਆ ਕਿ ਦੂਸਰੇ ਆ, ਘੜੇ ਦਾ ਪਾਣੀ ਆ ਕਿ ਫਰਿੱਜ ਦਾ, ਦੁੱਧ ਕਿਹੜਾ ਹੈ, ਪਤਲਾ ਹੈ ਕਿ ਗਾੜਾ ਹੈ, ਸਾਰਾ ਕੁਛ ਦੇਖ ਕੇ ਤਾਂ ਫਿਰ ਵੈਸੇ ਇੱਕ ਗੱਲ ਆ, ਹੁਣ ਤੱਕ ਖਬਰ ਬਣਨ ਨੂੰ ਤਾਂ ਇਹੋ ਬਣਿਆ ਵੀ ਲਾਡੀ ਸਾਹਿਬ ਚੱਲ ਗਏ, ਲਾਡੀ ਸਾਹਿਬ ਆ ਗਏ। ਮੈਂ ਤਾਂ ਇਹ ਸੋਚਦਾ ਹੋਣਾ ਵੀ ਉਹ ਪੰਗਾ ਤਾਂ ਉੱਥੇ ਪਿਆ ਹੋਣਾ, ਉਹ ਸਾਰੇ ਚੈੱਕ ਕਰਦੇ, ਕਹਿੰਦੇ WhatsApp ਗਰੁੱਪਾਂ 'ਚ ਆਪਣੇ ਵਾਲਿਆਂ 'ਚ ਦੇਖੋ ਕਿਤੇ ਬੰਦਾ ਹੈਗਾ ਤਾਂ ਨਹੀਂ। BJP ਵਾਲਿਆਂ ਦੇ ਹੋਣੇ, ਕਾਂਗਰਸ ਵਾਲਿਆਂ ਦੇ ਹੋਣੇ, ਯਾਰ ਜੇ ਆਪਾਂ ਕੱਲ੍ਹ ਪਰਸੋਂ ਤਾਂ ਕੱਢਿਆ ਸੀ, ਹੁਣ ਫਿਰ ਐਡ ਕਰੀ ਜਾਂਦੇ, ਬੰਦਾ ਕੀ ਚੱਕਰ ਹੋ ਗਿਆ। ਅਤੇ ਕਈ ਗਰੁੱਪ ਇੱਦਾਂ ਦੇ ਹੋਣੇ ਕਾਂਗਰਸੀਆਂ ਦੇ ਜਿੱਥੋਂ ਅਜੇ ਉਹ ਕੱਢ ਹੀ ਨਹੀਂ ਹੋਇਆ ਹੋਣਾ, ਕੁਝ ਫਿਰ ਐਡ ਕਰਦੇ ਹੋਣੇ, ਉਹ ਕਹਿੰਦੇ ਨੇ ਆਲਰੇਡੀ ਐਡਡ। ਦੇਖੋ ਸੰਧਾਲੀਆ ਸਾਹਿਬ, ਇੱਕ ਗੱਲ ਤਾਂ ਪੱਕੀ ਆ, ਪੰਜਾਬ ਦੇ ਲੋਕਾਂ ਨੂੰ ਆਪਾਂ ਬਾਰ-ਬਾਰ ਕਹਿੰਦੇ ਹੁੰਦੇ ਕਿ ਪਰੇਸ਼ਾਨ ਨਹੀਂ ਹੋਣਾ, ਬਿਲਕੁਲ ਐਵੇਂ ਆਕੜੇ ਨਹੀਂ ਰਹਿਣਾ ਕਿ ਭਾਈ ਲੈ ਅਸੀਂ ਤਾਂ ਜ਼ੁਬਾਨ ਦੇ ਦਿੱਤੀ, ਅਸੀਂ ਤਾਂ ਕਹਿ ਦਿੱਤਾ, ਸਾਡੀ ਤਾਂ ਲੜਾਈ ਹੋ ਗਈ, ਅਸੀਂ ਨਹੀਂ ਹੁਣ ਬੋਲਣਾ। ਪੰਜਾਬੀ 'ਚ ਕਹਿੰਦੇ ਹੁੰਦੇ ਥੁੱਕ ਕੇ ਨਹੀਂ ਚੱਟਣਾ। ਮੈਂ ਕਹਿੰਦਾ ਕਿ ਤੁਸੀਂ 5, 7, 10% ਲੀਡਰ ਵਰਗੇ ਹੋ ਜਾਓ। ਹੁਣ ਤੁਸੀਂ ਦੇਖੋ ਬਲਵਿੰਦਰ ਸਿੰਘ ਲਾਡੀ ਸਾਹਿਬ ਜਿੱਦਣ ਗਏ ਆ, ਗਜੇਂਦਰ ਸਿੰਘ ਸ਼ੇਖਾਵਤ ਹੋਰਾਂ ਨੇ ਫਤਿਹ ਬਾਜਵਾ ਹੋਰਾਂ ਤੋਂ ਬਾਅਦ ਇਹਨਾਂ ਨੂੰ ਉਹ ਮੈਂਬਰਸ਼ਿਪ ਦੀ ਪਰਚੀ ਦਿੱਤੀ ਅਤੇ ਬੜੇ ਹੱਸ ਰਹੇ ਸੀ, ਮੁਸਕਰਾ ਰਹੇ ਸੀ, ਕੋਈ ਦਬਾਅ ਨਹੀਂ ਸੀ ਕਿਸੇ ਤਰ੍ਹਾਂ ਦੀ। ਬਾਅਦ ਵਿੱਚ 1-2 ਬਿਆਨ ਵੀ ਇੱਦਾਂ ਦੇ ਆਏ ਕਿ ਦੇਖੋ ਅਸੀਂ ਤਾਂ ਹਲਕੇ ਦੇ ਵਿਕਾਸ ਦੇ ਲਈ, ਕੌਮ ਦੇ ਲਈ, ਪੰਜਾਬ ਦੇ ਲਈ, ਡਿਵੈਲਪਮੈਂਟ ਦੇ ਲਈ ਗਏ ਹਾਂ। ਹੁਣ ਜਿਹੜਾ ਤਰਕ ਉਹਨਾਂ ਨੇ ਆ ਕੇ ਦਿੱਤਾ, ਉਹਨਾਂ ਨੇ ਬਿਲਕੁਲ ਨਹੀਂ ਕਿਹਾ ਕਿ ਉਹ ਮਾੜੇ ਸੀ, ਬਿਲਕੁਲ ਨਹੀਂ ਕਿਹਾ ਕਿ ਇਹ ਮਾੜੇ ਸੀ। ਉਹ ਕਹਿੰਦੇ ਜੀ ਮੈਨੂੰ ਇਲਾਕੇ ਦੇ ਪੰਚਾਂ ਸਰਪੰਚਾਂ ਨੇ, ਵਰਕਰਾਂ ਨੇ ਮੇਰੇ 'ਤੇ ਦਬਾਅ ਬੜਾ ਸੀ, ਉਹ ਕਹਿੰਦੇ ਸੀ ਕਿ ਇੱਦਾਂ ਨਹੀਂ ਸੀ ਕਰਨੀ, ਆਪਾਂ ਐਂ ਨਹੀਂ ਸੀ ਜਾਣਾ। ਯਾਨੀ ਮੈਨੂੰ ਇਹ ਨਹੀਂ ਸਮਝ ਆਈ ਕਿ ਆਪਾਂ ਕੋਈ ਕੰਮ ਕਰਨਾ ਹੋਵੇ, ਨਾ ਪਤਾ ਹੋਵੇ ਤਾਂ ਪਹਿਲਾਂ ਪੁੱਛੀਦਾ ਕਿ ਭਾਈ ਮੈਂ ਲੱਗਿਆ ਜੇ ਆਹ ਕੰਮ ਕਰ ਲਵਾਂ ਕਿ ਨਾ ਕਰ ਲਵਾਂ, ਜਾਂ ਜਿਹਨੇ ਪਹਿਲਾਂ ਕੀਤਾ ਹੋਵੇ ਉਹਨੂੰ ਪੁੱਛ ਲਈਦਾ। ਇਹ ਆ ਕੇ ਪੁੱਛਣ ਵਾਲਾ ਬੰਦਾ ਪਹਿਲੀ ਵਾਰੀ ਦੇਖਿਆ ਹੀ, ਯਾਨੀ ਕਹਿੰਦੇ ਮੇਰੇ ਤੋਂ ਪਹਿਲਾਂ ਜਾ ਹੋ ਗਿਆ, ਫਿਰ ਪ੍ਰੈਸ਼ਰ ਬੜਾ ਪਿਆ। ਇਹ ਦੇਖੋ ਬਿਆਨ ਵੀ 4 ਆਏ, ਮੈਂ ਕੁਦਰਤੀ ਮੈਂ ਕਿਹਾ ਚਲੋ ਪਹਿਲੇ ਤੇ ਹੋਣ ਵਾਲੇ ਬਿਆਨਾਂ ਨੂੰ ਸੁਣੀਏ। ਇੱਕ ਤਾਂ ਤੁਸੀਂ ਦੱਸਤਾ ਵੀ ਉਹ ਕਹਿੰਦੇ ਵੀ ਹਲਕੇ ਦਾ ਵਿਕਾਸ ਕਰਨਾ ਸੀ ਤਾਂ ਕਰਕੇ। ਦੂਜਾ ਉੱਧਰ ਜਾ ਕੇ ਬਿਆਨ ਇਹ ਸੀਗਾ ਵੀ ਕੀ ਕਰੀਏ ਜੀ, ਪਾਰਟੀ ਨਹੀਂ ਇਕੱਠੀ, ਜਿਹੜੀ ਪਾਰਟੀ 'ਚ ਇਕੱਠ ਨਹੀਂ ਗਾ ਉਹਨਾਂ ਨੇ ਪੰਜਾਬ ਦਾ ਕੀ ਕਰਨਾ ਜੀ। ਸੋ ਦੇਖੋ ਕਿੱਦਾਂ ਵਰਕਰ ਕਹਿੰਦੇ ਸੰਗਠਿਤ ਹੈ BJP ਦਾ, ਮਿਲ ਕੇ ਅਸੀਂ ਪੰਜਾਬ ਦੇ ਵਿੱਚ BJP ਦੀ ਸਰਕਾਰ ਲਿਆਉਣੀ। ਹੁਣ ਜਦੋਂ ਵਾਪਸੀ ਕੀਤੀ ਹੈ, ਇੱਕ ਤਾਂ ਆਹ ਤੁਸੀਂ ਦੱਸਤੀ ਗੱਲ ਵੀ ਉਹ ਕਹਿੰਦੇ ਵੀ ਮਹਾਰਾਜ ਵਰਕਰਾਂ ਦਾ ਇੱਧਰ ਦਬਾਅ ਬੜਾ ਸੀ, ਉਹ ਕਹਿੰਦੇ ਲਾਡੀ ਸਾਹਿਬ ਕਿੱਧਰ ਤੁਰ ਪਏ ਆ। ਦੂਜਾ ਜਿਹੜਾ ਬਿਆਨ ਉਹਨਾਂ ਨੇ ਉੱਥੇ ਹਾਜ਼ਰੀ 'ਚ ਦਿੱਤਾ ਮਨਪ੍ਰੀਤ ਬਾਦਲ ਸਾਹਿਬ ਦੀ ਅਤੇ ਚੰਨੀ ਸਾਹਿਬ ਦੀ, ਉੱਥੇ ਕਹਿੰਦੇ ਵੀ ਦੇਖੋ ਗੱਲ ਇਹ ਆ ਵੀ ਪਹਿਲਾਂ ਥੋੜ੍ਹੀ ਜਿਹੀ ਹੋ ਗਈ ਸੀ ਗੱਲਬਾਤ, ਪਰ ਹੁਣ ਇਹਨਾਂ ਨੇ ਮੈਨੂੰ ਹੌਸਲਾ ਦਿੱਤਾ, ਕਹਿੰਦੇ ਨਹੀਂ ਕੋਈ ਗੱਲ ਨਹੀਂ, ਦਿਲ ਨਹੀਂ ਛੱਡਣਾ, ਆਪਾਂ ਤੇਰੇ ਨਾਲ ਖਲੋਤੇ ਹਾਂ ਜੀ। ਸੋ ਫਿਰ ਗੋਲ ਜੀ ਕਰਕੇ ਉਹਨਾਂ ਨੇ ਇਹ ਗੱਲ ਕਹਿਣ ਦੀ ਕੋਸ਼ਿਸ਼ ਕੀਤੀ ਵੀ ਪਹਿਲਾਂ ਮੈਨੂੰ ਟਿਕਟ ਦੀ ਆਸ ਹੈ ਨਹੀਂ ਸੀ, ਹੁਣ ਇਹਨਾਂ ਨੇ ਬਣਾਈ ਆ, ਇਸ ਕਰਕੇ ਮੈਂ ਆ ਗਿਆ, ਹੈ ਨਾ। ਮਤਲਬ ਇਹ ਜਿਹੜੇ 3-4 ਤਰ੍ਹਾਂ ਦੇ ਬਿਆਨ ਆ, ਉਹ ਤਾਂ ਕਹਿੰਦੇ ਆ ਵੀ ਮੈਨੂੰ ਹਲਕੇ ਦੇ ਲੋਕਾਂ ਨੇ ਆ ਕੇ ਕਿਹਾ, ਪਰ ਇਹ ਗੱਲ ਮੈਂ ਦਾਅਵੇ ਨਾਲ ਕਹਿ ਸਕਦਾ ਵੀ ਸਾਰੇ ਲੋਕ ਨਹੀਂ ਜਾ ਸਕਦੇ, ਪਰ ਵੋਟਰ ਜ਼ਰੂਰ ਹੋਣਗੇ ਉਹਨਾਂ ਦੇ। ਉਹਦੇ 'ਚ ਹੋ ਸਕਦਾ ਵੀ ਇੱਕ ਅੱਧੀ ਮਾਤਾ ਅਜੇ ਵੀ ਕਨਫਿਊਜ਼ ਹੋਏ, ਹਾਏ ਵੇ ਮੈਨੂੰ ਦੱਸ ਤੇ ਦਿਓ ਹੈ ਕਿੱਥੇ ਆ ਬੰਦਾ ਹੁਣ, ਵੀ ਲਾਡੀ ਕਿੱਧਰ ਆ, ਵੇ ਲਾਡੀ ਕਿਹੜੇ ਪਾਸੇ ਆ ਤੂੰ ਵੇ। ਤੁਸੀਂ ਕਮਾਲ ਦੀ ਗੱਲ ਦੇਖੋ ਕਿ ਵੱਡੀਆਂ ਪਾਰਟੀਆਂ ਦੀ ਫਲੈਕਸੀਬਿਲਿਟੀ। ਬਲਵਿੰਦਰ ਸਿੰਘ ਲਾਡੀ ਅਚਾਨਕ ਭਾਜਪਾ ਜਾਂਦੇ ਆ, ਕਾਂਗਰਸੀ ਕਹਿੰਦੇ ਪੱਲੇ ਕੀ ਸੀ, ਜੁੜੇ ਹੀ ਨਹੀਂ ਸੀ ਵਰਕਰਾਂ ਦੇ ਨਾਲ, ਕੰਮ ਹੀ ਨਹੀਂ ਸੀ ਕੋਈ ਕੀਤਾ, ਟਿਕਟ ਹੀ ਨਹੀਂ ਸੀ ਮਿਲਣੀ, ਅਸੀਂ ਤਾਂ ਇੱਦਾਂ ਦੇ ਬੰਦੇ ਉਹੀ ਪਰੇ ਕਰ ਦੇਣੇ ਸੀ। ਇਹ ਉਹੀ ਬੰਦੇ ਨੇ ਜਿਨ੍ਹਾਂ ਦੀ ਰੌਲਾ ਪੈਂਦਾ ਕਿ ਦਰਜਨ ਕੁ ਬੰਦਿਆਂ ਦੀ ਟਿਕਟ ਕੱਟਣੀ ਹੈ। BJP वाले उदो कहते सी देखो संगठन और मजबूत हुआ है, उनके आने के बाद उस इलाके में, उस क्षेत्र में बहुत मजबूती मिली है, मिल के काम करेंगे, BJP की सरकार बनाएंगे। वो रातों रात बंदा चन्नी साहब के राही इधरले पासे आ गया, उही कांग्रेसी कहते सवेर का भुलिया जी शाम को मुड़िया वे, चलो 5 दिन भी मुड़िया वे
ਤਾਂ ਕਿਹੜੀ ਗੱਲ ਹੈ, ਆਪਣੇ ਬੰਦੇ ਹੁੰਦੇ ਆ, ਕਈ ਵਾਰੀ ਗਲਤ ਫਹਿਮੀਆਂ ਪੈਦਾ ਹੋ ਜਾਂਦੀਆਂ, ਬੰਦਾ ਕਮਾਲ ਦਾ ਲੱਠਾ ਬੰਦਾ। ਤੇ ਬੀਜੇਪੀ ਵਾਲੇ ਹਰਜੀਤ ਸਿੰਘ ਗਰੇਵਾਲ ਕਹਿੰਦੇ ਉਹ ਜਿੱਦਣ ਇਲਾਕੇ 'ਚ ਆਏ ਸਾਡੇ ਤਾਂ ਬੰਦੇ ਉਦੋਂ ਹੀ ਇਕੱਠੇ ਹੋ ਕੇ ਆ ਗਏ ਸੀ, ਕਹਿੰਦੇ ਸ਼੍ਰੀ ਹਰਗੋਬਿੰਦਪੁਰ ਵਾਲੇ, ਕਿ ਤੁਸੀਂ ਕਿਹੜੇ ਬੰਦੇ ਨੂੰ ਨਾਲ ਲੈ ਲਿਆ, ਇਹਦੇ ਨਾਲ ਤਾਂ 2 ਬੰਦੇ ਵੀ ਨਹੀਂ। ਉਹ ਕਹਿੰਦੇ ਜੀ ਉਹ ਕਾਂਗਰਸ ਨੇ ਟਿਕਟ ਨਾ, ਅਸੀਂ ਵੀ ਕਹਿੰਦੇ ਟਿਕਟ ਨੂੰ ਨਾ ਕਰਤੀ ਪਹਿਲੇ ਦਿਨ ਹੀ। ਨਹੀਂ ਇੱਦਾਂ ਮੇਰਾ ਖਿਆਲ ਇੱਕ ਗੱਲ ਹੋਰ ਆਪਾਂ ਦੱਸ ਦਈਏ, ਦੇਖੋ ਆਪਣਾ ਕੰਮ ਹੁੰਦਾ ਉਹ ਗੱਲਾਂ ਕਰਨੀਆਂ ਜਿਹੜੀਆਂ ਬਹੁਤੇ ਲੋਕ ਨਹੀਂ ਕਰਦੇ। ਦੇਖੋ ਇੱਕ ਤਾਂ ਆਪਾਂ ਇਹ ਦੱਸਦਾ WhatsApp ਗਰੁੱਪਾਂ ਵਾਲਾ ਰੌਲਾ ਜੇ ਪੈਣਾ, ਦੂਜਾ ਮੈਨੂੰ ਇਹ ਹੈ ਵੀ ਆਮ ਹੁੰਦਾ ਪਿੰਡਾਂ ਥਾਵਾਂ ਦੇ ਲੋਕਲ ਜਿੱਦਾਂ ਮੈਡੀਕਲ ਸਟੋਰ ਤੋਂ ਨਹੀਂ ਬੰਦਾ ਵੀ BP ਵੱਧਦੇ ਘਟਦੇ ਦੀ ਦਵਾਈ ਲੈ ਲੈਂਦਾ। ਹੁਣ ਜਦੋਂ ਲਾਡੀ ਸਾਹਿਬ ਗਏ ਆ ਉਦੋਂ ਜਿਹੜੇ ਉੱਥੇ BJP ਵਾਲੇ ਲੀਡਰ ਨੂੰ ਮਾੜੀ ਮੋਟ ਆਸ ਹੋਣੀ ਉਹਦਾ BP ਘਟ ਗਿਆ, ਤੇਰਾ ਭਲਾ ਜੇ ਬੰਦਾ ਉੱਧਰੋਂ ਆ ਗਏ। ਉਹਨੇ ਜਿਹੜੀ ਮੈਡੀਕਲ ਸਟੋਰ ਤੋਂ ਦਵਾਈ ਲਈ ਸੀ ਨਾ, ਉਹਨੇ ਕਿਹਾ ਵੀ ਇਹ ਹਫ਼ਤਾ ਖਾਣੀ ਪੈਣੀ ਹੈ ਜੀ, ਉੱਤੇ ਥੱਲੇ ਹੁੰਦਾ ਰਹਿਣਾ, ਤੁਸੀਂ ਇੱਦਾਂ ਕਰੋ ਵੀ ਇਕੱਠੀ ਲੈ ਜਾਓ, ਗੋਲੀਆਂ ਖਾਂਦੇ ਰਹੋ। 2-3 ਦਿਨ ਉਹਨਾਂ ਨੇ ਖਾਧੀਆਂ ਹੋਣੀਆਂ, ਉਹ ਪੱਤੇ 'ਚ 10 ਕੁ ਗੋਲੀਆਂ ਹੁੰਦੀਆਂ, ਹੋ ਸਕਦਾ 3-4 ਖਾਧੀਆਂ ਹੋਣ, ਅਤੇ ਜਿੱਦਣ ਇਹਨਾਂ ਨੇ ਵਾਪਸੀ ਕਰ ਲਈ ਉਦੋਂ ਦਾ ਉਹਨਾਂ ਦਾ BP ਸੈੱਟ ਹੋ ਗਿਆ। ਉਹੋ ਹੀ ਪੱਤਾ ਮੈਂ ਨਾ ਖੁੱਲ੍ਹਾ ਖਿਲਾਇਆ ਜਿਹੜੇ ਕਾਂਗਰਸ ਵਾਲੇ ਨੂੰ ਮਾੜੀ ਜੀ ਆਸ ਬੱਝੀ ਵੀ ਸਾਡਾ ਦਾ ਲੱਗ ਜਾਣਾ ਉਹਨਾਂ ਨੂੰ ਦੇ ਦੇਣ ਵੀ ਵੀਰ ਦੋਹਰੇ ਪੈਸੇ ਨਾ ਖਰਚੋ, ਇਹਨਾਂ ਨਾਲ ਖਸਾਰ ਲਓ, 10 ਦਿਨਾਂ 'ਚ BP ਠੀਕ ਹੋ ਜਾਂਦਾ। ਨਹੀਂ ਇੱਦਾਂ ਨਹੀਂ, ਆਹ ਗੋਲੀਆਂ ਪਈਆਂ ਹਰੀ ਸਵੇਰੇ ਖਾਣੀਆਂ, ਨੀਲੀ ਦੁਪਹਿਰੇ ਖਾਣੀਆਂ, ਤੇ ਚਿੱਟੀ ਰਾਤ ਨੂੰ ਰੋਟੀ ਤੋਂ ਬਾਅਦ 'ਚ ਖਾਣੀਆਂ। ਹਾਂ, ਤੇ ਮੁੜ ਕੇ 15 ਕੁ ਮਿੰਟ ਸੈਰ ਜ਼ਰੂਰ ਕਰਨੀ ਆ, ਪਰ ਅੰਦਰ ਅੰਦਰ। ਹਾਂ, ਨਾਲ ਡਾਕਟਰ ਨੇ ਪਰਹੇਜ਼ ਦੱਸਿਆ ਵੀ ਕੋਈ ਖਬਰ ਇਸ ਹਲਕੇ ਦੀ ਆ ਜਾਵੇ ਜਿਹਦੇ 'ਚ ਉਸੇ ਬੰਦੇ ਦੀ ਫੋਟੋ ਆਉਂਦੀ ਉਹ ਬਿਲਕੁਲ ਨਹੀਂ ਵੇਖਣੀ, ਬਿਲਕੁਲ ਨਹੀਂ BP ਵੱਧ ਜਾਂਦਾ। ਬਾਕੀ ਸੰਧਾਲੀਆ ਸਾਹਿਬ ਇੱਕ ਗੱਲ ਤਾਂ ਪੱਕੀ ਆ, ਉਹ ਗੱਲ ਬੜੀ ਕਮਾਲ ਦੀ ਆ, ਉਹ ਬੜੀ ਸੋਹਣੀ ਤੇ ਸੁਨੱਖੀ ਗੱਲ ਹੈ ਕਿ ਬਲਵਿੰਦਰ ਸਿੰਘ ਲਾਡੀ ਹੋਰਾਂ ਨੇ ਸਾਬਿਤ ਕਰ ਦਿੱਤਾ ਕਿ ਭਾਈ ਐਵੇਂ ਹੀ ਜਿਮਨਾਸਟਿਕ ਵਾਲੇ ਪਲੇਅਰ ਜਿਹੜੇ ਉਹਨਾਂ ਨੂੰ ਮੈਡਲ ਦਿੰਦੇ ਰਹਿੰਦੇ, ਆਹ ਦਿੰਦੇ ਰਹਿੰਦੇ, ਅਸਲੀ ਫਲੈਕਸੀਬਿਲਿਟੀ ਸਾਡੇ ਲੀਡਰਾਂ ਦੇ ਵਿੱਚ ਹੈ। ਯਾਨੀ ਕੋਈ ਵਿਚਾਰਧਾਰਾ ਨਹੀਂ, ਕੋਈ ਸਿਧਾਂਤ ਨਹੀਂ, ਕੋਈ ਕੰਮਕਾਰ ਦੀ ਗੱਲ ਨਹੀਂ। ਯਾਨੀ ਕਿ ਤੁਸੀਂ ਅੱਜ ਇਸ ਪਾਰਟੀ ਦੇ ਦਫ਼ਤਰ ਬੈਠੇ ਹੋ, ਕੱਲ੍ਹ ਉਸ ਪਾਰਟੀ ਦੇ ਦਫ਼ਤਰ ਬੈਠੇ ਹੋ, ਪਰਵਾਹ ਹੀ ਕੋਈ ਨਹੀਂ, ਤੁਸੀਂ ਜਿੱਦਾਂ ਮਰਜ਼ੀ ਜਾਓ, ਜਿੱਦਾਂ ਮਰਜ਼ੀ ਆਓ। ਬਲਵਿੰਦਰ ਸਿੰਘ ਲਾਡੀ ਹੋਰਾਂ ਦੇ ਘਰੇ ਲੋਕ ਲੱਗਿਆ ਸੀ ਅੰਦਰੋਂ, ਜਦੋਂ ਪੱਤਰਕਾਰਾਂ ਨੂੰ ਪਤਾ ਲੱਗਾ ਕਿ ਉਹਨਾਂ ਦੀ ਘਰ ਵਾਪਸੀ ਹੋ ਗਈ ਆ, ਪੱਤਰਕਾਰ ਘਰ ਦੇ ਮੂਹਰੇ ਜਾ ਕੇ ਖੜ੍ਹ ਗਏ। ਉਹਨਾਂ ਨੇ ਅੱਧੇ ਕੁ ਘੰਟੇ ਬਾਅਦ ਦਰਵਾਜ਼ਾ ਖੋਲ੍ਹਿਆ, ਪੱਤਰਕਾਰਾਂ ਨੂੰ ਕਹਿੰਦੇ ਜੀ ਇੱਥੇ ਬਹਿ ਜਾਓ। ਪੱਤਰਕਾਰ ਉਹਨਾਂ ਨੇ ਉੱਪਰੋਂ ਤਿਆਰ ਸ਼ਿਆਰ ਹੋ ਕੇ ਆਉਣਾ ਸੀ, ਕਿਉਂਕਿ ਹੋਮਵਰਕ ਵੀ ਤਾਂ ਕਰਨਾ ਪੈਣਾ ਨਾ, ਅੱਜ ਨਾ ਗਲਤ ਨਾ ਨਿਕਲ ਜਾਵੇ ਮੂਹਰੇ ਵੀ ਅੱਜ ਕਿੱਧਰ ਆ ਆਪਾਂ। ਉੱਥੇ ਕਹਿੰਦੇ ਇਹਦੇ ਪੱਤਰਕਾਰ ਬੈਠੇ ਸੀ, ਉੱਥੇ ਇੱਕ ਬੋਰੀ ਪਈ ਸੀ, ਉਹ ਬੋਰੀ ਦੇ ਵਿੱਚ ਸਮਾਨ ਤਾਂ ਪੈਕ ਕਰ ਦਿੱਤਾ, ਇਹ ਮੂੰਹ ਬੰਨਣ ਵਾਲਾ ਰਹਿ ਗਿਆ, ਤੇ ਉਹਦੇ ਵਿੱਚ BJP ਦੀਆਂ ਝੰਡੀਆਂ ਸੀ। ਮੈਨੂੰ ਐਂ ਲੱਗਿਆ ਕਿ ਪਹਿਲਾਂ ਜਿਹੜੀ ਬੋਰੀ ਦੇ ਵਿੱਚ ਪੈਕ ਕਰਕੇ ਕਾਂਗਰਸ ਦੀਆਂ ਝੰਡੀਆਂ ਬਾਹਰ ਭੇਜਤੀਆਂ ਸੀ, 5 ਦਿਨਾਂ ਬਾਅਦ ਉਸੇ ਬੋਰੀ ਦੇ ਵਿੱਚ ਕਾਂਗਰਸ ਦੀਆਂ ਝੰਡੀਆਂ ਲੈ ਆਂਦੀਆਂ, ਤੇ ਉਹ ਢੇਰੀ ਕਰਕੇ ਤੇ BJP ਵਾਲੀਆਂ ਝੰਡੀਆਂ ਉਸੇ ਬੋਰੀ 'ਚ ਪਾਤੀਆਂ, ਬਸ ਮੂੰਹ ਬੰਨਣ ਵਾਲਾ ਰਹਿ ਗਏ। ਹੋ ਸਕਦਾ ਕਿ ਉਹ ਜਿਹੜਾ ਬੰਦਾ ਵਿਚਾਰਾ ਸੁੱਟਣ ਗਿਆ ਹੋਵੇ ਪਹਿਲਾਂ, ਜਿਹਦੀ ਬਾਅਦ 'ਚ ਡਿਊਟੀ ਲੱਗੀ ਹੋਵੇ, ਉਹ ਬਾਹਰ ਜਾ ਕੇ ਜ਼ਰੂਰ ਗੱਲ ਕਰਦਾ ਹੋਣਾ, ਉਹ ਯਾਰ ਇਹ ਬਾਲਣੀਆਂ ਨਹੀਂ ਗੀਆਂ, ਮੁੜ ਕੇ ਕੀ ਪਤਾ ਇਹਨਾਂ ਦੀ ਫਿਰ ਨਹੀਂ ਲੋੜ ਪੈ ਜਾਣੀ, ਮੈਂ ਰੱਖ ਹੀ ਲੈਣਾ ਤਾਂ ਪੱਥ ਵਾਲੇ ਕਮਰੇ। ਤੇ ਜਿਹੜੇ ਬੰਦੇ ਪੋਸਟਰ ਛਾਪਦੇ ਆ, ਉਸੇ ਵੇਲੇ ਪ੍ਰਿੰਟਿੰਗ ਪ੍ਰੈਸ ਵਾਲੇ ਟੈਲੀਫੋਨ, ਉਹ ਛਾਪ ਤਾਂ ਨਹੀਂ ਦਿੱਤੇ ਕਿਤੇ, ਛਾਪ ਤਾਂ ਨਹੀਂ ਦਿੱਤੇ, ਕਹਿੰਦੇ ਕੀ ਹੋਇਆ, ਬਾਕੀ ਕੰਮ ਉਹੀ ਰੱਖਣਾ, ਚੋਣ ਨਿਸ਼ਾਨ ਦਾ ਪਾਰਟੀ ਦਾ ਨਾਮ ਬਦਲਣਾ, ਬਾਕੀ ਆਰਡਰ ਪੂਰਾ ਹੀ, ਆਰਡਰ ਨਹੀਂ ਘੱਟ ਹੁੰਦਾ, ਉਹਨਾਂ ਹੀ ਰੱਖਿਓ। ਉਹਨਾਂ ਨੇ ਉਹਦੇ ਜਨਾਬ ਉਹ 2,500 ਪੋਸਟਰ ਨਿਕਲਿਆ, ਉਹ ਯਾਰ ਚੱਲ ਇੰਨਾ ਇੱਕ ਦਾ ਵਾਅਦ ਘਾਟ ਕਰ ਲਾਂਗੇ, ਬਹੁਤਾ ਨਾ ਕੱਢਿਓ। ਨਾਲੇ ਕੁਛ ਤੂੰ ਹੁਣ ਘਾਟਾ ਖਾ, ਕੁਛ ਆਵੇਗਾ, ਹਰ ਇਲੈਕਸ਼ਨ ਤੇਤੋਂ ਤਾਂ ਛਪਾਈ ਦੇ। ਉਹ ਵੀ ਬੰਦਾ ਘਰੇ ਜਾ ਕੇ ਹੋ ਸਕਦਾ ਵੀ ਘਰਦਿਆਂ ਨਾਲ ਗੱਲ ਕਰਦਾ ਵੀ ਯਾਰ ਪਾਰਟੀ ਉਹਨਾਂ ਵਧੀਆ 2,500 ਪੋਸਟਰ ਮੈਨੂੰ ਪਾਈ। ਚਲੋ ਇਹ ਠੀਕ ਆ ਜੀ, ਇਹਦੇ 'ਚ ਹਾਸਾ ਖੇਡੇ ਵਾਲੀ ਗੱਲਬਾਤ ਆ, ਕੋਈ ਐਵੇਂ ਟੈਨਸ਼ਨ ਲੈਣ ਵਾਲੀ ਗੱਲ ਨਹੀਂ। ਬੜੇ ਲੋਕ ਇਸ ਚੀਜ਼ ਦੇ ਨਾਲ ਖਿੱਚ ਕੇ ਕਰਨਗੇ, ਕੀ ਕਰਾਂਗੇ ਨਾ ਲੀਡਰਾਂ ਦਾ, ਉਹ ਤਾਂ ਕਹਿਣ ਡਿਆ ਵੀ ਸਾਡਾ ਤੁਸੀਂ ਕੁਛ ਕਰ ਹੀ ਨਹੀਂ ਸਕਦੇ, ਹੋਰ ਦੱਸੋ ਕੀ ਕਰਨਾ। ਅੱਛਾ, ਦੂਜੀ ਗੱਲ ਰਹਿ ਗਈ ਵੀ ਲਾਡੀ ਸਾਹਿਬ ਦੇ ਮੁੜਨ ਦਾ ਕਰਕੇ ਨਾ ਬਾਜਵਾ ਸਾਹਿਬ ਆ ਲੋਕ ਵੇਖਣ ਲੱਗ ਪਏ ਹੁਣ, ਕਿਉਂਕਿ ਉਹ ਵੀ ਗਏ ਸੀਗੇ ਫਤਿਹਜੰਗ ਸਿੰਘ ਬਾਜਵਾ ਸਾਹਿਬ ਇੱਕੇ ਦੇਣੀ, ਵੀ ਕੀ ਪਤਾ ਹੁੰਦਾ ਮੋੜਾ ਪੈ ਜਾਵੇ। ਨਹੀਂ, ਮੋੜਾ ਤਾਂ ਪੈ ਜਾਵੇ, ਇਹਨਾਂ ਨੂੰ ਤਾਂ ਟਿਕਟ ਦੀ ਹਾਂ ਹੋ ਗਈ ਹੋਈ, ਉੱਥੇ ਹੁਣ ਪ੍ਰਤਾਪ ਸਿੰਘ ਬਾਜਵਾ ਸਾਹਿਬ ਆਪ ਥੋੜ੍ਹੀ ਕਹਿਣਗੇ ਚੱਲ ਆ ਜਾ ਛੋਟੇ ਭਾਈ ਤੈਨੂੰ ਟਿਕਟ ਦੇ ਦਿੰਦੇ ਆ। ਇਹ ਵੀ ਗੱਲ ਹੋ ਸਕਦੀ ਵੀ ਮੈਂ ਮਜੀਠੇ ਤੋਂ ਲੜ ਲੈਣਾ, ਹਨਾ, ਇੱਦਾਂ ਉੱਥੇ ਔਖਾ ਆ ਥੋੜ੍ਹਾ ਜਿਹਾ। ਨਹੀਂ, ਪਰ ਮਜੀਠੇ ਤੋਂ ਤੇ ਉਹ ਤਾਂ ਲੜਨਗੇ ਜੇ ਮਜੀਠੀਆ ਸਾਹਿਬ ਮਜੀਠੇ ਤੋਂ ਲੜਨਗੇ, ਕਿਉਂਕਿ ਮਜੀਠੀਆ ਸਾਹਿਬ ਮਜੀਠੇ ਤੋਂ ਸ਼ਾਇਦ ਨਾ ਲੜਨ, ਤੇ ਉਹ ਕਹਿੰਦੇ ਗਾਂ ਮੈਂ ਸਿੱਧੂ ਸਾਹਿਬ ਦੇ ਖਿਲਾਫ ਜਾ ਕੇ ਇਲੈਕਸ਼ਨ ਲੜਨੀ, ਚਰਚਾ ਹੀ ਆ। ਬਾਕੀ ਅਜੇ ਕੀ ਤੁਸੀਂ ਦੇਖੋ ਨਾ, ਅੱਜ ਤੱਕ ਕਿਹੜਾ ਲੀਡਰ ਹੈ ਜਿਹੜਾ ਆਪਣਾ ਸੁਰੱਖਿਅਤ ਹਲਕਾ ਛੱਡ ਕੇ ਦੂਜੇ ਜਾਂਦਾ, ਸੁਰੱਖਿਅਤ ਹਲਕਾ ਸੁਰੱਖਿਅਤ ਰੱਖ ਕੇ ਦੂਜੇ ਹਲਕੇ ਚੱਲ ਜਾਵੇ, ਵੱਖਰੀ ਗੱਲ ਹੈ ਕਿ ਆਪਦੇ ਤੋਂ ਵੀ ਲੜ ਲਈਏ, ਉੱਥੋਂ ਵੀ ਲੜ ਲਈਏ, ਇਹ ਵੀ ਠੀਕ ਹੈ, ਹਨਾ, ਇਹ ਵੀ ਠੀਕ ਆ। ਆਹੋ, ਉਹਦੇ ਨਾਲ ਫਰਕ ਪੈਂਦਾ। ਆਹ ਕੈਪਟਨ ਸਾਹਿਬ ਲੜੇ ਸੀ, ਤਾਂ ਉਹ ਵੀ ਜੇ ਲੰਬੀ ਨੂੰ ਗਏ ਸੀ ਤਾਂ ਪਟਿਆਲਾ ਥੋੜ੍ਹੀ ਛੱਡਤਾ ਸੀ। ਇਸੇ ਤਰੀਕੇ ਜੇ ਭਗਵੰਤ ਮਾਨ ਸਾਹਿਬ MP ਹੁੰਦਿਆਂ ਜਲਾਲਾਬਾਦ ਲੜੇ ਸੀ ਤਾਂ MP ਦੀ ਕੁਰਸੀ ਤੋਂ ਅਸਤੀਫਾ ਦੇ ਕੇ ਥੋੜ੍ਹੀ ਗਏ ਸੀ, ਬਿੱਟੂ ਸਾਹਿਬ ਵੀ ਗਏ ਤਾਂ ਅਸਤੀਫਾ ਦੇ ਕੇ ਨਹੀਂ ਸੀ ਗਏ। ਇਸ ਕਰਕੇ ਜਾਣੀ ਕੰਮਕਾਰ ਠੀਕ ਜਿਹਾ ਹੀ ਆ, ਐਸੀ ਕੋਈ ਗੱਲ ਨਹੀਂ ਹੈ। ਮਤਲਬ ਉਹ ਕਹਿੰਦੇ ਵੀ ਆਖਰੀ ਡੰਡੇ ਨੂੰ ਹੱਥ ਰੱਖਣਾ ਹੀ, ਉੱਦਾਂ ਪੈਰ ਟੋਹ ਕੇ ਵੇਖਣਾ ਵੀ ਜੇ ਉੱਤੇ ਆ ਗਿਆ ਬਨੇਰੇ ਤੇ ਠੀਕ ਹੈ, ਨਹੀਂ ਤਾਂ ਫਿਰ ਪੌੜੀ ਤੇ ਆਈ, ਨਹੀਂ ਤਾਂ ਪੌੜੀ ਤੇ ਹੈਗੀ। ਅੱਛਾ, ਦੂਜੀ ਗੱਲ ਇਹ ਕਿ ਵੀ ਸਿੱਧੂ ਸਾਹਿਬ ਦੀ ਗੱਲ ਕਰ ਲਈ ਹੁਣ। ਆਜੋ, ਦੇਖੋ ਸਿੱਧੂ ਸਾਹਿਬ ਨੇ ਜਿਹੜੇ ਐਲਾਨ ਕੀਤੇ, ਉਹਨਾਂ ਐਲਾਨਾਂ ਦੇ ਉੱਪਰ ਬੜੀ ਅਜੀਬ ਤਰ੍ਹਾਂ ਦੀ ਚਰਚਾ ਹੋਣ ਲੱਗ ਪਈ। ਸਭ ਤੋਂ ਮਾੜੀ ਚਰਚਾ ਤੇ
ਆਮ ਆਦਮੀ ਪਾਰਟੀ ਵਾਲਿਆਂ ਨੇ ਛੇੜ ਲਈ ਇੱਕ, ਤੇ ਆ ਜਿਹੜੀ ਵੀਡੀਓ ਕੱਢ ਲੈਂਦੇ ਨੇ ਲੋਕ, ਇਹ ਮਾੜੀ ਕਰਦੇ। ਉਹਨਾਂ ਨੇ 2 ਵੀਡੀਓ ਰਾਘਵ ਚੱਡਾ ਸਾਹਿਬ ਨੇ ਜੋੜ ਕੇ ਨਾਲੇ ਚਲਾ ਦਿੱਤੀਆਂ, ਨਾਲੇ ਕੋਈ ਸਾਈਕਲ ਦੇ ਸਟੈਂਡ ਦੀਆਂ ਗੱਲਾਂ ਕਰੀ ਜਾਂਦੇ ਹੋ। ਨਹੀਂ, ਗੱਲ ਤਾਂ ਠੀਕ ਹੈ। ਰਾਘਵ ਚੱਡਾ ਸਾਹਿਬ ਦੇ ਕੋਲੇ ਇੱਕ ਬਹੁਤ ਵੱਡਾ ਚਾਂਸ ਆਇਆ ਸੀ ਤੇ ਅਗਲਿਆਂ ਵਰਤਿਆ, ਕਿਉਂਕਿ ਪਿਛਲੇ ਦਿਨੀ ਜਦੋਂ ਕਾਂਗਰਸੀਆਂ ਨੇ ਬਿਕਰਮ ਸਿੰਘ ਮਜੀਠੀਆ ਸਾਹਿਬ ਦੇ ਉੱਤੇ FIR ਕੀਤੀ, ਉਦੋਂ ਮਜੀਠੀਆ ਸਾਹਿਬ ਦਾ ਜ਼ਿਕਰ ਘੱਟ ਕਰਦੇ ਸੀ ਕਾਂਗਰਸ ਵਾਲੇ, ਤੇ ਇਹ ਕਹਿੰਦੇ ਸੀ ਕਿ ਜਿਹੜੇ ਬੰਦੇ ਤੋਂ ਅਰਵਿੰਦ ਕੇਜਰੀਵਾਲ ਨੇ ਇਸੇ ਮੁੱਦੇ ਦੇ ਉੱਤੇ ਲਿਖਤੀ ਅਦਾਲਤ ਦੇ ਵਿੱਚ ਮਾਫੀ ਮੰਗੀ ਹੈ, ਅਸੀਂ ਪਰਚਾ ਕੀਤਾ, ਤੇ ਉਸ ਲਈ ਫਿਰ ਗੱਲ ਘੱਟ ਆਉਂਦੀ ਸੀ। ਤੇ ਹੁਣ ਜਦੋਂ ਆਮ ਆਦਮੀ ਪਾਰਟੀ ਵਾਲੇ ਕਹਿੰਦੇ ਸੀ 1000 ਰੁਪਈਆ ਹਰ ਇੱਕ ਬੀਬੀ ਨੂੰ ਦੇਵਾਂਗੇ, ਪੰਜਾਬ 'ਚ ਵਸਣ ਵਾਲੀ ਹਰ ਇੱਕ ਬੀਬੀ ਨੂੰ 1000 ਰੁਪਈਆ ਪ੍ਰਤੀ ਮਹੀਨਾ, ਉਦੋਂ ਨਵਜੋਤ ਸਿੰਘ ਸਿੱਧੂ ਹੋਰੀ ਕਹਿੰਦੇ ਸੀ ਕਿ ਪੈਸੇ ਕਿੱਥੋਂ ਆਉਣੇ ਆ। ਉਦੋਂ ਸਿੱਧੂ ਸਾਹਿਬ ਨੇ ਬਾਰ-ਬਾਰ ਹੀ ਕਿਹਾ ਸੀ ਕਿ ਕੀ ਸਾਡੀਆਂ ਬੀਬੀਆਂ ਨੂੰ ਭਿਖਾਰੀ ਸਮਝ ਰੱਖਿਆ, ਮੰਗਖਾਣੀ ਸਮਝ ਰੱਖਿਆ? ਨਾ, ਇਹ ਕੋਈ ਗੱਲ ਹੈ? ਰੁਜ਼ਗਾਰ ਦਿਓ, ਪੈਰਾਂ ਤੇ ਖੜੇ ਕਰੋ। ਤੇ ਹੁਣ ਉਹਨਾਂ ਨੇ ਉਹ ਕਹਿੰਦੇ ਜੀ 1000 ਨਹੀਂ, ਰੁਪਈਆ ਮਿਲੂਗਾ 2000, ਬੱਜਵਾਂ ਨੋਟ ਖਰੇ ਨਵੇਂ ਮੈਲੇ ਕਚਾਲੇ ਨਹੀਂ। ਜੇ ਲੜਕੀ 5ਵੀਂ ਪਾਸ ਕਰ ਗਈ 5000 ਰੁਪਇਆ ਉੱਕਾ ਪੁੱਕਾ, 10ਵੀਂ ਪਾਸ ਕਰ ਗਈ ਜਿਹੜੀ ਬੱਚੀ ਉਹਨੂੰ 15000 ਰੁਪਇਆ ਉੱਕਾ ਪੁੱਕਾ, ਜਿਹਨੇ 12ਵੀਂ ਜਮਾਤ ਪਾਸ ਕਰ ਲਈ ਉਹਨੂੰ 20000 ਰੁਪਇਆ ਉੱਕਾ ਪੁੱਕਾ, ਜਿਹਨੇ ਕਾਲਜ ਪੜ੍ਹਨਾ ਫੀਸ ਦਿਓ, ਰਸੀਦ ਆ ਕੇ ਦਿਖਾਲ ਦਿਓ। ਜਦੋਂ ਦਾਖਲਾ ਰਸੀਦ ਜਿਹੜੀ ਹੈ ਸਕੂਟੀ ਸਰਕਾਰ ਵੱਲੋਂ, ਕਾਂਗਰਸ ਦੀ ਸਰਕਾਰ ਸਕੂਟੀ ਦਊ ਕਿ ਧੀਏ ਪੁੱਤ ਤੂੰ ਉੱਤੇ ਪੜ੍ਹਨ ਜਾਣਾ, ਕੁੜੀਆਂ ਲਈ ਹੈ। ਜਿਹਨੇ ਵਿਦੇਸ਼ ਜਾਣਾ ਟੈਬਲੇਟ ਹੈ ਨਾ, ਉਹਨੂੰ ਉਹ ਵੀ ਦੇਣਾ ਕਿ ਭਾਈ ਲੋੜ ਹੈ। ਜੇ ਤੁਸੀਂ ਪੰਜਾਬ 'ਚ ਰਹਿ ਕੇ ਕੰਮ ਕਰਨਾ 2 ਲੱਖ ਰੁਪਈਏ ਦਾ ਲੋਨ ਜਿਹੜਾ ਉਹ ਮਿਲੂਗਾ ਕਿ ਤੁਸੀਂ ਕੰਮ ਕਰ ਸ਼ੁਰੂ ਕਰ ਲਓ। ਨਾਲੇ ਮੈਨੂੰ ਕੀ ਲੋੜ ਹੈ ਕਿ ਮੈਂ 8 ਸਿਲੰਡਰਾਂ ਦੀ ਵੀ ਗੱਲ ਕਰਾਂ? ਨਹੀਂ, ਉਹ ਵੀ ਨਹੀਂ ਕਰਨੀ। ਇਹ ਵੀ ਨਹੀਂ ਦੱਸਣਾ ਵੀ ਜੇ ਜ਼ਮੀਨ ਜਾਇਦਾਦ ਮੰਨ ਲਓ ਕਿਸੇ ਬੀਬੀ ਦੇ ਨਾਂ ਦੇ ਉੱਪਰ ਰਜਿਸਟਰ ਹੁੰਦੀ ਆ, ਕੋਈ ਸਰਕਾਰੀ ਫੀਸ ਨਹੀਂ ਲੱਗਣੀ, ਮੁਫਤ ਬਿਲਕੁਲ। ਹੁਣ ਦੇਖੋ, ਇਹ ਸਾਰੇ ਕੁਛ ਦੇ ਵਿੱਚ ਆਮ ਆਦਮੀ ਪਾਰਟੀ ਵਾਲੇ ਤੇ ਕਹਿਣਗੇ, ਕਿਉਂਕਿ ਉਧਰ ਕੁਲਤਾਰ ਸਿੰਘ ਸੰਧਵਾ ਸਾਹਿਬ ਉਹ ਕਹਿੰਦੇ ਸਿੱਧੂ ਸਾਹਿਬ ਨਕਲੀ ਮਾਰ ਦਿੱਤੀ ਜੇ, ਬਿਲਕੁਲ ਹੀ ਕੁਝ ਥੋੜਾ ਬਹੁਤ ਤੇ ਖਿਆਲ ਰੱਖ ਲੈਂਦੇ, ਹੱਥ ਵੀ ਛਾਪ ਦਿੱਤਾ ਹੀ ਨਾਲ ਹੀ, ਕਹਿੰਦੇ ਵੀ ਸਾਰਾ ਕੁਝ ਐਜ਼ ਇਟ ਇਜ਼ ਹੀ ਛਾਪ ਦਿੱਤਾ ਜੇ ਤੁਸੀਂ। ਉਦੋਂ ਤੇ ਤੁਸੀਂ ਕਹਿੰਦੇ ਵੀ ਇਹ ਕੀਤਾ ਕਿਉਂ ਆ? ਨਾਲੇ ਦੂਜੀ ਗੱਲ ਉਹਨਾਂ ਨੇ ਇੱਕ ਹੋਰ ਕਹੀ, ਉਹ ਕਹਿੰਦੇ ਦੇਖੋ ਇਹ ਹੁਣ ਸਾਡੀ ਨਕਲ ਕਰ ਕਰਕੇ ਵੋਟਾਂ ਨਾ ਮੰਗੋ, ਤੇ ਜੇ ਸਾਡੀ ਨਕਲ ਕਰਨੀ ਆ ਤੇ ਫਿਰ ਪੂਰੀ ਕਰੋ। ਉਹ ਕਹਿੰਦੇ ਜਿਹੜੀਆਂ ਪਿਛਲੀਆਂ ਲੰਘੀਆਂ ਇਲੈਕਸ਼ਨਾਂ ਦਿੱਲੀ ਵਾਲੀਆਂ, ਉਦੋਂ ਅਰਵਿੰਦ ਕੇਜਰੀਵਾਲ ਨੇ ਇੱਕ ਗੱਲ ਕਹੀ ਸੀ ਦਿੱਲੀ ਦੇ ਲੋਕਾਂ ਨੂੰ ਵੀ ਜੇ ਮੈਂ ਕੰਮ ਕੀਤਾ, ਵਿਕਾਸ ਕੀਤਾ ਤੇ ਮੈਨੂੰ ਵੋਟ ਪਾਓ, ਜਾਂ ਜਿਹਨੇ ਕੀਤਾ ਉਹਨੂੰ ਪਾ ਦਿਓ। ਇਹੋ ਗੱਲ ਕਹਿੰਦੇ ਇਹਦੀ ਨਕਲ ਤੁਸੀਂ ਵੀ ਕਰ ਲਓ, ਪੰਜਾਬ ਦੇ ਲੋਕਾਂ ਨੂੰ ਕਹੋ ਵੀ ਜੇ ਕਾਂਗਰਸ ਨੇ 5 ਸਾਲਾਂ 'ਚ ਕੰਮ ਕੀਤਾ ਤੇ ਵੋਟਾਂ ਪਾ ਦਿਓ, ਨਹੀਂ ਤੇ ਫਿਰ ਆਓ। ਨਹੀਂ, ਇਹ ਵੀ ਹੋ ਸਕਦਾ। ਹੁਣ ਇਹ ਵੀ ਪੁੱਛਿਆ ਜਾ ਰਿਹਾ ਨਾ ਕਿ ਤੁਸੀਂ ਕਹਿੰਦੇ 75000 ਕਰੋੜ ਕਿੱਥੋਂ ਆਉਣਾ, ਹੁਣ ਕਹਿੰਦੇ ਦੱਸੋ ਜਿੰਨੇ ਤੁਸੀਂ ਐਲਾਨ ਕਰ ਦਿੱਤੇ 1,10,000 ਕਰੋੜ ਕਿੱਥੋਂ ਆਉਣਾ ਪੰਜਾਬ ਦੇ ਵਿੱਚ? ਹਿਸਾਬ ਕਿਤਾਬ ਤਾਂ ਉਹੀ ਹੈ। ਬਾਕੀ ਸੰਧਾਲੀਆ ਸਾਹਿਬ, ਮੈਨੂੰ ਇਹਦੇ ਵਿੱਚ ਹੋਰ ਲੱਗਦੀ ਹੈ ਗੱਲ ਕਿ ਪਿਛਲੇ ਦਿਨੀ ਨਾ ਚੋਣ ਪ੍ਰਚਾਰ ਕਮੇਟੀ ਦੀ ਇੱਕ ਬੈਠਕ ਹੋਈ ਸੀ, ਜਿਹਦੇ ਵਿੱਚ ਜਾਖੜ ਸਾਹਿਬ ਕਿਉਂਕਿ ਪ੍ਰਧਾਨ ਨੇ, ਜਾਖੜ ਸਾਹਿਬ ਬੈਠੇ, ਨਾਲ ਸਿੱਧੂ ਸਾਹਿਬ ਬੈਠੇ, ਚੰਨੀ ਸਾਹਿਬ ਬੈਠੇ, ਪ੍ਰਗਟ ਸਿੰਘ ਤੇ ਹਰੀਸ਼ ਚੌਧਰੀ ਸਾਹਿਬ ਨੇ ਬੈਠਣਾ ਹੀ ਸੀਗਾ। ਉਹ ਸਾਰੇ ਜਾਣੇ ਬੈਠੇ ਤੇ ਉਹਦੇ ਬਾਰੇ ਚਰਚਾ ਚੱਲਦੀ ਸੀ ਕਿ ਪਹਿਲੀ ਵਾਰੀ ਕਾਂਗਰਸੀ ਇਕੱਠੇ ਹੋ ਕੇ ਬੈਠੇ। ਕੋਈ ਗੱਲ ਚੰਨੀ ਸਾਹਿਬ ਕਹਿੰਦੇ ਸੀ ਤੇ ਸਿੱਧੂ ਸਾਹਿਬ ਕਹਿੰਦੇ ਸੀ ਗੱਲ ਦਰੁਸਤ ਹੈ। ਸਿੱਧੂ ਸਾਹਿਬ ਦੇ ਗੱਲ ਹੈ ਜੇ ਮੂੰਹ 'ਚ ਆਉਂਦੀ, ਚੰਨੀ ਸਾਹਿਬ ਕਹਿੰਦੇ ਮੈਨੂੰ ਲੱਗਦਾ ਸਿੱਧੂ ਸਾਹਿਬ ਤੁਸੀਂ ਆਹ ਕਹਿਣ ਲੱਗੇ ਆ, ਗੱਲ ਬਿਲਕੁਲ ਠੀਕ ਹੈ। ਵੀ ਉੱਥੋਂ ਐਂ ਲੱਗਦਾ ਸੀ ਕਿ ਇੱਕ ਸੁਰਤਾ ਕਾਂਗਰਸ ਪਾਰਟੀ ਦੇ ਵਿੱਚ ਆ ਗਈ, ਕਿਉਂਕਿ ਜਦੋਂ ਵੀ ਨਵਜੋਤ ਸਿੰਘ ਸਿੱਧੂ ਸੰਬੋਧਨ ਕਰਦੇ ਹੁੰਦੇ ਆ, 2 ਬੰਦਿਆਂ ਦਾ ਨਾਂ ਜ਼ਰੂਰ ਲੈਂਦੇ ਆ। ਸਭ ਤੋਂ ਪਹਿਲਾਂ ਬੀਬੀ ਪ੍ਰਿਯੰਕਾ ਗਾਂਧੀ ਦਾ, ਉਹਦੇ ਤੋਂ ਬਾਅਦ ਰਾਹੁਲ ਗਾਂਧੀ ਹੋਰਾਂ ਦਾ। ਹੋ ਸਕਦਾ ਕਿ ਉਸ ਚੋਣ ਪ੍ਰਚਾਰ ਕਮੇਟੀ ਦੀ ਬੈਠਕ 'ਚ ਇਹ ਵੀ ਆਖ ਦਿੱਤਾ ਗਿਆ ਹੋਵੇ, ਹਾਈ ਕਮਾਂਡ ਵੱਲੋਂ ਵੀ ਸੁਨੇਹਾ ਆਇਆ ਹੋਵੇ ਕਿ ਦੇਖੋ ਭੈਣ ਜੀ ਪ੍ਰਿਯੰਕਾ ਗਾਂਧੀ ਹੋਰੀ ਯੂਪੀ ਦੇ ਵਿੱਚ ਸਕੂਟੀ ਦੇਣ ਦੀ ਗੱਲ ਕੀਤੀ ਹੈ, ਭੈਣ ਜੀ ਪ੍ਰਿਯੰਕਾ ਗਾਂਧੀ ਹੋਰਾਂ ਨੇ ਯੂਪੀ ਦੇ ਵਿੱਚ ਔਰਤਾਂ ਦੇ ਲਈ ਆਹ ਐਲਾਨ ਕੀਤੇ ਹੈ। ਇਸ ਕਰਕੇ ਸਿੱਧੂ ਸਾਹਿਬ ਘੱਟੋ ਘੱਟ ਉਹਨਾਂ ਵਾਲੇ ਐਲਾਨਾਂ ਦੇ ਉੱਤੇ ਤਾਂ ਫੁੱਲ ਚਾੜਨੇ ਪੈਣਗੇ, ਤਾਂ ਅਗਲੇ ਇੱਕ ਦਿਨ 'ਚ ਚਾੜਦੇ ਨਹੀਂ, ਪੂਰੇ ਚਾੜੇ ਆ। ਪਰ ਕਾਰਨ ਇਹ ਆ ਵੀ ਹੁਣ ਚਰਚਾ ਇਹ ਵੀ ਹੈ ਵੀ ਉਹ ਆਪਣੇ ਤੌਰ ਤੇ ਹੀ ਚਾੜਦੇ ਉਹਨਾਂ ਨੇ। ਉਹ ਕਿਵੇਂ? ਮਤਲਬ ਕਾਂਗਰਸ ਪਾਰਟੀ ਉਹ ਕਹਿੰਦੇ ਵੀ ਕਲੈਕਟਿਵਲੀ ਕੋਈ ਨਾ ਕੋਈ ਐਲਾਨ ਕਰਨਾ, ਕੋਈ ਕਲੈਕਟਿਵਲੀ ਕੋਈ ਨਾ ਕੋਈ ਮੈਨੀਫੈਸਟੋ ਜਾਰੀ ਕਰਨਾ। ਕਿਉਂਕਿ ਜੇ ਦੂਸਰੀਆਂ ਪਾਰਟੀਆਂ ਦੀ ਗੱਲ ਕਰੀਏ ਵੀ ਜਾਂ ਤਾਂ ਉਹ ਕਲੈਕਟਿਵਲੀ ਕਰਦੇ, ਮਤਲਬ ਜੇ ਐਲਾਨ ਕੀਤਾ ਤੇ ਕੇਜਰੀਵਾਲ ਸਾਹਿਬ ਨੇ ਕੀਤਾ, ਉਹਨਾਂ ਤੋਂ ਬਾਅਦ 1000 ਤੋਂ ਆਪਾਂ ਵਿਚਲਾ ਛੱਡ ਗਏ ਯਾਰ, ਬੰਦਾ 2000 ਰੇਟ ਤਾਂ ਸੁਖਬੀਰ ਬਾਦਲ ਸਾਹਿਬ ਨੇ ਬਣਾਇਆ ਸੀ। ਉਹ ਕਹਿੰਦੇ 2000 ਅਸੀਂ ਦਿਆਂਗੇ। ਇਹ ਵੈਸੇ ਸਿੱਧੂ ਸਾਹਿਬ ਨੇ ਹੋ ਸਕਦਾ ਉਸ ਬਿਆਨ ਨੂੰ ਸੀਰੀਅਸਲੀ ਨਹੀਂ ਲਿਆ, ਨਹੀਂ ਤਾਂ ਇਹਨਾਂ ਨੇ 2500 ਵੀ ਕਰ ਦੇਣਾ, 2100 ਹੀ ਕਰ ਦਿੰਦੇ। ਆਹ ਕੁਛ ਤਾਂ ਵਧਾਉਂਦੇ। ਹੁਣ ਉਹਨਾਂ ਨੇ ਜੇ ਕਿਹਾ ਨਹੀਂ ਵੀ ਲੈ ਯਾਰ ਤੁਸੀਂ ਐਵੇਂ ਆਮ ਆਦਮੀ ਪਾਰਟੀ ਵਾਲੋ ਤੁਹਾਡੀ ਥੋੜਾ ਡਿੱਟੋ ਸਾਡੀ ਨਕਲ ਮਾਰਦੇ। ਅੱਛਾ, ਇਹਦੇ ਤੋਂ ਇੱਕ ਗੱਲ ਤੇ ਕਲੀਅਰ ਜਾਪਦੀ ਹੈ ਕਿ ਵੀ ਆਪਣੇ ਤੌਰ ਤੇ ਐਲਾਨ ਇਹਨਾਂ ਨੇ ਕਰ ਦਿੱਤਾ, ਕਿਉਂਕਿ ਆਪਾਂ ਨਹੀਂ ਕਹਿੰਦੇ, ਉਹਨਾਂ ਦੀ ਹੀ ਪਾਰਟੀ ਦੇ ਇਸ ਵਕਤ ਮੰਤਰੀ ਨੇ, ਕੈਬਨਿਟ ਮੰਤਰੀ ਜੀ ਰਾਣਾ ਗੁਰਜੀਤ ਸਿੰਘ ਹੋਰੀ,
ਉਹਨਾਂ ਨੇ ਦੋਸ਼ ਲਾਇਆ, ਉਹ ਕਹਿੰਦੇ ਵੀ ਦੇਖੋ ਆਪਣੇ ਤੌਰ ਤੇ ਆਪ ਉਧਰੀਆਂ ਸਾਰੀਆਂ ਚੱਲਣ ਡੀਆਂ, ਕੋਈ ਕੰਮਾਂ 'ਚੋਂ ਕੰਮ ਜਿਹੜਾ ਚੱਲਣ ਡਿਆ ਤੇ ਪਾਰਟੀ ਤੋੜਨ ਵਾਲੀਆਂ ਗੱਲਾਂ ਸਾਰੀਆਂ। ਕਹਿੰਦੇ ਕੋਈ ਕਾਂਗਰਸ ਪਾਰਟੀ ਦਾ ਫੇਸ ਹੋਣਾ ਚਾਹੀਦਾ ਕਿ ਆਪਣੇ ਤੌਰ ਤੇ ਮੈਂ ਕਰ ਦੂੰ। ਨਹੀਂ, ਇਹ ਗੱਲ ਤੁਹਾਡੀ ਠੀਕ ਹੈ, ਕਿਉਂਕਿ ਕਾਂਗਰਸ ਪਾਰਟੀ ਦੇ ਵਿੱਚ ਰਾਣਾ ਗੁਰਜੀਤ ਸਿੰਘ ਹੋਰਾਂ ਦੀ ਇਹ ਗੱਲ ਦਰੁਸਤ ਹੈ ਕਿ ਕਲੈਕਟਿਵਲੀ ਕੰਮ ਹੋਣਾ ਚਾਹੀਦਾ, ਸਮੂਹਿਕ ਤੌਰ ਦੇ ਉੱਤੇ। ਇਹ ਥੋੜੀ ਕੋਈ ਬੰਦਾ ਕੁਝ ਵੀ ਕਹੀ ਜਾਵੇ। ਪਰ ਮੈਨੂੰ ਇਹ ਗੱਲ ਚੇਤੇ ਆਉਂਦੀ ਸੀ, ਕੈਪਟਨ ਅਮਰਿੰਦਰ ਸਿੰਘ ਹੋਰੀ ਅਸਤੀਫਾ ਦਿੰਦੇ, ਅਗਲੇ ਦਿਨ ਚਰਨਜੀਤ ਸਿੰਘ ਚੰਨੀ ਹੋਰੀ ਮੁੱਖ ਮੰਤਰੀ ਬਣਦੇ ਆ, ਤੇ ਜਦੋਂ ਮੁੱਖ ਮੰਤਰੀ ਬਣਦੇ ਆ ਤਾਂ ਜੇ ਮੰਤਰੀਆਂ ਨੂੰ ਸਹੁੰ ਚੁਕਾਉਣੀ ਸੀ, ਉਦੋਂ ਚਰਚਾ ਚੱਲ ਪਈ ਕਿ ਸ਼ਾਇਦ ਰਾਣਾ ਗੁਰਜੀਤ ਸਿੰਘ ਹੋਰਾਂ ਨੂੰ ਦੁਬਾਰਾ ਕੈਬਨਿਟ ਮੰਤਰੀ ਬਣਾਇਆ ਜਾਊ। ਤੇ ਮੇਰਾ ਖਿਆਲ ਆ ਕਿ ਅੱਧੀ ਦਰਜਨ ਤੋਂ ਵੀ ਵੱਧ ਵਿਧਾਇਕ ਇਕੱਲੇ ਦੁਆਬੇ ਦੇ ਵਿੱਚੋਂ ਉਹ ਕਦੇ ਚੰਨੀ ਸਾਹਿਬ ਕੋਲ ਜਾਂਦੇ ਸੀ, ਕਦੇ ਨਵਜੋਤ ਸਿੰਘ ਸਿੱਧੂ ਕੋਲ ਜਾਂਦੇ ਸੀ, ਕਦੇ ਕਿਸੇ ਕੋਲ ਜਾਂਦੇ ਸੀ ਕਿ ਭਾਈ ਰਾਣਾ ਗੁਰਜੀਤ ਸਿੰਘ ਨੂੰ ਕਿਤੇ ਮੰਤਰੀ ਨਾ ਬਣਾ ਦਿਓ। ਮੈਨੂੰ ਇਹ ਲੱਗਦਾ ਕਿ ਰਾਣਾ ਗੁਰਜੀਤ ਸਿੰਘ ਹੋਰਾਂ ਨੂੰ ਅੱਜ ਲੱਗਿਆ ਕਿ ਕਾਂਗਰਸ ਪਾਰਟੀ ਦੇ ਵਿੱਚ ਸਮੂਹਿਕਤਾ ਦੀ, ਏਕਤਾ ਦੀ, ਸਾਂਝ ਦੀ ਘਾਟ ਹੈ। ਘਾਟ ਤਾਂ ਉਦਣ ਦੀ ਹੈ ਰਾਣਾ ਗੁਰਜੀਤ ਸਿੰਘ, ਜਿੱਦਾਂ ਤੁਸੀਂ ਦੂਜੀ ਵਾਰੀ ਮੰਤਰੀ ਬਣੇ ਉਹ ਤੋਂ ਪਹਿਲੇ ਰੌਲਾ ਪੈ ਗਿਆ ਸੀ। ਨਹੀਂ, ਇਹਦੇ 'ਚ ਪਰ ਇੱਕ ਗੱਲ ਹੋ ਰਿਹਾ, ਮੈਨੂੰ ਲੱਗਦਾ ਵੀ ਜੇ ਇਸ ਗੱਲ ਨੂੰ ਜ਼ਿਆਦਾ ਉਭਾਰ ਲਿਆ ਵੀ ਮਹਾਰਾਜ ਨਹੀਂ ਸਾਰੀ ਪਾਰਟੀ ਦੀ ਗੱਲਬਾਤ ਹੁੰਦੀ ਹੈ, ਸਮੁੱਚੀ ਪਾਰਟੀ ਦੀ ਗੱਲ ਹੁੰਦੀ ਹੈ, ਇਹ ਨਾ ਹੋਵੇ ਕੱਲ੍ਹ ਨੂੰ ਜਦੋਂ ਮੰਨ ਲਓ ਚੰਨੀ ਸਾਹਿਬ ਜਿਹੜੇ ਕਿ ਮੌਜੂਦਾ ਮੁੱਖ ਮੰਤਰੀ ਨੇ, ਉਹ ਕਹਿਣ ਵੀ ਆਹ ਦੇਖੋ ਜੀ 100 ਦਿਨ ਜਾਂ ਹੋਰ 5-7 ਦਿਨ 10 ਦਿਨ ਉਹਨਾਂ ਨੂੰ ਉੱਪਰ ਮਿਲ ਜਾਣ, ਜਦ ਤੱਕ ਚੋਣ ਜ਼ਾਬਤਾ ਨਹੀਂ ਲੱਗਦਾ, ਵੀ ਅਸੀਂ ਇੰਨੇ ਦਿਨਾਂ ਦੇ ਵਿੱਚ ਇੰਨੇ ਕੰਮ ਕਰਤੇ ਜੀ, ਆਹ ਦੇਖੋ ਸਾਡੀ ਗੱਲ। ਅਗਲਾ ਸਵਾਲ ਪੁੱਛੇ ਵੀ ਨਹੀਂ ਮਹਾਰਾਜ ਪਹਿਲਾਂ ਵੀ ਤੁਹਾਡੀ ਸਰਕਾਰ ਸੀਗੀ ਉਦੋਂ, ਨਹੀਂ ਪਿਛਲੀ ਗੱਲ ਨਹੀਂ, ਸਾਡੇ ਨਾਲ ਹੋਣ ਵਾਲੀ ਗੱਲ ਕਰੋ। ਤੇ ਫਿਰ ਇਹਨਾਂ 'ਚੋਂ ਮੰਤਰੀ ਸਾਹਿਬਾਨਾਂ ਦੇ ਬਿਆਨ ਦੇ ਕੇ ਕੋਈ ਅਗਲਾ ਬੰਦਾ ਪੁੱਛੇ ਵੀ ਮਹਾਰਾਜ ਤੁਸੀਂ ਕਹਿੰਦੇ ਕਲੈਕਟਿਵ ਹੁੰਦੀ ਹੈ, ਫਿਰ ਪਿਛਲੀ 4.5 ਸਾਲ ਦੀ ਸਰਕਾਰ ਵੀ ਤੁਹਾਡੀ ਹੈ, ਉਹ ਜ਼ਿੰਮੇਵਾਰੀ ਕਿੱਦਾਂ ਛੱਡੀ ਜਾਂਦੇ, ਤੁਸੀਂ ਕਮਾਲ ਕਰੀ ਜਾਂਦੇ। ਨਹੀਂ, ਗੱਲ ਠੀਕ ਹੈ। ਮੈਂ ਵੈਸੇ ਗੱਲ, ਕਈ ਬੰਦੇ ਨਾ ਗੁੱਸੇ ਰਾਜੀ ਬਹੁਤ ਆ। ਪੱਤਰਕਾਰ ਕਹਿੰਦੇ ਜੀ ਸਾਡੇ ਦੇ ਨਾੜਾਂ ਚੜ੍ਹ ਗਈਆਂ, ਖੜੇ ਹੀ ਰਹਿ, ਉਡੀਕਦੇ ਰਹਿ ਕਿ ਕਦ ਕਾਂਗਰਸੀ ਮੰਤਰੀ, ਕੁਝ ਅਫਸਰ, ਮੁੱਖ ਮੰਤਰੀ ਆਉਣਗੇ, 2 ਬੰਦਿਆਂ ਦੇ ਕੋਲੇ ਦਰੀ ਫੜੀ ਹੋਊਗੀ, 36,000 ਜਿਹੜਾ ਕੱਚਾ ਕੰਮ ਆ ਪੱਕਾ ਕਰਨਾ, ਉਹ ਪੱਕਾ ਕਰਾਉਣ ਦੇ ਲਈ ਆਪਣੇ ਮੰਤਰੀਆਂ ਨੂੰ ਨਾਲ ਲੈ ਕੇ ਰਾਜਪਾਲ ਸਾਹਿਬ ਨੂੰ ਮਿਲਣ ਜਾਣਗੇ। ਜੇ ਤਾਂ ਰਾਜਪਾਲ ਸਾਹਿਬ ਅਪਰੂਵਲ ਦੇ ਦੇਣਗੇ, ਬਾਹਰ ਆ ਕੇ ਪ੍ਰੈਸ ਕਾਨਫਰੰਸ ਕਰ ਦੇਣਗੇ ਕਿ ਅਸੀਂ ਰਾਜਪਾਲ ਸਾਹਿਬ ਦਾ ਧੰਨਵਾਦ ਕਰਦੇ ਹਾਂ, ਉਹਨਾਂ ਨੇ ਸਾਡੇ ਕੀਤੇ ਹੋਏ ਫੈਸਲੇ ਤੇ ਮੋਹਰ ਲਾਤੀ ਹੈ। ਜੇ ਨਹੀਂ ਮੰਨਣਗੇ ਤਾਂ ਦਰੀ ਵਿਛਾ ਕੇ ਧਰਨਾ ਦੇ ਦੇਣਾ, ਕਿਉਂਕਿ ਬਹੁਤ ਜੋਸ਼ ਦੇ ਵਿੱਚ ਆ ਕੇ ਮੁੱਖ ਮੰਤਰੀ ਪੰਜਾਬ ਚਰਨਜੀਤ ਸਿੰਘ ਚੰਨੀ ਹੋਰਾਂ ਨੇ ਆਖਿਆ ਸੀ ਨਾ ਕਿ ਰਾਜਪਾਲ ਸਾਹਿਬ ਨੇ ਸਿਆਸੀ ਕਾਰਨਾਂ ਕਰਕੇ ਫਾਈਲ ਰੋਕ ਲਈ ਆ, ਤੇ ਜਦੋਂ ਹੁਣ ਫਾਈਲ ਰੋਕ ਲਈ ਹੈ ਤੇ ਅਸੀਂ ਫਿਰ ਸੋਮਵਾਰ ਨੂੰ ਜਾਣਾ ਨਹੀਂ ਤਾਂ ਧਰਨਾ ਦੇਣਾ। ਪੱਤਰਕਾਰਾਂ ਨੇ ਕੈਮਰੇ ਗੱਡਿਓ ਇੱਕ ਦੂਜੇ ਤੋਂ ਮੂਹਰੇ ਹੋ ਕੇ, ਜੇ ਭਾਈ ਜਿੱਦਾਂ ਕਾਂਗਰਸ ਦੇ ਵਿੱਚ ਕਲਚਰ ਜਿਹਾ ਪੈਦਾ ਹੋਣਾ ਕਿ ਪਹਿਲਾਂ ਐਲਾਨ ਕਰ ਦਈਏ, ਉੱਦਾਂ ਹੀ ਪੱਤਰਕਾਰਾਂ ਦੇ ਵਿੱਚ ਵੀ ਹੁੰਦਾ ਕਿ ਅਸੀਂ ਪਹਿਲਾਂ ਬਾਈਟ ਲੈ ਲਈਏ, ਸਭ ਤੋਂ ਮੂਹਰੇ ਕੈਮਰਾ ਸਾਡਾ ਹੋਵੇ। 9 ਵਜੇ, 10 ਵਜੇ, 11 ਵਜੇ, ਦੁਪਹਿਰ ਦੇ 2 ਵਜੇ, ਸ਼ਾਮ ਦੇ 4 ਵਜੇ, 5 ਵਜੇ, 6 ਵਜੇ ਫਿਰ ਉਹਨਾਂ ਲੈਂਸ ਲੂੰਸ ਜਾ ਕੇ ਸਾਫ਼ ਸੂਫ ਕਰਕੇ ਢੱਕਣੇ ਸ਼ੁਰੂ ਕਰਤੇ। ਚੰਨੀ ਸਾਹਿਬ ਆਏ ਨਾ। ਨਹੀਂ, ਇਹ ਮੈਂ ਉਹ ਲੀਡਰ ਸਾਹਿਬ ਦਾ ਨਾਮ ਭੁੱਲ ਗਿਆ, ਬੀਜੇਪੀ ਵਾਲੇ ਪਾਸੋਂ ਬਿਆਨ ਇੱਕ ਨਿਗਾਹ ਜਿਹਾ ਆ ਵੀ ਗਿਆ। ਉਹ ਕਹਿੰਦੇ ਸਾਨੂੰ ਪਤਾ ਹੀ ਸੀਗਾ ਉਹਨਾਂ ਆਉਣਾ ਨਹੀਂ, ਕਿਉਂਕਿ ਨਾਂ ਤਾਂ ਰੱਖੇ ਉਹਨਾਂ ਦਾ ਐਲਾਨ ਮੰਤਰੀ ਵੀ ਐਲਾਨ ਹੀ ਸੀਗਾ। ਬਾਕੀ ਸੰਧਾਲੀਆ ਸਾਹਿਬ ਇੱਕ ਗੱਲ ਹੈਗੀ ਆ, ਤੁਸੀਂ ਇਹ ਦੇਖੋ ਕਿ ਰਾਜਪਾਲ ਸਾਹਿਬ ਨੇ ਹੁਣ ਜਿਹੜੀਆਂ ਗੱਲਾਂ ਆਖੀਆਂ, ਚੰਨੀ ਸਾਹਿਬ ਨੇ ਕਹਿਤਾ ਸੀ ਕਿ ਸਿਆਸੀ ਦਖਲ ਹੈ। ਰਾਜਪਾਲ ਸਾਹਿਬ ਕਹਿੰਦੇ ਜੀ ਇਹਨਾਂ ਨੇ 11 ਨਵੰਬਰ ਨੂੰ ਫੈਸਲਾ ਕੀਤਾ ਤੇ 1 ਦਸੰਬਰ ਨੂੰ ਫਾਈਲ ਮੈਨੂੰ ਭੇਜੀ ਹੈ। 20 ਦਿਨ ਸਰਕਾਰ ਨੂੰ ਲੱਗ ਗਿਆ ਤੇ ਉਹਨਾਂ 20 ਦਿਨਾਂ ਦੇ ਵਿੱਚ ਇਹਨਾਂ ਨੇ ਪੋਸਟਰ ਲਾਉਣੇ ਸ਼ੁਰੂ ਕਰਤੇ ਸੀ ਕਿ ਅਸੀਂ 36,000 ਕੱਚਾ ਕੰਮ ਪੱਕਾ ਕੀਤਾ। ਉਹ ਕਹਿੰਦੇ ਜਦੋਂ 1 ਦਸੰਬਰ ਨੂੰ ਫਾਈਲ ਮੈਨੂੰ ਆਈ ਹੈ, ਮੈਂ ਤਾਂ ਦੂਸਰੇ ਸੂਬਿਆਂ ਦੇ ਦੌਰੇ ਤੇ ਗਿਆ ਸੀ, ਮੈਂ ਆਇਆ 21 ਦਸੰਬਰ ਨੂੰ ਵਾਪਸ ਹਾਂ। ਜਾਣੀ ਪਹਿਲਾਂ 20 ਦਿਨ ਪੰਜਾਬ ਸਰਕਾਰ ਨੇ ਕੀਤੇ ਹੋਏ ਫੈਸਲੇ ਦੀ ਫਾਈਲ ਰਾਜਪਾਲ ਸਾਹਿਬ ਨੂੰ ਭੇਜਣ ਤੇ ਲਾਤੇ। ਰਾਜਪਾਲ ਸਾਹਿਬ ਦੇ ਦਾਅਵੇ ਦੇ ਮੁਤਾਬਕ ਅਗਲੇ 20 ਦਿਨ ਉਹ ਪੰਜਾਬ 'ਚ ਨਹੀਂ ਸੀਗੇ ਜਾਂ ਕੰਮਾਂ ਕਾਰਾਂ 'ਚ ਸੀਗੇ। 21 ਨੂੰ ਕਹਿੰਦੇ ਮੈਂ ਆਇਆ, 23 ਨੂੰ ਚੰਨੀ ਸਾਹਿਬ ਮੈਨੂੰ ਮਿਲੇ ਹੈ, ਬਾਅਦ ਵਿੱਚ ਇੱਕ ਅਫਸਰ ਸਾਹਿਬ ਮਿਲੇ ਹੈ। 30 ਤਰੀਕ ਨੂੰ ਮੈਂ ਫਾਈਲ ਦੇ ਵਿੱਚੋਂ 6 ਨੁਕਤੇ ਜਿਹੜੇ ਮੈਨੂੰ ਕਾਨੂੰਨੀ ਤੌਰ ਦੇ ਉੱਤੇ ਲੱਗੇ ਕਿ ਪਹਿਲਾਂ ਸਪਸ਼ਟੀਕਰਨ ਜ਼ਰੂਰੀ ਹੈ, ਮੈਂ 30 ਨੂੰ ਇਹਨਾਂ ਨੂੰ ਭੇਜ ਦਿੱਤੀ ਹੈ। 31 ਤਰੀਕ ਨੂੰ ਫਾਈਲ ਜਿਹੜੇ ਹੈ ਉਹ ਮੁੱਖ ਮੰਤਰੀ ਦਫ਼ਤਰ ਨੇ ਰਿਸੀਵ ਕਰ ਲਈ ਹੈ ਤੇ 31 ਤਰੀਕ ਤੋਂ ਬਾਅਦ ਇਹ ਮੇਰੇ ਤੇ ਦੋਸ਼ ਲਾਈ ਜਾਂਦੇ ਆ ਕਿ ਭਾਈ ਸਿਆਸੀ ਤੌਰ ਤੇ ਦਖਲਅੰਦਾਜ਼ੀ ਹੈ। ਹੁਣ ਕੀ ਮੁੱਖ ਮੰਤਰੀ ਦਫ਼ਤਰ ਨੇ ਮੁੱਖ ਮੰਤਰੀ ਨੂੰ ਦੱਸਿਆ ਨਹੀਂ ਕਿ ਫਾਈਲ ਵਾਪਸ ਆ ਗਈ ਤੇ ਅਸੀਂ ਰਿਸੀਵ ਵੀ ਕਰ ਲਿਆ ਕਿ ਭਾਈ ਉਹਦੇ ਉੱਤੇ 5-6 ਚੀਜ਼ਾਂ ਦਾ ਸਪਸ਼ਟੀਕਰਨ ਮੰਗਿਆ ਗਿਆ। ਹੁਣ ਅੱਜ ਜੇ ਤਾਂ ਉਹਨਾਂ ਦਾ ਸਪਸ਼ਟੀਕਰਨ ਹੋਊਗਾ, ਅੱਜ ਉਹ ਚਲੇ ਜਾਣਗੇ ਲਓ ਜੀ ਅਸੀਂ ਆ 6 ਦੇ 6 ਨੁਕਤੇ ਅਦਾਲਤੀ ਨੁਕਤੇ ਨੇ ਉਹ ਕਲੀਅਰ ਕਰ ਦਿੱਤੇ ਆ। ਪਰ ਜੇ ਅਦਾਲਤੀ ਨੁਕਤੇ ਕਲੀਅਰ ਹੀ ਨਹੀਂ ਕੀਤੇ ਫਿਰ ਭਲਕ ਨੂੰ ਰਾਜਪਾਲ ਸਾਹਿਬ ਦੇ ਉੱਤੇ ਦੋਸ਼ ਨਹੀਂ ਲੱਗਣਾ। ਇਹ ਤੇ ਦੇਖੋ ਕਾਰਨ ਇੱਕ ਹੋਰ ਵੀ ਹੈ ਨਾ, ਹੋ ਸਕਦਾ ਵੀ ਚੰਨੀ ਸਾਹਿਬ ਇਹਦੋਂ ਗੱਲ ਨੂੰ ਨਾਰਾਜ਼ ਹੋਣ ਵੀ ਮਹਾਰਾਜ ਅਫਸਰਸ਼ਾਹੀ, ਕਿਉਂਕਿ ਪਹਿਲਾਂ ਕਹਿੰਦੇ ਅਫਸਰਸ਼ਾਹੀ ਦਾ ਪਤਾ ਨਹੀਂ ਲੱਗਦਾ। ਹੁਣ 31 ਤਰੀਕ ਨੂੰ ਜੇ ਅਫਸਰਸ਼ਾਹੀ ਨੂੰ ਪਤਾ ਲੱਗ ਗਿਆ ਸੀ, ਜਿਹੜੇ ਬੰਦੇ ਨੇ ਵੀ ਉੱਤੇ ਰਿਸੀਵਿੰਗ ਪਾਈ ਹੋਊਗੀ ਵੀ ਹਾਂਜੀ ਇਹ ਮਿਲ ਗਈ ਹੈ ਜੀ ਚਿੱਠੀ, ਉਸ ਬੰਦੇ ਨੂੰ ਤਾਂ ਪਤਾ ਹੀ ਸੀਗਾ। ਤੇ ਜੇ ਮੈਂ ਗਲਤ ਨਹੀਂ ਤੇ ਪ੍ਰੈਸ ਕਾਨਫਰੰਸ 100 ਦਿਨਾਂ ਵਾਲੀ 100 ਕੰਮ ਵਾਲੀ ਅਗਲੇ ਦਿਨ ਹੁੰਦੀ ਹੈ।
ਤੇ ਇੱਕ WhatsApp ਹੀ ਕੀਤਾ ਜਾ ਸਕਦਾ ਵੀ ਜਨਾਬ ਉਹ ਗੱਲ ਨਾ ਕਰਿਓ, ਬਾਕੀ ਠੀਕ ਹੈ ਜੀ। ਉਹ ਇੱਕ ਖਾਨਾ ਜਿਹੜਾ ਉੱਤੇ ਟੇਪ ਲਾ ਦਿਓ। ਹਾਂ ਵੀ ਉਹ ਚਿੱਠੀ ਦਾ ਥੋੜਾ ਜਿਹਾ ਹੋ ਗਿਆ ਹਿਸਾਬ ਤਾਂ, ਮਤਲਬ ਉਹ ਜੇ ਇੱਕ ਮੈਸੇਜ ਕੀਤਾ ਹੁੰਦਾ ਤੇ ਨਾ ਚੰਨੀ ਸਾਹਿਬ ਨੂੰ ਧਰਨੇ ਦਾ ਐਲਾਨ ਕਰਨਾ ਪੈਂਦਾ ਤੇ ਨਾ ਫਿਰ ਮਤਲਬ ਉੱਥੇ ਗੈਰ ਹਾਜ਼ਰੀ ਲੱਗਦੀ। ਨਹੀਂ, ਲੋੜ ਹੀ ਨਹੀਂ ਸੀ। ਨਾਲੇ 2 ਹੋਰ ਜਿਹੜੇ ਬਿੱਲ ਆ, ਉਹ 2 ਬਿਜਲੀ ਸਮਝੌਤੇ ਰੱਦ ਕਰਨ ਦੇ, ਉਹ ਵੀ ਰਾਜਪਾਲ ਸਾਹਿਬ ਕੋਲ ਗਏ ਸੀ। ਉਹਨਾਂ ਰਾਸ਼ਟਰਪਤੀ ਸਾਹਿਬ ਨੂੰ ਭੇਜ ਦਿੱਤੇ ਪ੍ਰਵਾਨਗੀ ਦੇ ਲਈ। ਜਾਣੀ ਕਿ ਇੱਕ ਗੱਲ ਤਾਂ ਪੱਕੀ ਆ ਕਿ ਕੋਡ ਆਫ ਕੰਡਕਟ ਲੱਗਣ ਤੱਕ ਤਾਂ ਫਾਈਲਾਂ ਵਾਪਸ ਨਹੀਂ ਪਰਤਣੀਆਂ। ਜਦੋਂ ਤੱਕ ਰਾਸ਼ਟਰਪਤੀ ਸਾਹਿਬ ਦੇ ਦਸਖਤ ਨਹੀਂ ਹੁੰਦੇ, ਸਹਿਮਤੀ ਨਹੀਂ ਮਿਲਦੀ, ਉਨੀ ਦੇਰ ਪੁਰਾਣੀਆਂ ਕੀਮਤਾਂ ਦੇ ਉੱਤੇ ਬਿਜਲੀ ਖਰੀਦਣੀ ਪੈਣੀ ਹੈ। ਜਾਣੀ ਕਿ ਜਿਹੜੇ ਬਿਜਲੀ ਸਮਝੌਤੇ ਰੱਦ ਕਰਨ ਦੀ ਵੀ ਪ੍ਰਕਿਰਿਆ ਸ਼ੁਰੂ ਕੀਤੀ ਸੀ, ਉਹ ਵੀ ਆਜ਼ਾਦ ਵਿਚਾਲੇ ਲਟਕੀ ਹੋਆ। ਹੋ ਸਕਦਾ ਇਹ ਸਾਰੇ ਕੁਛ ਦੇ ਵਿੱਚ ਇੱਕ ਬੰਦਾ ਤੇ BJP ਵਾਲਿਆਂ ਕੋਲ ਵੀ ਹੈ ਨਾ ਇਸ ਵਕਤ, ਕਿਉਂਕਿ 4.5 ਪੌਣੇ 5 ਸਾਲ ਦੀਆਂ ਫਾਈਲਾਂ ਉਹਨਾਂ ਨੂੰ ਸਾਰੀਆਂ ਪਤਾ। ਤੇ ਜਦੋਂ ਇੱਧਰੋਂ ਜਾਂਦੇ ਹੋਏ ਨਾਲ ਹੀ ਮੈਸੇਜ ਤੇ ਫੋਟੋ ਖਿੱਚ ਕੇ ਵੀ ਕੈਪਟਨ ਸਾਹਿਬ ਵੇਖਿਓ ਮਾੜਾ ਜਿਹਾ ਇਹਦੇ ਕੀ ਹਿਸਾਬ ਤਾ, ਉਹ ਨਾਲ ਹੀ ਨੁਕਤਾ ਜਿਹਾ ਵੇਖਦਾ, ਉਹ ਹੋ ਇਹਦੇ ਨਾ ਪੇਜ ਨੰਬਰ 3 ਦੇ ਉੱਪਰ 4ਥੇ ਨੰਬਰ ਲਾਈਨ ਦੇ ਵਿੱਚ ਜਿਹੜੀ ਕੁੰਡੀ ਹੈ ਨਾ, ਇਹ 'ਤੇ ਕੰਮ ਫਸਾ ਕੇ ਤੇ ਦੁਬਾਰਾ ਸਵਾਲ ਪੁੱਛ ਕੇ ਫਿਰ ਤੋੜਦੇ ਹੈ ਨਾ ਜੀ। ਉਹ ਕਰਨਾ ਕੀ, ਕੁਛ ਨਹੀਂ ਕਹਿੰਦੇ। ਇੱਧਰੋਂ ਮੈਂ ਬਿਆਨ ਦੇ ਦੇਣਾ ਵੀ ਅਗਲੇ ਦਿਨ ਇਹ ਫਿਰ ਹੁਣ ਕਰਕੇ ਵਿਖਾਉਣ, ਜਿਹੜੇ ਕਹਿੰਦੇ ਸੀ ਅਸੀਂ ਕਰ ਦੇਣਾ, ਇਹਨਾਂ ਕੋਲੋਂ ਹੁੰਦਾ ਤੇ ਕੁਛ ਨਹੀਂ ਹੈ, ਮੇਰੇ ਤੇ ਦੋਸ਼ ਲਾਏ ਹੀ ਆ। ਨਾਲੇ ਦੇਖੋ ਉਹਨਾਂ ਦੀ ਸਿਆਸਤ ਚਮਕ ਗਈ, ਨਾਲੇ BJP ਸੌਖੀ, ਤੇ ਨਾਲੇ ਇਹਨਾਂ ਦਾ ਪੇਜ ਫਸਿਆ ਰਹੂ। ਨਹੀਂ, ਗੱਲ ਤਾਂ ਠੀਕ ਹੈ, ਪੇਜ ਤਾਂ ਫਸਿਆ ਹੀ ਆ। ਪਰ ਇਹਨਾਂ ਵੀ ਇਹ ਸਾਰੇ ਕੁਝ ਇਹਨਾਂ ਵੀ ਪੰਜਾਬ ਦੇ ਲੋਕ ਸਿਰਫ ਖਬਰ ਸੁਣ ਸਕਦੇ ਤੱਤੀ, ਉਹ ਤੀਰਾ ਪੋਲੋਜੀ ਇਦਾਂ ਹੋ ਗਈ, ਉਹਨਾਂ ਦੇ ਭਲੇ ਵਾਲੀ ਕੋਈ ਗੱਲ ਨਹੀਂ ਹੈਗੀ ਸਾਰੇ ਕੁਝ। ਨਹੀਂ ਹੈ ਹੀ ਨਹੀਂ। ਜੇ ਭਲੇ ਵਾਲੀ ਗੱਲ ਹੁੰਦੀ ਤਾਂ ਕਰੋਨਾ ਯੋਧੇ ਸੜਕਾਂ ਤੇ ਬੈਠੇ ਹੁੰਦੇ। ਸੰਧਾਲੀਆ ਸਾਹਿਬ, ਇੱਕ ਮੈਸੇਜ ਆਇਆ, ਸੁਨੇਹਾ, ਉਹਦੇ ਵਿੱਚ ਉਸ ਗੱਭਰੂ ਨੇ ਲਿਖਿਆ ਕਿ ਮੈਂ ਆਰਥਿਕ ਤੌਰ ਤੇ ਬਹੁਤ ਕਮਜ਼ੋਰ ਹਾਂ, ਮੈਂ ਮਿਹਨਤ ਕੀਤੀ, ਮੈਂ ਪੜ੍ਹਾਈ ਕੀਤੀ, ਮੈਂ ਤਿਆਰੀ ਕੀਤੀ, ਮੈਂ 3000 ਰੁਪਈਆ ਤਹਿਸੀਲਦਾਰ ਦੀ ਪੋਸਟ ਦੇ ਲਈ ਭਰਿਆ, ਮੈਂ 3000 ਇਹਦੇ ਲਈ ਭਰਿਆ। ਉਹਨੇ 7 ਪੇਪਰ ਗਣਾਏ ਜਿਹੜੇ ਕਿ ਨੌਕਰੀ ਦੇ ਲਈ ਸੀ। ਥੱਲੇ ਉਹਨੇ ਜੋੜ ਲਿਖਿਆ 12000 ਕੁਛ ਰੁਪਈਏ, ਕਿ ਮੈਂ ਪਿਛਲੇ 1 ਸਾਲ ਦੇ ਵਿੱਚ ਸਰਕਾਰ ਦੇ ਖਾਤੇ 'ਚ 12000 ਤੇ ਕੁਛ ਰੁਪਈਏ ਜਮ੍ਹਾਂ ਕਰਾਤੇ ਆ। ਕੁਆਲੀਫਿਕੇਸ਼ਨ ਪੂਰੀ ਹੈ। ਜੇ ਪੇਪਰ ਲਿਆ ਸਰਕਾਰ ਨੇ ਤਾਂ ਮੈਂ ਉਹ ਵੀ ਪਾਸ ਕੀਤਾ ਹੈ, ਜੇ ਫਿਜ਼ੀਕਲ ਐਗਜ਼ਾਮ ਲਿਆ ਮੈਂ ਉਹ ਵੀ ਪਾਸ ਕੀਤਾ ਹੈ। ਕੋਈ ਕਹਿੰਦਾ ਭਰਤੀ ਰੱਦ ਹੋ ਗਈ ਹੈ ਕੁਛ ਪੇਪਰਾਂ ਦੀ, ਕੁਛ ਪੇਪਰਾਂ ਦੇ ਰਿਜ਼ਲਟ ਨਹੀਂ ਆਏ, ਕੁਛ ਪੇਪਰਾਂ ਦੇ ਰਿਜ਼ਲਟ ਆ ਗਿਆ ਤਾਂ ਉਹਨਾਂ ਦੀ ਕਾਉਂਸਲਿੰਗ ਨਹੀਂ ਹੋਈ, ਤੇ ਕੁਛ ਪੇਪਰ ਲੈ ਲਏ ਉਹਨਾਂ ਦੇ ਅਜੇ ਆਨਸਰ ਕੀ ਤੱਕ ਨਹੀਂ ਪਾਈ, ਸਾਨੂੰ ਪਤਾ ਲੱਗ ਜਾਵੇ ਵੀ ਅਸੀਂ ਕੀ ਗਲਤ ਕੀਤਾ ਤੇ ਕੀ ਠੀਕ ਕੀਤਾ। ਜਾਣੀ ਕਿ ਇਸ ਲਈ ਸਾਰਿਆਂ ਦੇ ਕੋਲ ਇਹ ਗੱਲ ਤਾਂ ਹੈਗੀ ਆ ਕਿ ਫਲਾਨਾ ਲੀਡਰ ਮਾੜਾ, ਆ ਨਹੀਂ ਮਾੜਾ। ਸਿੱਧੂ ਸਾਹਿਬ ਨੇ ਸਕੂਟੀ ਦੇ ਦਿੱਤੀ, ਆਮ ਆਦਮੀ ਪਾਰਟੀ ਨੇ 1000 ਰੁਪਈਏ ਦਾ ਐਲਾਨ ਕਰਤਾ, ਸੁਖਬੀਰ ਸਿੰਘ ਬਾਦਲ ਸਾਹਿਬ ਨੇ 2000 ਦਾ ਐਲਾਨ ਕਰਤਾ। ਮੈਂ ਕਹਿੰਦਾ ਕਿ 2 ਦਿਨ ਇਹ ਪੰਜਾਬ ਦੇ ਲੋਕਾਂ ਨੂੰ ਦੇ ਦੇਣ ਸਾਰੀਆਂ ਪਾਰਟੀਆਂ ਵਾਲੇ, ਕਿ ਅੱਜ ਅਸੀਂ ਬੇਰੁਜ਼ਗਾਰਾਂ ਦੇ ਕੋਲ, ਕੱਚੇ ਕਾਮਿਆਂ ਦੇ ਕੋਲ ਜਾ ਕੇ ਉੱਥੇ ਬਹਿਣਾ ਹੀ ਕਿ ਭਾਈ ਤੁਹਾਡਾ ਹੱਕ ਬਣਦਾ, ਤੁਹਾਡੇ ਕੋਲ ਆਏ ਆ। ਰੈਲੀਆਂ ਰੋਜ਼ ਕਰੀ ਜਾਂਦੇ, ਉਹਨਾਂ ਦੇ ਕੋਲ ਜਾਂਦਾ ਕੋਈ ਨਹੀਂ। ਉਹਨਾਂ ਨੂੰ ਪਤਾ ਨਾ ਜਾ ਕੇ ਕਰਾਂਗੇ ਕੀ, ਕਿਉਂਕਿ ਜੇ ਗਏ ਅਗਲਿਆਂ ਪੁੱਛਣਾ ਸਵਾਲ ਵੀ ਹਾਂਜੀ ਮਹਾਰਾਜ ਕੀਤਾ ਸਾਡਾ ਕੁਛ, ਤੇ ਫਿਰ ਜਵਾਬ ਦੇ ਨਾਂ ਦੇ ਉੱਪਰ ਤੇ 3-4 ਚੀਜ਼ਾਂ ਹੀ ਆ ਨਾ, ਵੀ ਇੱਕ ਕੇਸ ਉੱਥੇ ਹਾਈ ਕੋਰਟ 'ਚ ਹੈ ਜੀ, ਇੱਕ ਸੁਪਰੀਮ ਕੋਰਟ 'ਚ ਹੈ ਜੀ, ਇੱਕ ਦਾ ਅਸੀਂ ਉੱਧਰੋਂ ਨੋਟਿਸ ਕੱਢਿਆ ਜੀ, ਉਹ ਥੋੜ੍ਹੀ ਜਿਹੀ ਤਰੀਕ ਪੈ ਗਈ ਆ, ਇੱਕ ਅਸੀਂ ਫਾਈਲ ਅਜੇ ਬਣਾ ਰਹੇ ਹਾਂ, ਇੱਕ ਸਾਡੀ ਫਾਈਲ ਰਾਜਪਾਲ ਕੋਲ ਆ। ਤੇ ਜਦੋਂ ਇੰਨੀਆਂ ਕੁ ਗੱਲਾਂ ਹੋਈਆਂ, ਉਹ ਜਿਹੜੇ ਵਿਚਾਰੇ ਮਹੀਨਿਆਂ ਬੱਧੀ ਬੈਠੇ ਉਹਨਾਂ ਨੇ ਸੁਣਨੀਆਂ ਥੋੜ੍ਹਾ, ਫਿਰ ਤੇ ਮੁਰਦਾਬਾਦ ਹੀ ਹੋਣੀ ਹੈ। ਗੱਲ ਤਾਂ ਤੇ ਮੁਰਦਾਬਾਦ ਉਧਰੋਂ ਹੋਣੀ ਘੱਟ ਆ, ਨਾਲ ਹੀ ਡਾਂਗ ਸੋਟਾ ਚੱਲ ਪੈਣਾ, ਤੇ ਫਿਰ ਆਪਣੇ ਵਾਲੇ ਭਾਈਚਾਰੇ ਨੇ ਫੋਟੋਆਂ ਲਾ ਲੈਣੀਆਂ। ਸੋ ਨੈਗੇਟਿਵ ਪਬਲਿਸਿਟੀ ਤੋਂ ਵੀ ਤਾਂ ਬਚਣ ਦਾ ਤਰੀਕਾ ਨਾ ਕਿ ਵੀ ਚੁੱਪ ਹੀ ਕਰ ਜਾਓ। ਉਹ ਕਹਿੰਦੇ ਵੀ ਇੱਕ ਚੁੱਪ ਲੀਡਰਾਂ ਦੇ ਹਿਸਾਬ ਨਾਲ ਤੇ 1000 ਮੇਰੇ ਖਿਆਲ ਨਾਲ ਸੁੱਖ ਹੁੰਦਾ, ਆਪਣੇ ਤਾਂ ਆਮ ਬੰਦੇ ਦਾ 100 ਹੀ ਹੁੰਦਾ ਨਾ, ਇੱਕ ਚੁੱਪ 100 ਜੀ, ਉਹਨਾਂ ਦਾ 1000-1500। ਨਹੀਂ ਇੱਦਾਂ ਹੀ ਆ। ਤੁਸੀਂ ਦੇਖੋ ਕਮਾਲ ਦੀ ਗੱਲ ਲੀਡਰ ਸਾਹਿਬ, ਗੱਲ ਪਤਾ ਕੀ ਹੈ, ਜਿਹੜੇ ਤੁਹਾਡੇ ਵਾਲੇ ਬੰਦੇ ਬੜੇ ਕਮਾਲ ਦੇ ਆ। ਮੈਨੂੰ ਕਿ ਕਈ ਦਿਨ ਹੋ ਗਏ, ਮੈਂ ਕਿਹਾ ਨਵੇਂ ਸਾਲ 'ਚ ਬਣਾਏ ਨਹੀਂ ਨਾ, ਇੱਕ ਨਾ 2022 'ਚ ਇੱਕ ਨਾ ਫਿਰ। ਹਾਂਜੀ, ਤੁਸੀਂ ਇਹ ਦੇਖੋ ਕਿ ਨਿਆਣੇ ਟੈਂਕੀਆਂ 'ਤੇ ਬੈਠੇ ਆ, ਧਰਨੇ ਲੱਗੇ ਆ। ਸਾਡੀਆਂ ਸਿਆਸੀ ਪਾਰਟੀਆਂ ਦੀ ਤਰਜੀਹ ਕੀ ਹੈ? ਅਕਾਲੀ ਦਲ ਵਾਲਿਆਂ ਨੇ ਫੋਟੋ ਪਾਤੀਆਂ ਸੀ ਕਿ ਮਜੀਠੀਆ ਸਾਹਿਬ ਆਏ ਸੀ, ਦਰਬਾਰ ਸਾਹਿਬ ਮੱਥਾ ਟੇਕ ਕੇ ਗਏ ਆ। ਗੱਲ ਕਿਹੜੀ ਹੈ? ਯੂਥ ਅਕਾਲੀ ਦਲ ਦੇ ਪ੍ਰਧਾਨ ਸਾਹਿਬ ਕਹਿੰਦੇ ਹਲਕੇ 'ਚ ਹੀ ਆ। ਵਿਰਸਾ ਸਿੰਘ ਬਲਟੋਆ ਸਾਹਿਬ ਕਹਿੰਦੇ ਉਹੀ ਸਨ। ਥੋੜ੍ਹੇ ਘੰਟੇ ਪਹਿਲਾਂ ਤਾਂ ਗੱਲ ਹੈ। ਜਾਣੀ ਕਿ ਅਕਾਲੀ ਦਲ ਨੂੰ ਲੱਗਦਾ ਕਿ ਸਭ ਤੋਂ ਵੱਡਾ ਮਸਲਾ ਇਹ ਹੈ ਕਿ ਅਸੀਂ ਸਾਬਤ ਕਰ ਦਈਏ ਕਿ ਮਜੀਠੀਆ ਸਾਹਿਬ ਇੱਥੇ ਹੀ ਨਹੀਂ। ਠੀਕ ਹੈ। ਸਰਕਾਰ ਵਾਲੇ ਪਾਸਿਓਂ ਸੁਖਜਿੰਦਰ ਸਿੰਘ ਰੰਧਾਵਾ ਸਾਹਿਬ ਕਹਿੰਦੇ ਉਹ ਇੱਥੇ ਨਹੀਂ ਹੈਗੇ, ਪੰਜਾਬ ਤੋਂ ਬਾਹਰ ਨੇ, ਇੱਥੇ ਹੁੰਦੇ ਝੱਟ ਫੜ ਲੈਣੇ ਸੀ। ਡਾਕਟਰ ਨਵਜੋਤ ਕੌਰ ਸਿੱਧੂ ਹੋਰੀ ਕਹਿੰਦੇ ਇਦਾਂ ਦੀ ਥੋੜ੍ਹੀ ਗੱਲ ਹੈ, ਤੁਸੀਂ ਸਾਨੂੰ ਦੱਸੋ ਕਿੱਥੇ ਆ, ਮੈਂ ਨਾਲ ਜਾ ਕੇ ਫੜਵਾਨੀ ਆ। ਅੱਛਾ, ਹਾਂ। ਆਮ ਆਦਮੀ ਪਾਰਟੀ ਵਾਲੇ ਕਹਿੰਦੇ ਰਲੇ ਹੋਏ ਨੇ, ਪਹਿਲਾਂ ਕੈਪਟਨ ਸਾਹਿਬ ਤੇ ਅਕਾਲੀ ਰਲੇ ਸੀ, ਹੁਣ ਚੰਨੀ ਸਾਹਿਬ ਤੇ ਜਿਹੜੇ ਅਕਾਲੀ ਰਲੇ ਆ, ਬਾਕੀ ਸਾਰੇ ਰਲੇ ਆ। ਜਾਣੀ ਕਿ ਮੈਨੂੰ ਇਹ ਨਹੀਂ ਸਮਝ ਆਉਂਦੀ ਹੁੰਦੀ ਕਿ ਕੀ ਪੰਜਾਬ ਦੇ ਵਿੱਚ ਜਦੋਂ ਵਿਧਾਨ ਸਭਾ ਦੀਆਂ ਚੋਣਾਂ ਸਿਰ 'ਤੇ ਨੇ, ਕੋਡ ਆਫ ਕੰਡਕਟ ਲੱਗਣ ਵਾਲਾ, ਤੇ ਸਾਰੀਆਂ ਧਿਰਾਂ ਦੇ ਕੋਲੇ ਮਜੀਠੀਆ ਸਾਹਿਬ ਦੀ FIR ਇਕੱਲੀ ਮੁੱਦਾ। ਮੰਨ ਲਓ ਜੇ ਭਲਕੇ ਫੜੇ ਜਾਂਦੇ ਆ ਜਾਂ ਭਲਕੇ ਜ਼ਮਾਨਤ ਹੋ ਜਾਂਦੀ ਆ, ਤਾਂ ਕੀ ਪੰਜਾਬ 'ਚ ਨਸ਼ਿਆਂ ਦਾ ਮੁੱਦਾ ਹੱਲ ਹੋ ਗਿਆ?
ਸੱਚ ਜਾਂ ਝੂਠ ਦਾ ਪਤਾ ਲੱਗ ਗਿਆ। ਹਾਂ, ਉਹ ਨਿਆਣਿਆਂ ਦਾ ਮੁੱਦਾ ਨਹੀਂ ਹੱਲ ਹੋਣਾ ਜੇ 4 ਦਿਨ ਹੋਰ ਰਹਿ ਗਏ। ਜੇ ਪੰਜਾਬ ਦੀਆਂ ਸਾਰੀਆਂ ਮੁੱਖ ਪਾਰਟੀਆਂ ਜੇ ਉਹਨਾਂ ਦਾ ਜ਼ੋਰ ਇਸੇ ਗੱਲ ਦੇ ਉੱਤੇ ਲੱਗਿਆ ਹੋਇਆ ਕਿ ਅਸੀਂ ਮਜੀਠੀਆ ਸਾਹਿਬ ਦੇ ਮੁੱਦੇ ਦੇ ਉੱਤੇ ਆਪਣੇ ਆਪ ਨੂੰ ਕਲੀਅਰ ਕਰ ਲਈਏ, ਫਿਰ ਤਾਂ ਪੰਜਾਬ ਦੇ ਲੋਕਾਂ ਦਾ ਬੇੜਾ ਬੰਨ੍ਹਿਆ ਹੋ ਗਿਆ। ਬੇੜਾ ਬੰਨੇ ਦਾ ਤਾਂ ਲੱਗੂ ਜੇ ਨਾ ਬੇੜਾ ਚੱਲੂ, ਉਹਦੇ ਬੇੜਾ ਠੇਲਣ ਤੋਂ ਪਹਿਲਾਂ ਹੀ ਬੇੜਾ ਭਾਇਆ ਪਿਆ ਉਹਨਾਂ ਹੁਣ ਦੇਖੋ, ਜੇ ਤੁਸੀਂ ਰੰਧਾਵਾ ਸਾਹਿਬ ਦੀ ਗੱਲ ਛੇੜੀ ਤੇ ਰੰਧਾਵਾ ਸਾਹਿਬ ਕਿਤੇ ਇੱਥੇ ਥੋੜਾ ਰਹੇ। ਇੱਕ ਤਾਂ ਮਜੀਠੀਆ ਸਾਹਿਬ ਵਾਲੀ ਗੱਲ ਉਹਨਾਂ ਨੇ ਕਲੀਅਰ ਕਰਤੀ, ਉਹ ਕਹਿੰਦੇ ਵੀ ਇੱਥੇ ਹੀ ਆ, ਮੈਨੂੰ ਪਤਾ ਸਾਰਾ ਕੁਝ। ਉਹਦੇ ਇੱਥੇ ਮਤਲਬ ਵੀ ਪੰਜਾਬ 'ਚ ਹੈ ਨਹੀਂ, ਵੀ ਸਾਡੇ ਕੋਲੇ ਸਾਰਾ ਕੁਝ ਹੈਗਾ, ਤੁਸੀਂ ਦੇਖੋ ਹੀ ਕਰਦੇ ਕੀ ਆ। ਦੂਜੀ ਗੱਲ, ਉਹਨਾਂ ਨੇ ਜਿਹੜੀ ਚਿੱਠੀ ਲਿਖੀ ਹੈ ਕਾਰਜਕਾਰੀ ਜਥੇਦਾਰ ਸਾਹਿਬ ਨੂੰ, ਲੰਮੀ ਚੌੜੀ ਚਿੱਠੀ, ਪਹਿਲਾਂ ਤਾਂ ਉਹਨਾਂ ਨੇ ਤਾਰੀਫ ਕੀਤੀ, ਕਹਿੰਦੇ ਜੀ ਬਹੁਤ ਵਧੀਆ ਗੱਲ ਹੈ ਜਥੇਦਾਰ ਸਾਹਿਬ, ਮਤਲਬ ਵਧੀਆ ਗੱਲ ਹੈ ਜੀ, ਪੰਥ ਦੀ ਗੱਲ ਤੁਸੀਂ ਕਰਦੇ ਹੋ। ਫਿਰ ਕਹਿੰਦੇ ਇਤਰਾਜ਼ ਆ ਥੋੜ੍ਹੇ ਜਿਹੇ ਮੈਨੂੰ। ਫਿਰ ਇਤਰਾਜ਼ਾਂ ਦੇ ਵਿੱਚ ਜਦੋਂ ਆਏ ਨੇ, ਉਹ ਕਹਿੰਦੇ ਵੀ ਜਿਸ ਹਿਸਾਬ ਨਾਲ ਤੁਸੀਂ ਉੱਥੇ ਗੱਲਾਂ ਕੀਤੀਆਂ, ਉਹਦੇ 'ਚੋਂ ਤੁਹਾਡੇ ਭਾਸ਼ਣ ਦੇ ਕੁਝ ਹਿੱਸਿਆਂ ਨੂੰ ਮੈਨੂੰ ਥੋੜ੍ਹਾ ਜਿਹਾ ਸਪਸ਼ਟੀਕਰਨ ਚਾਹੀਦਾ, ਜਿਹਦੇ 'ਚ ਖਾਸ ਕਰਕੇ ਉਹਨਾਂ ਨੇ ਜਿਹੜਾ ਇਹ ਕਿਹਾ ਕਿ ਵੀ ਜਦੋਂ ਤੁਸੀਂ ਕਹਿੰਦੇ ਪੰਥ ਦੀ ਗੱਲ ਕਰਦੇ ਹੋ, ਅਤੇ ਪੰਥ ਦੇ ਵਿੱਚ ਜਥੇਦਾਰ ਸਾਹਿਬ ਇਕੱਲਾ ਸ਼੍ਰੋਮਣੀ ਅਕਾਲੀ ਦਲ ਹੀ ਆ ਗਿਆ, ਇਕੱਲਾ ਬਾਦਲੂ ਪਰਿਵਾਰ ਹੀ ਆ ਗਿਆ, ਬਾਕੀ ਪੰਥ ਕਿੱਧਰ ਚਲੇ ਗਿਆ ਜੀ। ਫਿਰ ਨਾਲੇ ਉਹ ਕਹਿੰਦੇ ਵੀ ਜਿਹੜੇ ਬੰਦੇ ਤੁਹਾਡੇ ਲਾਗੇ ਬੈਠੇ ਸੀ, ਤੁਸੀਂ ਬਾਕੀਆਂ ਨੂੰ ਤਾਂ ਬੇਨਤੀ ਕਰਦੇ ਰਹੇ, ਉਹਨਾਂ ਦਾ ਹੁਸ਼ਿਆਰਪੁਰ ਕੇਸ ਚੱਲਦਾ ਸੰਵਿਧਾਨ ਵਾਲਾ, ਉਹਦਾ ਪਤਾ ਹੀ ਕਰ ਲਓ ਵੀ ਉਹ ਪੰਥ ਦੇ ਨਾਲ ਹੈਗੇ ਵੀ ਹੈ ਕਿ ਨਹੀਂ ਹੈਗੇ, ਪਤਾ ਕਰ ਲਓ। ਦੂਜਾ ਕਹਿੰਦੇ ਇੱਕ ਉਹ ਚਿੱਠੀ ਸੀਗੀ ਮਹਾਰਾਜ ਉੱਥੇ ਆਈ, ਉਹ ਵੀ ਇੱਥੇ ਅਕਾਲ ਤਖਤ ਸਾਹਿਬ 'ਤੇ ਪਹੁੰਚੀ ਸੀ, ਉਹ ਕਿੱਥੋਂ ਤੁਰੀ, ਕਿਹਨੇ ਪਹੁੰਚਾਈ, ਕਿਹਨੇ ਕਿਹਨੂੰ ਮਾਫੀ ਦਿੱਤੀ, ਉਹ ਬੰਦੇ ਆਏ ਸੀ, ਪੁੱਛ ਹੀ ਲੈਂਦੇ ਉਹਨਾਂ ਨੂੰ। ਦੇਖੋ ਸੰਧਾਲੀਆ ਸਾਹਿਬ, ਰੋਸ ਦਿਵਸ ਮਨਾਇਆ ਸੀ ਨਾ ਸ਼੍ਰੀ ਹਰਿਮੰਦਰ ਸਾਹਿਬ ਕੰਪਲੈਕਸ ਦੇ ਵਿੱਚ, ਸ਼੍ਰੋਮਣੀ ਅਕਾਲੀ ਦਲ ਨੇ ਤੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਦੀ ਹਾਜ਼ਰੀ 'ਚ। ਔਰ ਉਹ ਪੰਥਕ ਇਕੱਠ ਸੀ। ਹਾਂ, ਪੰਥਕ ਇਕੱਠ ਸੀ, ਤੇ ਪਰ ਉਹਦੇ ਵਿੱਚ ਅਕਾਲੀ ਦਲ ਬਾਦਲ ਦਾ ਹੀ ਬੋਲਬਾਲਾ ਸੀ ਸਾਰਾ ਹੀ। ਉਹਦੇ ਵਿੱਚ ਜਦੋਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਸਾਹਿਬ ਨੇ ਇਹ ਕਹਿਤਾ ਕਿ ਤਕੜੇ ਕਰੋ, ਅਕਾਲੀ ਦਲ ਨੂੰ ਤਕੜਿਆਂ ਕਰੋ, ਵਿਧਾਨ ਸਭਾ ਦੀ ਚੋਣ ਕੋਲ ਹੈ, ਇੱਕ ਧਿਰ ਨੂੰ ਤਕੜਿਆਂ ਕਰਨ ਦੀ ਗੱਲ ਸੀ, ਤਾਂ ਇਤਰਾਜ਼ ਆ ਗਿਆ। ਤੇ ਇਤਰਾਜ਼ ਵੀ ਸੁਖਜਿੰਦਰ ਸਿੰਘ ਰੰਧਾਵਾ ਹੋਰਾਂ ਨੇ ਖੁੱਲੀ ਚਿੱਠੀ ਲਿਖ ਕੇ ਕੀਤਾ, ਯਾਨੀ ਚਿੱਠੀ ਉਹ ਪਬਲਿਕ ਨੂੰ ਵੀ ਜਾਰੀ ਕੀਤੀ ਕਿ ਆਹ ਇਤਰਾਜ਼ ਹੈ। ਉਹਦੇ ਉੱਤੇ ਉਹਨਾਂ ਨੇ ਇੱਕ ਮੰਗ ਕੀਤੀ ਕਿ ਪੰਥ ਚੋਂ ਛੇਕੋ ਬਾਦਲ ਸਾਹਿਬ ਨੂੰ, ਬੜੇ ਛੋਟੇ ਬਾਦਲ ਸਾਹਿਬ ਨੂੰ, ਕਿ ਪੰਥ ਚੋਂ ਕਿਉਂ ਛੇਕੋ, ਫਿਰ ਉਹਦੇ ਤਰੀਕੇ ਦੱਸੇ। ਫਿਰ ਉਹਨੇ ਕਿਹਾ ਕਿ ਤੁਸੀਂ ਕਹਿ ਦਿੱਤਾ ਕਿ ਇਹਨਾਂ ਨੂੰ ਤਕੜਿਆਂ ਕਰੋ, ਯਾਨੀ ਇਹ ਇਤਰਾਜ਼ ਪ੍ਰਗਟ ਕੀਤਾ। ਉਹ ਕਹਿੰਦੇ 1996 ਦੇ ਮੋਗੇ 'ਚ ਇਕੱਠ ਹੋਇਆ ਸੀ, ਤੁਸੀਂ ਉਸ ਇਕੱਠ ਦੀ ਫੁਟੇਜ ਦੇਖ ਲਓ, ਉਦੋਂ ਹੀ ਅਕਾਲੀ ਦਲ ਨੇ ਤਾਂ ਕਹਿਤਾ ਸੀ ਕਿ ਭਾਈ ਅਸੀਂ ਪੰਥਕ ਨਹੀਂ ਹੈਗੇ, ਅਸੀਂ ਪੰਜਾਬੀਅਤ ਵਾਲੇ ਹਾਂ, ਤੇ ਤੁਸੀਂ ਇਹਨਾਂ ਨੂੰ ਅਜੇ ਵੀ ਕਹਿੰਦੇ ਹੋ ਕਿ ਪੰਥ ਦੀ ਨੁਮਾਇੰਦਾ ਜਮਾਤ ਹੀ ਇਹ। ਉਹ ਕਹਿੰਦੇ ਬਹੁਤ ਵਧੀਆ ਕੀਤਾ, ਤੁਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਤਕੜਿਆਂ ਕਰਨ ਦੀ ਗੱਲ ਕੀਤੀ, ਤੁਸੀਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਲਈ ਬੋਲੇ, ਕਮਾਲ ਦੀ ਗੱਲ ਹੈ, ਹੋਣਾ ਚਾਹੀਦਾ ਇੱਦਾਂ ਦਾ ਜਜ਼ਬਾ ਤਾਂ ਲੋੜੀਂਦਾ। ਪਰ ਨਾਲ ਕਹਿੰਦੇ ਜਿਹੜਾ ਤੁਸੀਂ ਅਕਾਲੀ ਦਲ ਬਾਦਲ ਨੂੰ ਤਕੜਿਆਂ ਕਰਨ ਦੀ ਗੱਲ ਕਰਤੀ, ਇਹ ਗਲਤ ਹੈ। ਫਿਰ ਦੂਸਰੀ ਗੱਲ, ਕਿਉਂਕਿ ਹੁਸ਼ਿਆਰਪੁਰ ਵਾਲੀ ਗੱਲ ਜਿਹੜੀ ਹੈ, ਬਹੁਤ ਸਾਰੇ ਸੱਜਣਾਂ ਨੂੰ ਤਾਂ ਪਤਾ ਹੈ ਕਿ ਬਲਵੰਤ ਸਿੰਘ ਖੇੜਾ ਹੋਰਾਂ ਨੇ ਜਿਹੜਾ ਕੇਸ ਪਾਇਆ ਕਿ ਭਾਈ ਅਕਾਲੀ ਦਲ ਦੇ ਕੋਲੇ 2 ਸੰਵਿਧਾਨ ਨੇ, ਇੱਕ ਪੰਥਕ ਪਾਰਟੀ ਵਾਲਾ ਤੇ ਇੱਕ ਸਿਆਸੀ ਪਾਰਟੀ ਵਾਲਾ। ਹੁਣ ਉਹਨਾਂ ਨੇ ਕਹਿਤਾ ਕਿ ਪੰਥਕ ਨੇ ਕਿ ਅਪੰਥਕ ਨੇ ਅਕਾਲੀ ਦਲ ਵਾਲੇ, ਮਾੜਾ ਜੇ ਇਹਨਾਂ ਨੂੰ ਹੁਕਮ ਕਰੋ ਕਿ ਭਾਈ ਹੁਸ਼ਿਆਰਪੁਰ ਵਾਲੀ ਅਦਾਲਤ ਦੇ ਵਿੱਚ ਪੇਸ਼ ਹੋਣ, ਜਿੱਥੋਂ ਕਈ ਵਾਰੀ ਵਾਰੰਟ ਜਾਰੀ ਹੋ ਗਿਆ। ਹੁਣ ਜਦੋਂ ਸਿੱਧੀ ਚਿੱਠੀ ਲਿਖ ਦਿੱਤੀ, ਇਹਦੇ ਨਾਲ ਕਾਂਗਰਸੀਆਂ ਨੂੰ ਕੋਈ ਫਰਕ ਪਵੇ, ਅਕਾਲੀ ਦਲ ਬਾਦਲ ਵਾਲਿਆਂ ਨੂੰ ਪਵੇ ਨਾ ਪਵੇ, ਬਾਦਲ ਪਰਿਵਾਰ ਨੂੰ ਕੋਈ ਫਰਕ ਪਵੇ ਨਾ ਪਵੇ, ਸ਼੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਨੂੰ ਫਰਕ ਪਊਗਾ। ਕਿਉਂਕਿ ਜਦੋਂ ਸੂਬੇ ਦੇ ਉਪ ਮੁੱਖ ਮੰਤਰੀ ਨੇ ਚਿੱਠੀ ਲਿਖੀ ਹੈ, ਤਕਰੀਰ ਸਾਹਮਣੇ ਹੈ, ਵੀਡੀਓ ਦੇ ਵਿੱਚ ਹੈ, ਤੇ ਰੰਧਾਵਾ ਸਾਹਿਬ ਦੀ ਚਿੱਠੀ ਵੀ ਜਨਤਕ ਹੈ, ਲੀਡਰਾਂ ਨੂੰ ਥੋੜ੍ਹੀ ਕੋਈ ਫਰਕ ਪੈਂਦਾ ਹੁੰਦਾ। ਮੰਨ ਲਓ ਜੇ ਰੰਧਾਵਾ ਸਾਹਿਬ ਨੇ 4 ਅੱਖਰ ਗਲਤ ਲਿਖਤੇ ਹੋਣ, ਕੀ ਫਰਕ ਪਊਗਾ? ਜੇ ਅਕਾਲੀ ਦਲ ਦੇ ਕਿਸੇ ਲੀਡਰ ਨੇ 4 ਅੱਖਰ ਇੱਧਰ ਉੱਧਰ ਬੋਲਤੇ ਹੋਣ, ਕੀ ਫਰਕ ਪਊ? ਪਰ ਸ਼੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਦੇ ਮਾਣਮੱਤੇ ਅਹੁਦੇ ਤੇ ਬਿਰਾਜਮਾਨ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਦੀ ਸ਼ਖਸੀਅਤ ਨੂੰ ਫਰਕ ਜ਼ਰੂਰ ਪਊਗਾ, ਜੇ ਲੋਕਾਂ ਨੂੰ ਲੱਗਿਆ ਕਿ ਭਾਈ ਆਹ ਗੱਲ ਸ਼ਾਇਦ ਨਹੀਂ ਸੀ ਕਹਿਣੀ ਚਾਹੀਦੀ। ਜੀ ਇਹ ਤਾਂ ਹੁਣ ਟਾਈਮ ਦੱਸੂਗਾ ਨਾ ਵੀ ਪੈਂਦਾ ਕਿ ਨਹੀਂ ਪੈਂਦਾ। ਪਰ ਕਾਰਨ ਇਹ ਨਾ, ਦੇਖੋ ਭਾਵੇਂ ਸਿਆਸਤ ਕਹਿ ਲਓ ਜਾਂ ਸਿਆਸਤ ਦੇ ਨਾਲ ਹੋਰ ਚੀਜ਼ਾਂ ਨੂੰ ਗੱਲ ਕਰ ਲਓ, ਜਿੱਥੇ ਕਿਤੇ ਵੀ ਪੇਜ ਜਿਹਾ ਫਸੇ ਨਾ, ਜਿੱਥੇ ਵੀ ਲੱਗੇ ਵੀ ਹਾਂ ਜੀ ਥੋੜ੍ਹਾ ਜਿਹਾ ਵਧੇਰੇ ਖਾਧਾ ਗਿਆ ਜੀ, ਹਾਜਮੂਲੇ ਦੀ ਗੋਲੀ ਹੁੰਦੀ ਇੱਕ, ਉਸੇ ਤਰ੍ਹਾਂ ਦੀ ਇੱਕ ਚੀਜ਼ ਹੁੰਦੀ। ਉਹ ਕਹਿੰਦੇ ਵੀ ਅੱਛਾ ਜੀ ਇੱਥੇ ਆ ਪੇਜ ਫਸ ਗਿਆ, ਹੁਣ ਇੱਥੇ ਤੁਸੀਂ ਕੀ ਕਹਿੰਦੇ ਹੋ ਜੀ? ਕਹਿੰਦੇ ਕੁਛ ਨਹੀਂ, ਇੱਥੇ ਕਮੇਟੀ ਬਣਾ ਦਿਆਂਗੇ, ਉਹ ਫਿਰ ਜਾਂਚ ਕਰ ਲੂਗੀ, ਫਿਰ ਆਪਾਂ ਜਵਾਬ ਦੇ ਦੇਵਾਂਗੇ, ਅੱਗੇ ਤੁਰ ਪਾਂਗੇ। ਹਾਂ, ਕਮੇਟੀ ਮਤਲਬ ਇੱਕ ਤਰ੍ਹਾਂ ਦਾ ਹਾਜਮੂਲਾ ਹੀ ਹੈ, ਥੋੜ੍ਹਾ ਠੀਕ ਹੈ, ਹੁਣ ਸੈੱਟ ਹੈਗਾ, ਟਾਈਮ ਲੱਗਦਾ ਹੀ, ਆਹ ਕਹਿੰਦਾ ਡਕਾਰ ਆ ਜਾਂਦਾ, ਉਹਦੇ ਨਾਲ ਥੋੜ੍ਹਾ ਜਿਹਾ ਪੇਟ ਦੀ ਗੈਸ ਗੂਸ ਠੀਕ ਹੋ ਜਾਂਦੀ। ਕਈ ਵਾਰੀ ਨੇ ਉੱਦਾਂ ਹੀ ਬੰਦੇ ਨੂੰ ਚੇਤਾ ਭੁੱਲ ਜਾਂਦਾ ਕਿ ਕੋਈ ਤਕਲੀਫ ਸੀਗੀ ਨਾ, ਪੇਨ ਕਿਲਰ ਦਾ ਕੰਮ ਕਰਦੀ ਕਮੇਟੀ। ਬਾਕੀ ਸੰਧਾਲੀਆ ਸਾਹਿਬ, ਆਮ ਆਦਮੀ ਪਾਰਟੀ ਨੇ ਟਿਟਕਾਂ ਫੇਰ ਵੰਡੀਆਂ। ਦੇਖੋ ਜੀ, ਉਹ ਜਿਸ ਹਿਸਾਬ ਨਾਲ ਲੱਗੇ ਜਾਂਦੇ, ਮੈਨੂੰ ਲੱਗਦਾ ਉਹਨਾਂ ਨੇ 117 ਤੋਂ ਟੱਪ ਹੀ ਨਾ ਜਾਣਗੇ, ਤੇ ਹੁਣ ਤਾਂ 16 ਹੀ ਰਹਿ ਗਈਆਂ। ਉਹ ਥੋੜੀ ਬ੍ਰੇਕ ਲਵਾਓ ਉਹਨਾਂ ਦੀ। 16 ਦੇ ਵਿੱਚੋਂ ਇੱਕ ਭਗਵੰਤ ਮਾਨ ਦੀ ਆ, ਉਹ ਕਿਹੜੀ ਆ ਸਾਨੂੰ ਨਹੀਂ ਪਤਾ,
ਜਾਣੀ ਅਜੇ ਤੱਕ ਉਹਨਾਂ ਨੇ ਭਗਵੰਤ ਮਾਨ ਸਾਹਿਬ ਨੂੰ ਕੈਂਡੀਡੇਟ ਐਲਾਨਿਆ ਨਹੀਂ। ਪਿਛਲੀ ਵਾਰੀ ਸਭ ਤੋਂ ਪਹਿਲਾਂ ਐਲਾਨ ਦਿੱਤੇ ਕਿ ਭਾਈ ਭਗਵੰਤ ਹੋਣੀ ਕਹਿੰਦੇ ਮੈਂ ਲੜੂੰ ਜਿੱਥੋਂ ਸੁਖਬੀਰ ਸਿੰਘ ਬਾਦਲ ਚੋਣ ਲੜਨਗੇ। ਅਜੇ ਤੱਕ ਐਲਾਨ ਨਹੀਂ ਕੀਤਾ, ਪਰ ਸੁਖਬੀਰ ਸਿੰਘ ਬਾਦਲ ਦੇ ਮੁਕਾਬਲੇ ਕੌਣ ਚੋਣ ਲੜੂ ਉਹਦਾ ਐਲਾਨ ਹੋ ਗਿਆ। ਹੁਣ ਤੁਸੀਂ ਦੇਖੋ ਕਿ ਜਿੱਦਾਂ ਮੁਹਾਲੀ ਵਾਲੇ ਸਾਬਕਾ ਮੇਅਰ ਕੁਲਵੰਤ ਸਿੰਘ ਹੋਰਾਂ ਨੂੰ 24 ਘੰਟਿਆਂ 'ਚ ਟਿਕਟ ਦਿੱਤੀ ਸੀ, ਉਸੇ ਹੀ ਤਰੀਕੇ ਜਿਹੜੇ ਲਾਲੀ ਮਜੀਠੀਆ ਸਾਹਿਬ ਨੇ, ਹੁਣ ਲਾਲੀ ਮਜੀਠੀਆ ਸਾਹਿਬ ਵੀ ਆਮ ਆਦਮੀ ਪਾਰਟੀ 'ਚ ਆਏ ਤੇ 2 ਦਿਨਾਂ ਦੇ ਵਿੱਚ ਉਹਨਾਂ ਨੂੰ ਮਜੀਠਾ ਵਿਧਾਨ ਸਭਾ ਹਲਕੇ ਤੋਂ ਟਿਕਟ ਦੇ ਦਿੱਤੀ ਕਿ ਭਾਈ ਵਧੀਆ ਬੰਦੇ ਨੇ, ਟਿਕਟ ਦੇ ਹੱਕਦਾਰ ਨੇ। 48 ਘੰਟੇ ਦਾ ਸ਼ਾਨਦਾਰ ਕੰਮ ਉਹਨਾਂ ਨੇ ਪਾਰਟੀ ਦੇ ਲਈ ਕੀਤਾ ਤੇ ਉਹਨਾਂ ਦੀਆਂ ਲੰਮੀਆਂ, ਅਹਿਮ, ਮਹੱਤਵਪੂਰਨ, ਨਾ ਭੁਲਾਈਆਂ ਜਾ ਸਕਣ ਵਾਲੀਆਂ ਸੇਵਾਵਾਂ ਨੂੰ ਦੇਖਦਿਆਂ ਹੋਇਆਂ ਆਮ ਆਦਮੀ ਪਾਰਟੀ ਉਹਨਾਂ ਨੂੰ ਮਜੀਠਾ ਵਿਧਾਨ ਸਭਾ ਹਲਕੇ ਤੋਂ ਉਮੀਦਵਾਰ ਬਣਾਉਂਦੀ ਹੈ। ਮਤਲਬ 48 ਘੰਟਿਆਂ ਦੇ ਵਿੱਚ ਆਮ ਆਦਮੀ ਪਾਰਟੀ ਦੇ ਮੁਰਾਲ ਨੂੰ, ਵਰਕਰਾਂ ਨੂੰ ਜਾਂ ਵਰਕਰਾਂ ਦੀ ਗਰੋਥ ਨੂੰ ਹੋਰ ਉੱਪਰ ਚੁੱਕਣ ਦੇ ਲਈ ਜਿਹੜਾ ਕੰਮ ਉਹਨਾਂ ਨੇ ਕੀਤਾ ਜੀ ਉਹਦੇ ਲਈ ਉਹਦਾ ਕਰਕੇ। ਤੇ ਦੂਸਰਾ, ਪ੍ਰੋਫੈਸਰ ਸਾਧੂ ਸਿੰਘ ਹੋਰਾਂ ਦੀ ਬੇਟੀ ਨੂੰ ਮਲੋੜ ਤੋਂ ਟਿਕਟ ਦਿੱਤੀ, ਡਾਕਟਰ ਸਾਹਿਬਾਂ ਨੂੰ। ਸੁਰਿੰਦਰ ਸਿੰਘ ਸੋਢੀ ਹੋਰੀ ਓਲੰਪੀਅਨ ਨੇ, ਹਾਕੀ ਖੇਡਦੇ ਰਹੇ ਆ, ਪਿਛਲੀ ਵਾਰ ਵੀ ਆਮ ਆਦਮੀ ਪਾਰਟੀ ਦੀ ਟਿਕਟ ਤੇ ਦਾਅਵੇਦਾਰ ਸਨ। ਉਹਨਾਂ ਨੂੰ ਐਤਕੀ ਜਲੰਧਰ ਕੈਂਟ ਵਿਧਾਨ ਸਭਾ ਹਲਕੇ ਤੋਂ ਪ੍ਰਗਟ ਸਿੰਘ ਹੋਰਾਂ ਵਾਲੇ ਹਲਕੇ 'ਚ ਜਗਵੀਰ ਸਿੰਘ ਬਰਾੜ ਹੋਰਾਂ ਵਾਲੇ ਹਲਕੇ ਦੇ ਵਿੱਚੋਂ ਆਮ ਆਦਮੀ ਪਾਰਟੀ ਨੇ ਕੈਂਡੀਡੇਟ ਉੱਧਰੋਂ ਵੀ ਬਣਾਤਾ। ਇੱਕ ਬੰਦੇ ਦਾ ਨਾਂ ਹੋਰ ਲੈ ਦਿਓ, ਤੁਸੀਂ ਦਿਓ। ਜਿਹੜੇ ਗਏ ਸੀਗੇ ਅਕਾਲੀ ਦਲ ਤੋਂ ਬੀਜੇਪੀ 'ਚ, ਇਸੇ ਕਰਕੇ ਗਏ। ਕਿਸ ਕਰਕੇ? ਮੱਕੜ ਸਾਹਿਬ। ਤਾਂ ਕੀ ਹੋਇਆ? ਨਹੀਂ ਤੇ ਉਹਨਾਂ ਨੂੰ ਟਿਕਟ ਨਹੀਂ ਦੇਣੀ। ਨਹੀਂ, ਉਹ ਤਾਂ ਜਿੱਥੋਂ ਉਹ ਕਪੂਰਥਲੇ ਤੋਂ ਵੀ ਲੈ ਸਕਦੇ ਆ, ਉਹ ਤਾਂ ਜਲੰਧਰ ਸੈਂਟਰਲ ਤੋਂ ਵੀ ਲੈ ਸਕਦੇ ਆ। ਹੁਣ ਤਾਂ ਉਹਨਾਂ ਦੇ ਕੋਲੇ ਸਾਰਾ ਜਲੰਧਰ ਉਹਨਾਂ ਨੂੰ ਦਿੱਤਾ ਹੀ ਆਪਾਂ। ਅੱਛਾ, ਹਾਂ, ਕਿਤੋਂ ਵੀ ਲੈ ਸਕਦੇ ਆ। ਓਕੇ ਫਿਰ ਠੀਕ। ਹਾਂ, ਆ ਕਲੀਅਰ ਕਰ ਦਿਓ ਤੁਸੀਂ, ਵਧੀਆ। ਨਹੀਂ ਤੇ ਇੰਨੀ ਗੱਲ ਸੁਣ ਕੇ ਇਹ ਨਾ ਹੋਵੇ ਕਿਤੇ ਉਹ ਆਖਣ ਵੀ ਯਾਰ ਲਾਡੀ ਨੂੰ ਫੋਨ ਕਰੋ, ਕਿੱਦਾਂ ਬਣਦੀ ਵਾਪਸੀ ਕਿੱਦਾਂ ਕਰੀ। ਅੱਛਾ ਚਲੋ, ਇਹ ਤੇ ਗੱਲ ਹੁਣ ਇੱਥੇ ਕਿ ਜਾ ਕੇ ਨਿਬੜ ਗਈ ਲੱਗਦੀ ਹੈ WhatsApp ਵੀ ਹਰੇਕ ਪਾਸਿਓਂ ਆਪਣੇ ਆਪਣੇ ਕੈਂਡੀਡੇਟ ਉਮੀਦਵਾਰ ਜਿਹੜੇ ਐਲਾਨਣੇ ਸ਼ੁਰੂ ਕਰਤੇ ਆ। ਤੇ ਇੱਕ ਜਦੋਂ ਆਮ ਆਦਮੀ ਪਾਰਟੀ ਉਮੀਦਵਾਰ ਐਲਾਨਦੀ ਹੈ ਨਾ, ਨਾਲ ਹੀ ਜਿਹੜੇ ਲੋਕਾਂ ਦੇ ਵਿੱਚ ਅਜੇ ਕਿਤੇ ਚਰਚਾ ਸੀ ਵੀ ਯਾਰ ਫਿਰ ਕਿਸਾਨਾਂ ਨਾਲ ਉਹ ਗੱਠ ਜੋੜ, ਯਾਰ ਫਿਰ ਕਿੱਦਾਂ ਫਿਰ ਮਤਲਬ ਹੋਊਗਾ, ਉਹ ਚਰਚਾ ਫਿਰ ਚੱਲ ਪੈਂਦੀ ਆ ਵੀ ਯਾਰ ਇਹਦਾ ਮਤਲਬ ਫਿਰ ਗੱਲ ਬਣਨੀ ਨਹੀਂ, ਕਿਉਂਕਿ ਆਮ ਆਦਮੀ ਪਾਰਟੀ ਵਾਲੇ ਦੇ ਆਪਣੇ ਹਿਸਾਬ ਨਾਲ ਐਲਾਨ ਕਰੀ ਜਾਂਦੇ। ਪਰ ਦੂਜੇ ਪਾਸੇ ਚਰਚਾ ਇਹ ਵੀ ਚੱਲਦੀ ਆ ਵੀ ਰਾਜੇਵਾਲ ਸਾਹਿਬ ਦੇ ਬਿਆਨ ਸੀ, ਇੱਧਰ ਹਵਾਵਾਂ 'ਚ ਤੁਰਿਆ ਫਿਰਦਾ ਕਿਤੇ ਨਾ ਕਿਤੇ ਵੀ ਐਡੀ ਨਹੀਂ ਗੱਲ ਹੁੰਦੀ, ਉਮੀਦਵਾਰ ਵਾਪਸ ਵੀ ਹੋ ਜਾਂਦੇ ਹੁੰਦੇ ਆ। ਨਹੀਂ, ਤੁਸੀਂ ਦੇਖੋ ਜਿੱਦਣ ਜਲੰਧਰ ਉਹਨਾਂ ਨੇ ਆਪਣਾ ਇਕੱਠ ਕੀਤਾ ਹੈ, ਸੰਯੁਕਤ ਸਮਾਜ ਮੋਰਚਾ ਨੇ, ਉਹਨਾਂ ਨੇ ਉੱਥੇ ਦਾਅਵਾ ਕੀਤਾ ਕਿ 45 ਗੈਰ ਸਿਆਸੀ ਸੰਸਥਾਵਾਂ ਨੇ ਸਾਨੂੰ ਸਹਿਯੋਗ ਦਾ ਐਲਾਨ ਕਰਤਾ ਕਿ ਅਸੀਂ ਤੁਹਾਡੇ ਨਾਲ ਖੜੇ ਹਾਂ, ਤੁਸੀਂ ਡਟ ਕੇ ਇਲੈਕਸ਼ਨ ਲੜੋ। ਬਹੁਤ ਸਾਰੇ ਬੰਦੇ ਇੱਦਾਂ ਦੇ ਵੀ ਆ ਜਿਹੜੇ ਕਹਿੰਦੇ ਸੀ ਅਸੀਂ ਕਿਸਾਨਾਂ ਦੇ ਚੋਣ ਲੜਨ ਦੇ ਹੱਕ 'ਚ ਨਹੀਂ, ਪਰ ਹੁਣ ਜਿਹਨਾਂ ਨੇ ਫੈਸਲਾ ਲੈ ਲਿਆ ਅਸੀਂ ਨਾਲ ਖੜੇ ਹਾਂ। ਹੁਣ ਉਧਰਲੇ ਪਾਸੇ ਕਿਸਾਨ ਯੂਨੀਅਨ ਕਾਦੀਆਂ ਵਾਲੇ ਹਰਮੀਤ ਸਿੰਘ ਕਾਦੀਆਂ ਵਾਲੀ, ਉਹਨਾਂ ਦੀ ਜਥੇਬੰਦੀ ਨੇ ਫੈਸਲਾ ਕਰ ਲਿਆ, ਕਹਿੰਦੇ ਅਸੀਂ ਚੋਣ ਨਹੀਂ ਲੜਨੀ, ਬਾਕੀ ਅਸੀਂ ਫੈਸਲਾ ਆਉਣ ਵਾਲੇ ਦਿਨਾਂ ਦੇ ਵਿੱਚ ਕਰਾਂਗੇ। ਪਰ ਸਾਡੀ ਕਿਸਾਨ ਜਥੇਬੰਦੀ ਦਾ ਸੰਵਿਧਾਨ ਇਸ ਗੱਲ ਦੀ ਆਗਿਆ ਨਹੀਂ ਦਿੰਦਾ ਕਿ ਅਸੀਂ ਚੋਣ ਲੜੀਏ, ਪਰ ਉਹ ਅਸੀਂ ਹੋਰ ਤਰੀਕੇ ਦੇ ਨਾਲ ਕਿਵੇਂ ਚੱਲਣਾ ਉਹ ਅਸੀਂ ਆਉਣ ਵਾਲੇ ਦਿਨਾਂ 'ਚ ਫੈਸਲਾ ਕਰ ਲਾਂਗੇ। ਗੁਰਨਾਮ ਸਿੰਘ ਚੜੂਨੀ ਹੋਰਾਂ ਨੇ ਆਪਣੀ ਪਾਰਟੀ ਬਣਾ ਲਈ ਸੀ, ਉਹਨਾਂ ਦੇ ਬਾਬਤ ਚਰਚਾ ਚੱਲ ਪਈ ਕਿ ਉਹ ਨਾਲ ਤੁਰ ਪਏ ਆ। ਸਾਬਕਾ ਮੈਂਬਰ ਪਾਰਲੀਮੈਂਟ ਡਾਕਟਰ ਧਰਮਵੀਰ ਗਾਂਧੀ, ਨਵਾਂ ਪੰਜਾਬ ਪਾਰਟੀ ਉਹਨਾਂ ਨੇ ਵੀ ਕਹਿ ਦਿੱਤਾ ਕਿ ਭਾਈ ਹਮਾਇਤ ਕਿਸਾਨਾਂ ਦੀ ਨਾਲ। ਬਹੁਤ ਸਾਰੀਆਂ ਵਪਾਰ ਮੰਡਲ ਦੀਆਂ ਜਥੇਬੰਦੀਆਂ, ਬਹੁਤ ਸਾਰੀਆਂ ਜਿਹੜੀਆਂ ਨੇ ਵਕੀਲਾਂ ਦੀਆਂ ਜਿਹੜੇ ਜਥੇਬੰਦੀਆਂ ਨੇ, ਉਹ ਵੀ ਨਾਲ ਤੁਰ ਪਈਆਂ। ਪੇਚ ਇੱਥੇ ਫਸਿਆ ਕਿ ਚੋਣ ਕਿਵੇਂ ਲੜਨੀ ਹੈ, ਕਿਉਂਕਿ ਜਦੋਂ ਰਾਜੇਵਾਲ ਸਾਹਿਬ ਨੂੰ ਪੁੱਛਿਆ ਗਿਆ ਸਮਝੌਤਾ, ਉਹ ਕਹਿੰਦੇ ਜੀ ਗੱਲਾਂ ਚੱਲਦੀਆਂ ਹੁੰਦੀਆਂ ਪਰ ਅਜੇ ਫਾਈਨਲ ਕੁਛ ਨਹੀਂ ਹੈ। ਫਿਰ ਪੁੱਛਿਆ ਜੀ ਉਹਨਾਂ ਨੇ ਤਾਂ 101 ਹਲਕਿਆਂ 'ਚੋਂ ਉਮੀਦਵਾਰ ਐਲਾਨ ਤੇ 16 ਹੀ ਸੀਟਾਂ ਬਾਕੀ ਰਹਿ ਗਈਆਂ। ਉਹ ਕਹਿੰਦੇ ਉਮੀਦਵਾਰ ਤਾਂ ਵਾਪਸ ਵੀ ਲੈ ਜਾ ਸਕਦੇ ਹੁੰਦੇ ਆ, ਪਰ ਫੈਸਲਾ ਸਮੂਹਿਕ ਤੌਰ ਦੇ ਉੱਤੇ ਹੋਏਗਾ। ਆਮ ਆਦਮੀ ਪਾਰਟੀ ਵਾਲੇ ਵੀ ਇੱਕ ਵਾਰੀ ਵੀ ਡਿਨਾਈ ਨਹੀਂ ਕਰਦੇ। ਹਾਂ, ਉੱਪਰ ਕਹੀ ਜਾਂਦੇ ਕਿ ਸਾਡਾ ਸਮਝੌਤਾ ਜਿਹੜਾ ਉਹ ਅਜੇ ਨਹੀਂ ਹੋਇਆ ਜਾਂ ਗੱਲ ਸਾਡੀ ਨਹੀਂ ਚੱਲਦੀ, ਪਰ ਜਿਸ ਤਰੀਕੇ ਦੇ ਨਾਲ ਅਜੇ CM ਦਾ ਚਿਹਰਾ ਨਹੀਂ ਐਲਾਨਿਆ ਗਿਆ, ਜਿਸ ਤਰੀਕੇ ਉਹਨਾਂ ਨੇ ਇੱਕ ਵੀ ਕਿਸਾਨਾਂ ਦੇ ਸੰਯੁਕਤ ਸਮਾਜ ਮੋਰਚਾ ਦੇ ਵਿਰੋਧ ਦੇ ਵਿੱਚ ਬਿਆਨ ਨਹੀਂ ਦਿੱਤਾ, ਇੱਕ ਵਾਰੀ ਵੀ ਇਦਾਂ ਕੁਝ ਨਹੀਂ ਕਿਹਾ, ਇਹਦਾ ਮਤਲਬ ਹੈ ਕਿ ਅਜੇ ਵੀ ਕਿਤੇ ਨਾ ਕਿਤੇ ਸੰਭਾਵਨਾ ਹੈਗੀ ਹੈ। ਹਾਂ, ਜੇ ਸੰਯੁਕਤ ਸਮਾਜ ਮੋਰਚੇ ਦਾ ਉਹਨਾਂ ਦੇ ਨਾਲ ਗੱਠਜੋੜ ਹੁੰਦਾ ਹੈ, ਇੱਕ ਗੱਲ ਸੰਧਾਲੀਆ ਸਾਹਿਬ ਕਲੀਅਰ ਹੈ ਕਿ ਇਹਨਾਂ ਦੇ ਵਿੱਚੋਂ ਇੱਕ ਜਾਂ ਦੋ ਧਿਰਾਂ ਘਿਰ ਸਕਦੀਆਂ, ਜਿਹੜੀਆਂ ਚੋਣਾਂ ਦੇ ਵਿੱਚ ਤਾਂ ਆਉਣਾ ਚਾਹੁੰਦੀਆਂ ਹੋਣਗੀਆਂ, ਪਰ ਕਿਸੇ ਸਿਆਸੀ ਪਾਰਟੀ ਨੇ ਸ਼ਾਇਦ ਗੱਠਜੋੜ ਨਹੀਂ ਚਾਹੁੰਦੀਆਂ ਹੋਣਗੀਆਂ। ਨਹੀਂ, ਇਹ ਹੈ ਮਤਲਬ, ਕਿਉਂਕਿ ਮੈਨੂੰ ਲੱਗਦਾ ਵੀ ਇਹ ਜਿੰਨੇ ਦਿਨਾਂ ਤੱਕ ਅਜੇ ਚੋਣ ਜ਼ਾਬਤਾ ਨਹੀਂ ਲੱਗਦਾ, ਜਿੰਨੇ ਦਿਨਾਂ ਤੱਕ ਗੱਲ ਜਮਾਂ ਨੇੜੇ ਨਹੀਂ ਲੱਗਦੀ ਤੇ ਰੌਲਾ ਇਸ ਚੀਜ਼ ਦਾ ਨਹੀਂ ਪੈਂਦਾ ਵੀ ਹਾਂਜੀ ਫਟਾਫਟ ਉਮੀਦਵਾਰ ਆਪੋ ਆਪਣੇ ਕਾਗਜ਼ ਦਾਖਲ ਕਰੋ, ਉਹਨੇ ਦਿਨਾਂ ਤੱਕ ਮੇਰੇ ਖਿਆਲ ਨਾਲ ਕੰਮ ਇੱਦਾਂ ਲਟਕਦਾ ਰਹਿਣਾ। ਕਿਉਂਕਿ ਇੱਕ ਜਿਹੜੀ ਮੇਰੇ ਖਿਆਲ ਨਾਲ ਸਭ ਤੋਂ ਵੱਡੀ ਧਿਰ ਆ, ਉਹਨੇ ਤਾਂ ਜੇ ਪੱਤੇ ਨਹੀਂ ਖੋਲ੍ਹੇ, ਉਹਨਾਂ ਦੇ ਪੱਤੇ ਕੱਲ੍ਹ ਖੁੱਲ੍ਹਣੇ ਫਿਰੋਜ਼ਪੁਰ ਜੀ, ਤੇ ਉਸ ਤੋਂ ਬਾਅਦ ਜਦੋਂ ਉਹਨਾਂ ਨੇ ਪੱਤੇ ਖੋਲ੍ਹੇ, ਕੀ ਪਤਾ ਪੱਤੇ ਖੋਲ੍ਹਣ ਜਾਂ ਪੂਰਾ ਰਜਿਸਟਰੀ ਖੋਲ੍ਹ ਕੇ ਬਹਿਣ, ਯਾਦ ਦੇਖੋ ਜੀ ਲੈਂਡ ਸਰ ਬੰਦੇ ਬੈਠੇ ਤੇ ਕਿਹੜੇ ਆ ਮਗਰਲੀ ਲੈਣ ਵਾਲੇ, ਇੱਧਰ ਵਾਲੇ ਕਿਹੜੇ, ਇਹ ਕਾਂਗਰਸ ਵਾਲੇ, ਓਕੇ ਅਕਾਲੀ ਦਲ ਵਾਲੇ ਕਿਹੜੇ ਆ, ਇੱਧਰਲੇ ਆ, ਅੱਛਾ ਹੋਰ ਵੀ ਕੋਈ ਬੰਦਾ ਹੈ ਵੀ ਜਿਹਨੂੰ ਆਪਣਾ ਕੋਈ ਰਹਿ ਗਿਆ ਕੋਈ ਦਾਖਲ ਹੋਣ ਵਾਲਾ, ਕੋਈ ਇਹੋ ਜਿਹਾ ਦੱਸ ਦਿਓ ਵੀ ਜਿਹੜਾ ਨਹੀਂ ਹੈਗਾ।
ਸੋ ਉਹਦੇ ਤੋਂ ਬਾਅਦ ਹੋ ਸਕਦਾ ਵੀ ਇਹ ਸਾਰਾ ਕੁਝ ਨਿਬੜੇ, ਕਿਉਂਕਿ ਜਿੰਨੀ ਦੇਰ ਤੱਕ ਇਹ ਰੋਲ ਘਚੋਲ ਇਸੇ ਤਰ੍ਹਾਂ ਚੱਲਦਾ ਉਨੀ ਦੇਰ ਤੱਕ ਤੇ ਕਲੀਅਰ ਨਹੀਂ ਨਾ। ਹੁਣ ਕਾਂਗਰਸ ਪਾਰਟੀ ਦੀ ਆਪਾਂ ਗੱਲ ਕਰ ਲਈਏ, ਬਠਿੰਡਾ ਸ਼ਹਿਰੀ ਤੋਂ ਮਨਪ੍ਰੀਤ ਬਾਦਲ ਸਾਹਿਬ ਨੇ ਤਾਂ ਖੁਦ ਹੀ ਕਹਿ ਤਾ, ਉਹ ਕਹਿੰਦੇ ਮੈਂ ਤਾਂ ਇੱਥੋਂ ਚੋਣ ਲੜਨੀ। ਦੇਖੋ ਸੰਧਾਲੀਆ ਸਾਹਿਬ, ਚਰਚਾ ਤਾਂ ਬਹੁਤ ਲੰਬੀ ਚੌੜੀ ਸੀ ਕਿ ਕਾਂਗਰਸ ਦੇ ਬਹੁਤ ਸਾਰੇ ਐਮਐਲਏ ਤੇ ਮੰਤਰੀ ਜਿਹੜੇ ਚਾਹੁੰਦੇ ਸੀ ਆਪਣੇ ਹਲਕਿਆਂ ਤੋਂ ਚੋਣ ਨਹੀਂ ਲੜਨੀ। ਮਨਪ੍ਰੀਤ ਸਿੰਘ ਬਾਦਲ ਹੋਰਾਂ ਦੇ ਬਾਬਤ ਚਰਚਾ ਚੱਲਦੀ ਸੀ ਕਿ ਉਹ ਖਰੜ ਤੋਂ ਚਾਹੁੰਦੇ ਆ ਕਿ ਮੈਨੂੰ ਖਰੜ ਤੋਂ ਜੇ ਕਿਤੇ ਸੀਟ ਮਿਲ ਜਾਏ, ਟਿਕਟ ਮਿਲ ਜਾਏ ਤਾਂ ਮੈਂ ਬਠਿੰਡਾ ਸ਼ਹਿਰੀ ਰਹਿਣ ਦਿੰਦਾ ਆ। ਕਿਹਾ ਨਹੀਂ ਕਦੇ ਉਹਨਾਂ ਨੇ, ਅੰਦਰੂਨੀ ਹਲਕਿਆਂ ਦੇ ਵਿੱਚ ਚਰਚਾ ਸੀ। ਤੇ ਜਦੋਂ ਚਰਚਾ ਸੀ ਤੇ ਫਿਰ ਕਿਉਂਕਿ ਬਠਿੰਡਾ ਸ਼ਹਿਰੀ ਤੋਂ ਇੱਕ ਤਾਂ ਉਹ ਤਾਪ ਘਰ ਦਾ ਬੜਾ ਰੌਲਾ ਸੀ, ਦੂਜਾ ਪਿਛਲੇ 1.5 ਸਾਲ 'ਚ ਧਰਨੇ ਦੇਣ ਵਾਲਿਆਂ ਨੇ ਉੱਥੇ ਬਠਿੰਡਾ ਸ਼ਹਿਰ ਵਾਲਾ ਮਸਲੇ ਦਾ ਧੂੰਆਂ ਕੱਢ ਕੇ ਰੱਖ ਦਿੱਤਾ ਸੀ, ਤੀਸਰਾ ਆਲੇ ਦੁਆਲੇ ਇੱਕ ਪਾਸੇ ਰਾਜਾ ਵੜਿੰਗ ਨੇ, ਦੂਜੇ ਪਾਸੇ ਉਹ ਲਾਡੀ ਸਾਹਿਬ ਨੇ, ਹਰਿੰਦਰ ਸਿੰਘ ਲਾਡੀ, ਜਿਹੜੇ ਕਿ ਬਠਿੰਡਾ ਦਿਹਾਤੀ ਤੋਂ ਨੇ। ਕਈ ਬੰਦੇ ਆ ਜਿਹੜੇ ਬਹੁਤਾ ਜ਼ਿਆਦਾ ਸਾਥ ਸੂਥ ਤਾਂ ਕੀ ਦੇਣਾ ਹੁੰਦਾ, ਅੰਦਰਲੇ ਪਾਸੇ 4 ਵੋਟਾਂ ਕੱਢ ਕੇ ਝੋਲੇ ਚਲਾ ਜਾਣ, ਵੱਖਰੀ ਗੱਲ ਹੈ। ਪਰ ਫਿਰ ਉਹਨਾਂ ਨੇ ਇਕੱਠ ਕੀਤਾ ਤੇ ਐਲਾਨ ਕਰਤਾ, ਕਹਿੰਦੇ ਕਿਤੇ ਨਹੀਂ ਜਾਣਾ, ਮੇਰਾ ਤਾਂ ਪਰਿਵਾਰ ਹੈ, ਪਰਿਵਾਰ ਦੇ ਵਿੱਚ ਹੀ ਚੋਣਾਂ ਲੈਣੀਆਂ, ਨਤੀਜਿਆਂ ਦਾ ਕੀ ਹੈ। ਪਰ ਐਸੀ ਗੱਲ ਨਹੀਂ, ਇਹ ਇਕੱਲੇ ਨਹੀਂ ਹੈਗੇ। ਤੁਸੀਂ ਇਹ ਦੇਖੋ ਕਿ ਜਿਹੜੇ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ, ਕਾਂਗਰਸ ਟਿਕਟਾਂ ਲਈ ਅਰਜ਼ੀਆਂ ਲੈਂਦੀ ਆ। ਪਿਛਲੇ ਵਾਰੀ ਮਨਪ੍ਰੀਤ ਬਾਦਲ ਇਕੱਲੀ ਸੀ, ਇਹਨਾਂ ਨੇ ਅਰਜ਼ੀ ਨਹੀਂ ਸੀ ਦਿੱਤੀ। ਤ੍ਰਿਪਤ ਰਜਿੰਦਰ ਸਿੰਘ ਬਾਜਵਾ ਦੇ ਬਾਰੇ ਚਰਚਾ ਸੀ ਕਿ ਉਹ ਬਟਾਲਿਓਂ ਚੋਣ ਲੜਨਾ ਚਾਹੁੰਦੇ ਆ। ਉਹਨਾਂ ਨੇ ਪਿਛਲੇ ਦਿਨ ਕਹਿਤਾ ਮੈਂ ਥੋੜੀ ਚੋਣ ਲੜਨੀ, ਮੈਂ ਤਾਂ ਆਪਣੇ ਫਤਿਹਗੜ੍ਹ ਚੂੜੀਆਂ ਤੋਂ ਚੋਣ ਲੜੂ। ਪਰ ਕਹਿੰਦੇ ਆ ਕਿ ਅਰਜ਼ੀ ਉਹਨਾਂ ਨੇ ਦਿੱਤੀ ਨਹੀਂ ਫਤਿਹਗੜ੍ਹ ਚੂੜੀਆਂ ਤੋਂ ਇਲੈਕਸ਼ਨ ਲੜਨ ਦੀ। ਇਸੇ ਤਰੀਕੇ ਕੈਬਨਿਟ ਮੰਤਰੀ ਵਿਜੇਇੰਦਰ ਸਿੰਗਲਾ ਨੇ, ਹਾਲਾਂਕਿ ਹਾਈ ਕਮਾਂਡ ਦੇ ਵਿੱਚ ਰਸੂਖ ਉਹਨਾਂ ਦਾ ਵਾਹਵਾ ਹੈ। ਵਿਜੇਇੰਦਰ ਸਿੰਗਲਾ ਦੇ ਬਾਰੇ ਪਤਾ ਲੱਗਾ ਕਿ ਸੰਗਰੂਰ ਤੋਂ ਐਮਐਲਏ ਨੇ, ਪਰ ਉਹ ਵੀ ਬਰਨਾਲੇ, ਮਾਨਸੇ ਇਧਰਲੇ ਪਾਸੇ ਨੂੰ ਮਾੜਾ ਮੋਟਾ ਕਿਤੇ ਧਿਆਨ ਰੱਖਦੇ ਹੋਣਗੇ। ਅਰਜ਼ੀ ਉਹਨਾਂ ਨੇ ਵੀ ਨਹੀਂ ਦਿੱਤੀ ਕਿ ਭਾਈ ਮੈਨੂੰ ਸੰਗਰੂਰ ਤੋਂ ਜ਼ਰੂਰ ਕੈਂਡੀਡੇਟ ਬਣਾਓ। ਰੌਲਾ ਇੱਥੇ ਵੀ ਨਹੀਂ। ਹਾਲਾਂਕਿ ਕਾਂਗਰਸ ਪਾਰਟੀ ਦੇ ਵਿੱਚ ਚਰਚਾ ਇਹ ਲਗਾਤਾਰ ਚੱਲਦਾ ਰਹਿੰਦਾ ਕਿ ਅਸੀਂ ਹਲਕਾ ਨਹੀਂ ਕਿਸੇ ਦਾ ਬਦਲਣਾ। ਸਿੱਧੂ ਸਾਹਿਬ ਬਾਰ-ਬਾਰ ਕਹਿੰਦੇ ਹੁੰਦੇ ਆ। ਪਰ ਪਤਾ ਇਹ ਵੀ ਲੱਗਿਆ ਕਿ ਸੁਰਜੀਤ ਸਿੰਘ ਧੀਮਾਨ ਹੋਰਾਂ ਨੇ ਆਪਣਾ ਅਮਰਗੜ੍ਹ ਹਲਕਾ ਛੱਡ ਕੇ ਸੁਨਾਮ ਤੋਂ ਅਰਜ਼ੀ ਦਿੱਤੀ ਆ ਕਿ ਭਾਈ ਜੇ ਟਿਕਟ ਕਿਤੇ ਮੈਨੂੰ ਉੱਥੋਂ ਮਿਲ ਜਾਏ। ਤੇ ਉਹਨਾਂ ਦਾ ਬੇਟਾ ਜਸਵਿੰਦਰ ਸਿੰਘ ਧੀਮਾਨ ਆ ਤੇ ਉਹਨਾਂ ਦੇ ਲਈ ਉਹ ਆਪਣੇ ਪੁਰਾਣੇ ਹਲਕੇ ਅਮਰਗੜ੍ਹ ਤੋਂ ਕੋਸ਼ਿਸ਼ ਕਰ ਰਿਹਾ। ਬੱਲੂਆਣਾ ਤੋਂ ਐਮਐਲਏ ਨਥੂਰਾਮ ਹੋਰੀਆਂ, ਉਹਨਾਂ ਦੀ ਅੱਖ ਮਲੋਟ ਤੇ ਕਹਿੰਦੇ ਟਿਕੀ ਹੋਆ ਤੇ ਅਰਜੀ ਉਰਜੀ ਵੀ ਕਹਿੰਦੇ ਉੱਥੋਂ ਦਿੱਤੀ ਹੋਆ। ਇਸੇ ਤਰੀਕੇ ਮਾਸਟਰ ਜੈਬ ਸਿੰਘ ਹੋਰੀ ਆ, ਉਹਨਾਂ ਨੂੰ ਐਂ ਲੱਗਦਾ ਕਿ ਪੁਰਾਣੇ ਹਲਕੇ 'ਚੋਂ ਐਤਕੀ ਕੀ ਰੱਖਿਆ, ਬਠਿੰਡੇ ਦਿਹਾਤੀ ਵਾਲੇ ਪਾਸੇ ਨੂੰ ਤੁਰ ਪੈਂਦੇ ਆ, ਸ਼ਾਇਦ ਸੂਤ ਆ ਜਾਵੇ। ਐਮਐਲਏ ਜਲਾਲਾਬਾਦ ਤੋਂ ਜਿਹੜੇ ਨੇ ਰਮਿੰਦਰ ਸਿੰਘ ਆਂਵਲਾ ਸਾਹਿਬ, ਕਿਉਂਕਿ ਜੇ ਜਲਾਲਾਬਾਦ ਤੋਂ ਚੋਣ ਲੜਦੇ ਆ ਤਾਂ ਮੁਕਾਬਲਾ ਸੁਖਬੀਰ ਸਿੰਘ ਬਾਦਲ ਨਾਲ, ਉਹ ਗੁਰੂ ਹਰਸਾਏ ਵਾਲੇ ਪਾਸੇ ਧਿਆਨ ਟਿਕਾ ਕੇ ਬੈਠੇ ਆ। ਤੇ ਸੁਖਨਾ ਰਾਣਾ ਸੋਢੀ ਹੋਰੀ ਉੱਥੋਂ ਐਮਐਲਏ ਤੋਂ ਹੁਣ ਭਾਰਤੀ ਜਨਤਾ ਪਾਰਟੀ ਚਲੇ ਗਿਆ ਤੇ ਉਹਨਾਂ ਦਾ ਸਾਹ ਸ਼ਾਇਦ ਥੋੜ੍ਹਾ ਜਿਹਾ ਸੌਖਾ ਹੋ ਜਾਏ। ਇੱਦਾਂ ਦਾ ਹੀ ਇੱਕ ਮਸਲਾ ਬੀਬੀ ਸਤਕਾਰ ਕੌਰ ਗਹਿਰੀ ਦਾ ਵੀ ਹੈ। ਉਹਨਾਂ ਦੇ ਬਾਬਤ ਵੀ ਪਤਾ ਲੱਗਾ ਕਿ ਭਾਈ ਉਹ ਵੀ ਆਪਣੇ ਪੁਰਾਣੇ ਹਲਕੇ ਜਿਹੜਾ ਫਿਰੋਜ਼ਪੁਰ ਦਿਹਾਤੀ ਦੀ ਥਾਂ ਦੇ ਉੱਤੇ ਥੋੜ੍ਹਾ ਜਿਹਾ ਅਗਲੇ ਪਾਸੇ ਨੂੰ ਆਉਣਾ ਚਾਹੁੰਦੇ ਆ ਕਿ ਆਪਾਂ ਇੱਧਰ ਨੂੰ ਜੇ ਆ ਜਾਈਏ ਤਾਂ ਚੰਗਾ। ਕਈ ਬੰਦੇ ਹੋਰ ਨੇ ਜਿਨ੍ਹਾਂ ਦੇ ਮਨ ਦੇ ਵਿੱਚ ਆ ਕਿ ਐਤਕੀ ਜੇ ਮਾੜਾ ਜਿਹਾ ਆਸਾ ਪਾਸਾ ਹੁੰਦਾ ਨਾ, ਮਾੜਾ ਜਿਹਾ ਸੀਟ ਬਦਲੀਏ ਤਾਕੀ ਵਾਲੇ ਪਾਸੇ, ਇੱਧਰ ਵੱਤ ਜਿਹਾ ਆਉਂਦੇ ਆ। ਕਈਆਂ ਦਾ, ਸਾਰਿਆਂ ਦਾ ਨਹੀਂ ਅਸੀਂ ਕਹਿੰਦੇ, ਕਈ ਚਾਹੁੰਦੇ ਆ ਨਹੀਂ। ਪਰ ਚਲੋ ਇਹ ਤੇ ਗੱਲ ਹੋ ਗਈ ਵੀ ਬੰਦਿਆਂ ਦਾ। ਪਰ ਦੋ ਬੰਦੇ ਜਿੱਦਾਂ ਹੁਣ ਇੱਕ ਬਠਿੰਡਾ ਸ਼ਹਿਰੀ ਤੋਂ ਆਪਣੇ ਮਨਪ੍ਰੀਤ ਬਾਦਲ ਸਾਹਿਬ ਜੀ, ਤੇ ਦੂਜਾ ਬਲਵੀਰ ਸਿੱਧੂ ਸਾਹਿਬ ਮੋਹਾਲੀਓਂ, ਉਹ ਕਹਿੰਦੇ ਨਹੀਂ ਮੈਂ ਵੀ ਉੱਥੋਂ ਹੀ ਡਟਿਆ, ਮੈਂ ਵੀ ਕਿਤੇ ਨਹੀਂ ਚੱਲਿਆ ਆਪਦੇ ਹਲਕੇ ਤੋਂ। ਮਤਲਬ ਇਹ ਹੋ ਗਿਆ ਵੀ ਕੁਛ ਬੰਦਿਆਂ ਨੂੰ ਲੱਗਦਾ ਵੀ ਨਹੀਂ ਅਸੀਂ ਆਪੋ ਆਪਣੇ ਹਲਕੇ 'ਚ ਆ। ਕੁਛ ਜਿਹੜੇ ਇੱਧਰ ਉੱਧਰ ਅਰਜ਼ੀਆਂ ਦਿੰਦੇ ਫਿਰਦੇ ਆ। ਮੈਂ ਫਿਰ ਕਹਾਂ 5 ਤਰੀਕ ਬੜੀ ਮਤਲਬ ਕਹਿੰਦੇ ਬਹੁਤ ਜ਼ਹਿਰੀ ਤਰੀਕ ਆ। ਪਤਾ ਨਹੀਂ ਜੋਤਸ਼ੀ ਦੱਸਦੇ ਕਹਿੰਦੇ ਵੀ ਰਾਹੂ ਕੇਤੂ ਮੰਗਲ ਗ੍ਰਹਿ ਆਪਸ 'ਚ ਇੱਕ ਦੂਜੇ 'ਚ ਵੱਜਦੇ ਫਿਰਨੇ। ਉਦੋਂ ਕੁਛ ਨਹੀਂ ਪਤਾ ਲੱਗਣਾ ਵੀ ਸ਼ਾਮ ਤੱਕ ਕੀ ਹੋਵੇ। ਦੇਖੋ ਜੀ, ਮੌਸਮ ਵਿਭਾਗ ਨੇ ਮੀਂਹ ਕਣੀ ਦੱਸਿਆ। ਹਾਂ, ਇਹਦੇ ਬਾਵਜੂਦ ਵੀ ਲੱਖ ਕੁਰਸੀ ਕਹਿੰਦੇ ਐ ਪੰਡਾਲ ਦੇ ਵਿੱਚ ਐ ਗਿਣ ਕੇ ਯਾਨੀ ਇਹ ਵੀ ਨਹੀਂ ਕਿ ਕੋਈ ਘਟ ਨਾ ਜਾਵੇ। ਰਾਣਾ ਸੋਢੀ ਸਾਹਿਬ ਜਾਂਦੇ ਉਹ ਗਿਣੇ ਆਉਂਦੇ ਆ, ਅਸ਼ਵਨੀ ਸ਼ਰਮਾ ਸਾਹਿਬ ਜਾਂਦੇ ਉਹ ਗਿਣੇ ਆਉਂਦੇ ਆ, ਹਰਜੀਤ ਸਿੰਘ ਗਰੇਵਾਲ ਸਾਹਿਬ ਤਾਂ ਗਿਣਦੇ ਰਹਿੰਦੇ ਆ ਕਿ ਭਾਈ ਲੱਖ ਕੁਰਸੀ ਉੱਥੇ ਲਾਤੀ ਹੈ। 6-7 ਹੈਲੀਪੈਡ ਬਣਾਏ ਆ। ਹਰਿਆਣੇ 'ਚੋਂ ਵੀ ਕੁਛ ਬੱਸਾਂ ਦਾ ਪ੍ਰਬੰਧ ਕੀਤਾ। 2000 ਬੱਸਾਂ ਜਿਹੜੀਆਂ ਨੇ, ਮੰਨਿਆ ਜਾ ਰਿਹਾ ਹੈ ਕਿ ਭਾਈ 2000 ਬੱਸਾਂ ਦਾ ਵੀ ਪ੍ਰਬੰਧ ਹੈ ਕਿ ਭਾਈ ਲੋਕਾਂ ਨੂੰ ਲਿਆਉਣਾ ਢੋਣਾ, ਕਿਸੇ ਥੋੜ੍ਹੇ ਹੋਣਗੇ, ਕਿਸੇ 'ਚ ਬਹੁਤੇ ਹੋਣਗੇ। ਸਾਰਾ ਤਾਣ ਬੀਜੇਪੀ ਦਾ ਲੱਗਾ ਕਿ ਲੰਬੇ ਸਮੇਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਾਹਿਬ ਪੰਜਾਬ ਆ ਰਹੇ ਆ, ਕਿਸਾਨ ਅੰਦੋਲਨ ਤੋਂ ਬਾਅਦ ਆ ਰਹੇ ਆ। ਤੇ ਅਸਲ ਦੇ ਵਿੱਚ ਚੋਣਾਂ ਜਿੱਤਣ ਜਿਤਾਉਣ ਦਾ ਮਸਲਾ ਨਹੀਂ, ਘੱਟੋ ਘੱਟ ਚੋਣਾਂ ਲੜਨ ਦੇ ਲਈ ਸਾਜ਼ਗਾਰ ਮਾਹੌਲ ਬਣ ਜਾਵੇ ਬੀਜੇਪੀ ਦੇ ਲਈ ਕਿ ਉਹ ਖੁੱਲ੍ਹ ਕੇ ਨਿੱਠ ਕੇ ਡਟ ਕੇ ਪ੍ਰਚਾਰ ਕਰ ਸਕੇ, 4 ਗੱਲਾਂ ਉਹਨਾਂ ਦੇ ਕੋਲੇ ਕਹਿਣ ਨੂੰ ਹੋਣ। ਉਹਦੇ ਲਈ ਪ੍ਰਧਾਨ ਮੰਤਰੀ ਸਾਹਿਬ ਦੀ ਭਲਕਦੀ ਪੰਜਾਬ ਫੇਰੀ ਬਹੁਤ ਇੰਪੋਰਟੈਂਟ ਹੈ। ਨੀਂਹ ਪੱਥਰ ਕਿਹੜਾ ਰੱਖਦੇ ਹੋ ਤੁਸੀਂ ਦੱਸਣਾ, ਪਰ ਉਹਨਾਂ ਦੇ ਬੋਲਾਂ ਦੇ ਉੱਤੇ ਗੱਲ ਟਿਕੀ ਰਹੂਗੀ। ਇੱਕ ਕਿਤਾਬ ਪਿਛਲੇ ਸਮੇਂ 'ਚ ਛਪੀ ਸੀ, ਇਸ਼ਤਿਹਾਰ ਆਏ ਸੀ ਗੁਜਰਾਤ ਦੇ ਇੱਕ ਗੁਰੂ ਘਰ ਦੇ ਨਾਲ ਸੰਬੰਧਿਤ ਸਮਾਗਮ ਦੇ ਵਿੱਚ, ਉਹ ਵੀਡੀਓ ਕਾਨਫਰੰਸਿੰਗ ਦੇ ਰਾਹੀਂ ਬੋਲੇ ਸੀ।
ਪ੍ਰਧਾਨ ਮੰਤਰੀ ਸਾਹਿਬ ਕਿੰਨਾ ਹੈਵੀ ਬੋਲਦੇ ਆ, ਸਿੱਖ ਭਾਈਚਾਰੇ ਦੇ ਪ੍ਰਤੀ ਕਿੱਦਾਂ ਦੇ ਬੋਲ ਬੋਲਦੇ ਆ, ਉਹ ਸਾਰੇ ਦੇ ਉੱਤੇ ਨਜ਼ਰਾਂ ਟਿਕੀਆਂ ਰਹਿਣੀਆਂ। ਤੇ ਇਕੱਠ ਕਿੰਨਾ ਹੋਣਾ ਇਹ ਤਾਂ ਪਤਾ ਲੱਗ, ਜਿਹੜੇ ਨਵੇਂ ਬੰਦੇ ਗਏ ਆ ਉਹਨਾਂ ਦੇ ਪੋਸਟਰ ਲੱਗਣੇ ਆ ਕਿ ਭਾਈ ਆ ਦੇਖੋ ਵੱਡਾ ਕਾਫਲਾ ਲੈ ਕੇ ਸ਼ਾਮਲ ਹੋਏ। ਪਰ ਦੇਖੋ ਨਾ, ਮੈਂ ਬੜਾ ਹੈਰਾਨ ਆ ਵੀ 2-3 ਦਿਨਾਂ ਦੇ ਵਿੱਚ ਹੀ ਗਿਣਤੀ ਕਿੰਨੀ ਘਟ ਗਈ ਜੀ। ਅਸ਼ਵਨੀ ਸ਼ਰਮਾ ਸਾਹਿਬ ਦਾ ਬਿਆਨ ਆਪਾਂ ਇੱਥੋਂ ਜ਼ਿਕਰ ਕੀਤਾ ਸੀ, ਉਹਨਾਂ ਦੇ ਆਪ ਬੋਲ ਨੇ, ਉਹ ਕਹਿੰਦੇ ਵੀ 5 ਲੱਖ ਦਾ ਇਕੱਠ ਹੋਣਾ। ਹੁਣ ਜੇ ਕੁਰਸੀ ਲੱਖ ਲਾਉਣੀ ਆ ਤੇ ਫਿਰ ਕੁਰਸੀ ਤੇ 5 ਬੰਦੇ ਤਾਂ ਬਹਿਣੇ ਨੇ। ਆਹੀ ਗੱਲ ਆ ਨਾ, ਲੀਡਰ ਹੋ ਕੇ ਵੀ ਲੀਡਰਾਂ ਵਾਂਗੂ ਨਹੀਂ ਸੋਚਦੇ, ਮਤਲਬ ਲੀਡਰਾਂ ਤੋਂ ਉੱਚਾ ਸੋਚਣ ਲੱਗ ਪਏ ਨੇ। ਉਹ ਸਰਦਾਰ ਸਾਹਿਬ ਬੰਦੇ ਆਲੇ ਦੁਆਲੇ ਖੜੇ ਵੀ ਕਰਨੇ ਆ, ਠਾਠਾ ਮਾਰਦਾ ਇਕੱਠ ਹੈ, ਦਰੀਆਂ ਤੇ ਵੀ ਬਿਠਾਉਣੇ ਆ। ਇਹ ਉੱਥੇ ਤੁਸੀਂ ਇੱਕ ਸੰਬੋਧਨ ਨਹੀਂ, ਤੁਸੀਂ ਵੀ ਕਹਿੰਦੇ ਹੁੰਦੇ ਆ 5 ਕਿਲੋਮੀਟਰ ਦਾ ਜਾਮ ਲੱਗਾ, ਪ੍ਰਸ਼ਾਸਨ ਨੇ ਚੰਗੇ ਪ੍ਰਬੰਧ ਨਹੀਂ ਕੀਤੇ, ਬੰਦੇ ਸਾਡੇ ਫਸ ਗਏ। ਜੇ ਤੁਹਾਡੇ ਵਰਗਾ ਬੰਦਾ ਨਾ ਜਲੰਧਰ ਰੈਲੀ ਕਰੇ, ਉੱਥੇ ਕਹਿੰਦੇ ਹੁਸ਼ਿਆਰਪੁਰੋਂ ਹੁਣੇ ਟੈਲੀਫੋਨ ਆਇਆ 100 ਟਰਾਲੀ ਉੱਥੇ ਖੜੀ ਹੈ, ਰੇਲਵੇ ਫੜਕ ਲੱਗ ਗਿਆ। ਉਹ ਕਪੂਰਥਲੇ ਵਾਲੇ ਕਹਿੰਦੇ ਆ ਕਿ ਡੱਕ ਕੇ ਜਾਇਓ, ਅਸੀਂ ਆ ਰਹੇ ਹਾਂ। ਉਹ ਜਿਹੜੇ ਬਠਿੰਡੇ ਤੁਰੇ ਸੀ, ਧੁੰਦ ਬੜੀ ਪਈ, ਪਹੁੰਚ ਨਹੀਂ ਸਕੇ। ਕਹਿੰਦੇ ਹੁੰਦੇ ਨਾ, ਮੈਂ ਸਮਝ ਗੱਲ 5 ਲੱਖ ਆਪਾਂ ਕਰ ਦੇਣਾ। ਚਲੋ ਮੈਂ ਸਮਝ ਗਿਆ ਵੀ ਇਸ ਹਿਸਾਬ ਨਾਲ ਕਰ ਲੈਣ, ਲੱਖ ਕੁਰਸੀ ਤੇ 5 ਲੱਖ ਬੰਦਾ ਬਹਿ ਜੂ ਜੀ। ਫਿਰ ਬੱਸਾਂ ਉਦੋਂ ਮੈਂ 32-3300 ਸੁਣੀਆਂ ਸੀ, ਅੱਜ 2000 ਤੇ ਆ ਗਏ ਯਾਰ, 12-1300 ਬੱਸ ਹੀ ਚੱਕਦੀ, ਕਮਾਲ ਕਰਦੀ। ਜਾਂ ਤੇ ਇਦਾਂ ਮੈਂ ਕਿਹਾ ਹਰਿਆਣੇ ਤੋਂ ਵੀ ਪ੍ਰਬੰਧ ਕੀਤਾ ਜੀ। ਅੱਛਾ, ਪੰਜਾਬ ਚੋਂ ਮਿਲੀਆਂ ਨਹੀਂ ਹੋਣੀਆਂ ਫਿਰ? ਨਹੀਂ, ਪੰਜਾਬ ਚੋਂ ਮਹਾਰਾਜ ਉਹਨਾਂ ਦੀਆਂ ਘੱਟ ਆ ਨਾ, ਬਾਕੀ ਬੰਦਿਆਂ ਦੀਆਂ ਸਾਰੀਆਂ ਅਗਲੇ ਦਿੰਦੇ ਆ। ਅੱਛਾ ਚਲੋ, ਆਪਾਂ ਕੁੱਲ ਮਿਲਾ ਕੇ ਇਹ ਗੱਲ ਕਰਦੇ ਆ ਵੀ ਕੋਈ 40, 42, 43, 45 ਪਤਾ ਨਹੀਂ ਕਿੰਨੇ ਹਜ਼ਾਰ ਕਰੋੜ ਦੇ ਪ੍ਰੋਜੈਕਟ ਮੋਟੇ ਜੇ ਪ੍ਰਧਾਨ ਮੰਤਰੀ ਸਾਹਿਬ ਪੰਜਾਬ ਦੇ ਲਈ ਐਲਾਨ ਜਾਣਗੇ। ਬਹੁਤਾ ਕਰਕੇ ਉਹਦੇ ਵਿੱਚ ਕੋਈ ਨਵੇਂ ਹਸਪਤਾਲ, ਬਹੁਤਾ ਕਰਕੇ ਸੜਕਾਂ ਨੂੰ ਚੌੜਾ ਕਰਨ ਦੀ ਗੱਲਬਾਤ, ਐਕਸਪ੍ਰੈਸਵੇ ਦੀ ਗੱਲਬਾਤ, ਰੇਲਵੇ ਲਾਈਨਾਂ ਦੀ ਗੱਲਬਾਤ, ਇਹੋ ਜਿਹੀਆਂ ਚੀਜ਼ਾਂ ਦੇ ਮੇਰੇ ਖਿਆਲ ਨਾਲ ਪ੍ਰੋਜੈਕਟਾਂ ਦੀ ਗੱਲ ਚੱਲਦੀ ਹੈ। ਨਾਲ ਇਹ ਵੀ ਗੱਲ ਚੱਲਦੀ ਹੈ ਵੀ ਸ਼ਾਇਦ ਕੋਈ ਜਿਹੜੇ ਥੋੜ੍ਹੀ ਜ਼ਮੀਨ ਵਾਲੇ ਕਿਸਾਨ ਨੇ ਜਾਂ ਜਿਹੜੇ ਮਜ਼ਦੂਰ ਭਰਾ ਨੇ, ਉਹਨਾਂ ਦੇ ਕਰਜ਼ੇ ਦੇ ਉੱਪਰ ਕੋਈ ਲੀਕ ਲੂਕ ਮਾਰਨ ਦੀ ਗੱਲ ਹੋ ਜੇ, ਜਾਂ ਫਿਰ ਜਿਹੜਾ ਬਾਰਡਰ ਵਾਲਾ ਏਰੀਆ, ਕਿਉਂਕਿ ਬਾਰਡਰ ਵਾਲਾ ਏਰੀਆ ਉਦੋਂ ਬੜਾ ਤੱਤਾ ਆਇਆ ਸੀ ਜਦੋਂ ਕਹਿੰਦੇ ਸੀ ਵੀ ਇਹ ਜੀ 15 ਤੋਂ ਸਿੱਧਾ 50 ਕਿਲੋਮੀਟਰ ਦਾ ਏਰੀਆ BSF ਦੇ ਕੋਲ। ਹੁਣ ਉਹ ਸਾਰੇ ਕੁਝ ਦੇ ਉੱਪਰ ਵੀ ਮਲਮ ਲਾਉਣ ਦੇ ਲਈ ਹੋ ਸਕਦਾ ਵੀ ਉੱਧਰੋਂ ਤਾਰੋਂ ਪਾਰ ਕੋਈ ਤਾਰ ਦੇ ਲਾਗੇ ਬੰਨੇ ਵਾਲੇ ਏਰੀਏ ਲਈ ਕੋਈ ਖਾਸ ਪੈਕੇਜ ਦਾ ਇੰਤਜ਼ਾਮ ਕਰ ਜਾਣ। ਪਰ ਇਹ ਸਾਰੇ ਕੁਝ ਦੇ ਇੰਤਜ਼ਾਮਾਂ ਦੇ ਵਿੱਚ ਜਿਹੜੀ ਉਹ ਬੜੀ ਦੇਰ ਦੀ ਮੰਗ ਸੀਗੀ, ਉਹ ਤੇ ਉੱਦਾਂ ਹੀ ਰਹਿ ਗਈ, ਉਹ ਤੇ ਕੋਈ ਗੱਲ ਨਹੀਂ ਕਰਦਾ। ਕਿਹੜੀ ਪੈਕੇਜ? ਦੇਖੋ ਗੱਲ ਪਤਾ ਕੀ ਆ, ਕੁਛ ਨਾ ਕੁਛ ਤੁਹਾਨੂੰ ਪੱਤਰਕਾਰਾਂ ਨੂੰ ਸਾਰਾ ਕੁਝ ਪਹਿਲਾਂ ਹੀ ਥੋੜ੍ਹਾ ਪਤਾ ਲੱਗ ਜਾਣਾ। ਨਹੀਂ, ਉਹ ਕੁਛ ਨਾ ਕੁਛ ਤਾਂ ਉਸ ਵੇਲੇ ਜੇਬ ਦੇ ਵਿੱਚੋਂ ਵੀ ਕੱਢ ਕੇ ਕਈ ਵਾਰੀ ਹੁੰਦਾ ਨਾ ਕਿ ਆ ਵੀ ਆ। ਤੁਸੀਂ ਇੱਕ ਗੱਲ ਦੇਖੋ, ਮੈਂ ਕਹਿੰਦਾ ਕਿ ਬਹੁਤ ਚੰਗਾ ਹੋਵੇ, ਸਾਨੂੰ ਖੁਸ਼ੀ ਹੋਵੇ ਜੇ ਕੰਡਿਆਲੀ ਤਾਰ ਤੋਂ ਪਾਰ ਜਿਨ੍ਹਾਂ ਦੀਆਂ ਜ਼ਮੀਨਾਂ ਨੇ ਜਾਂ ਉਰਲੇ ਪਾਸੇ ਨਾਲ ਲੱਗਦੀਆਂ ਜ਼ਮੀਨਾਂ, ਉਹਨਾਂ ਨੂੰ ਕੁਛ ਮਿਲੇ। ਕਿਸਾਨਾਂ ਦਾ, ਮਜ਼ਦੂਰਾਂ ਦਾ ਕਰਜ਼ਾ ਕੁਝ ਮਾਫ ਹੋਵੇ ਤਾਂ ਚੰਗੀ ਗੱਲ ਹੈ, ਕੋਈ ਮਾੜੀ ਗੱਲ ਨਹੀਂ। ਪਰ ਉਹਦੇ ਉੱਤੇ ਇੱਕ ਧਿਰ ਨੂੰ ਇਤਰਾਜ਼ ਹੋਣਾ ਹੀ, ਇਤਰਾਜ਼ ਪਤਾ ਕਿਹਨੂੰ ਹੋਣਾ ਹੀ? ਹੋ ਸਕਦਾ ਹੈ ਕਿ ਉਸੇ ਸਟੇਜ ਦੇ ਉੱਤੇ ਪ੍ਰਧਾਨ ਮੰਤਰੀ ਸਾਹਿਬ ਬੈਠੇ ਆ ਤੇ ਨਾਲ ਕੈਪਟਨ ਸਾਹਿਬ ਬੈਠੇ ਆ, ਢੀਂਡਸਾ ਸਾਹਿਬ ਬੈਠੇ ਆ। ਢੀਂਡਸਾ ਸਾਹਿਬ ਤਾਂ ਕੋਈ ਫਰਕ ਨਹੀਂ ਪੈਣਾ, ਉਦੋਂ ਤੋਂ ਢਿੱਲੇ ਹੁੰਦੇ ਸੀ, ਹੁਣ ਹੀ ਠੀਕ ਹੋਇਆ। ਕੈਪਟਨ ਸਾਹਿਬ ਨੂੰ ਜ਼ਰੂਰ ਹੋ ਸਕਦਾ ਕੋਈ ਬੰਦਾ ਪੁੱਛ ਲਿਆ, ਕੈਪਟਨ ਸਾਹਿਬ ਇਹ ਕਹਿੰਦੇ ਕਰਜ਼ਾ ਹੁਣ ਮਾਫ ਕਰਨਾ ਛੋਟੇ ਕਿਸਾਨਾਂ ਦਾ, ਤੁਹਾਡੇ ਮੈਨੀਫੈਸਟੋ ਦੇ ਵਿੱਚ ਤਾਂ ਤੁਸੀਂ ਬਹੁਤ ਚਿਰਾਂ ਦਾ ਕਰਤਾ ਹੀ, 2 ਏਕੜ ਦਾ 5 ਏਕੜ ਦਾ, ਦੋਹਰੇ ਕਰਨ ਲੱਗੇ। ਆਪੇ ਦੋਹਰੇ ਕਿੱਦਾਂ ਕਰਦੇ? ਪੰਜਾਬ ਦਾ ਕਰਜ਼ਾ ਥੋੜੀ ਜਿਹੜਾ ਦੋਹਰੇ ਮਾਫ ਹੋ ਜਾਣਾ ਜਾਂ ਤੇਰੇ ਮਾਫ ਹੋ ਜਾਣਾ। ਇਹ ਤਾਂ ਤੁਸੀਂ ਹੁਣੇ ਗੱਲ ਕਰੋ ਪ੍ਰਧਾਨ ਮੰਤਰੀ ਸਾਹਿਬ ਨੇ ਕਿ ਕਰਜ਼ਾ ਤਾਂ ਮਾਫ ਹੈ, ਪੰਜਾਬ ਦਾ ਕਿਸਾਨ ਕਰਜ਼ਾਈ ਨਹੀਂ ਹੈਗਾ। ਜਾਣੀ ਉੱਥੇ ਹੁਣ ਇਹ ਵੀ ਗੱਲ ਦੇਖਣ ਵਾਲੀ ਹੋਏਗੀ, ਕੈਪਟਨ ਸਾਹਿਬ ਨੂੰ ਕੁਰਸੀ ਕਿਹੜੀ ਮਿਲਦੀ ਹੈ, ਢੀਂਡਸਾ ਸਾਹਿਬ ਨੂੰ ਕੁਰਸੀ ਕਿਹੜੀ ਮਿਲਦੀ ਹੈ। ਪਰ ਹਾਂ, ਉਮੀਦ ਹੈ ਕਿ ਜਿਹੜੇ ਬੰਦੇ ਪਾਰਟੀਆਂ ਛੱਡ ਕੇ ਉਹਨਾਂ ਨੂੰ ਕੁਰਸੀਆਂ ਵਧੀਆ ਮਿਲਣੀਆਂ। ਅੱਜ ਉਹਨਾਂ ਨੂੰ ਕੁਰਸੀਆਂ ਵਧੀਆ ਮਿਲਣਗੀਆਂ ਤੇ 4 ਬੰਦੇ ਹੋਰ ਆਉਣਗੇ। ਨਹੀਂ, ਉਹ ਤਾਂ ਹੈ, ਜ਼ੈਡ ਸਿਕਿਉਰਟੀਆਂ ਵੀ ਮਿਲੀਆਂ ਨੇ ਵੀਰ ਜੀ। ਨਾਲੇ ਇੱਕ ਗੱਲ ਹੋਰ ਹੈ ਨਾ, ਇਹ ਸਾਰੇ ਕੁਝ 'ਚ ਕੈਪਟਨ ਸਾਹਿਬ ਭਾਵੇਂ ਲੱਖ ਨੇੜੇ ਹੋ ਜਾਣ, ਉਹ ਭਾਈਵਾਲ ਪਾਰਟੀ ਦੇ ਲੀਡਰ ਨੇ, ਉਹ ਪਾਰਟੀ ਦੇ ਲੀਡਰ ਨਹੀਂ ਹੈਗੇ। ਇਹ ਗੱਲ ਨੋਟ ਕਰਨ ਵਾਲੀ ਹੈ। ਜਿਹੜੇ ਬੰਦੇ ਨੇ ਡਾਇਰੈਕਟ ਜਾਣਾ, ਜਿੱਦਾਂ ਜੇ ਕੱਲ੍ਹ ਹੀ ਪੰਨੂ ਸਾਹਿਬ ਗੱਲ ਕਰਦੇ ਸੀ ਤੜਕ ਬਰਾੜ ਹੋਰਾਂ ਦੀ, ਉਹਨਾਂ ਨੇ ਜਦੋਂ ਉਧਰੋਂ ਢੀਂਡਸਾ ਸਾਹਿਬ ਦਾ ਸਾਥ ਛੱਡ ਕੇ ਇੱਧਰ BJP ਵਾਲੇ ਪਾਸੇ ਮੋੜਾ ਕੱਟਿਆ ਤੇ ਪੁੱਛਿਆ ਵੀ ਹਾਂਜੀ ਕਿੱਦਾਂ? ਉਹ ਕਹਿੰਦੇ ਕਿੱਦਾਂ ਕਾਹਦਾ ਯਾਰ, ਜੇ ਅਸੀਂ ਉੱਥੇ ਮੰਨ ਲਓ ਉੱਪਰ ਕੋਈ ਗੱਲ ਕਰਨੀ ਹੈ ਤੇ ਜ਼ਰੂਰ ਢੀਂਡਸਾ ਸਾਹਿਬ ਨੂੰ ਕਹਿ ਕੇ ਕਰਨੀ ਹੈ, ਸਿੱਧੀ ਕਰ ਲੈਂਦੇ ਅਸੀਂ। ਹੁਣ ਉਹ ਸਿੱਧੀ ਗੱਲ ਵਾਲੇ ਬੰਦੇ ਕੱਲ੍ਹ ਨੂੰ ਕਿੰਨੇ ਉੱਥੇ ਜਾ ਕੇ ਕਹਿਣ ਵੀ ਯਾਰ ਕੀ ਲੋੜ ਪਈ ਐਵੇਂ ਕੈਪਟਨ ਸਾਹਿਬ ਨੂੰ ਕਹਿਣ ਦੀ, ਸਿੱਧਾ ਹੀ ਉੱਥੋਂ ਤੁਸੀਂ ਹਾਰ ਪਵਾ ਲਓ, ਗੱਲ ਖਤਮ ਕਰੀਏ, ਨਿਬੇੜੀਏ ਗੱਲ। ਇਹ ਸ਼ਾਇਦ ਪਹਿਲੀ ਰੈਲੀ ਹੋਏਗੀ ਪੰਜਾਬ ਦੀ ਸਿਆਸੀ ਇਤਿਹਾਸ ਦੇ ਵਿੱਚ, ਹਿਸਟਰੀ ਦੇ ਵਿੱਚ। ਆਮ ਤੌਰ 'ਤੇ ਜਦੋਂ ਦੇਸ਼ ਦੇ ਮਾਣਯੋਗ ਪ੍ਰਧਾਨ ਮੰਤਰੀ ਸਾਹਿਬ ਕਿਸੇ ਸੂਬੇ 'ਚ ਆਉਂਦੇ ਹੁੰਦੇ ਆ ਨਾ, 2 ਹੀ ਚੀਜ਼ਾਂ 'ਤੇ ਧਿਆਨ ਹੁੰਦਾ ਕਿ ਸਟੇਜ ਦੇ ਉੱਤੇ ਕੌਣ ਲਾਗੇ ਬਹਿੰਦਾ ਤੇ ਉਹ ਸੂਬੇ ਨੂੰ ਕੀ ਦੇ ਕੇ ਜਾਂਦੇ ਆ। ਐਤਕੀ ਇਹਨਾਂ 2 ਚੀਜ਼ਾਂ 'ਤੇ ਧਿਆਨ ਤਾਂ ਹੈਗਾ। ਇਹਦੇ ਤੋਂ ਵੀ ਵੱਧ ਧਿਆਨ ਇਸ ਗੱਲ ਦੇ ਉੱਤੇ ਆ ਕਿ ਕੱਲ੍ਹ ਨੂੰ ਮੈਂਬਰਸ਼ਿਪ ਦੀ ਪਰਚੀ ਕਿਹੜੀ ਪਾਰਟੀ ਦਾ ਵੱਡਾ ਲੀਡਰ ਪ੍ਰਧਾਨ ਮੰਤਰੀ ਸਾਹਿਬ ਦੇ ਆਪਦੇ ਹੱਥਾਂ ਤੋਂ ਫੜਦੇ। ਅਕਾਲੀਆਂ 'ਚ ਕੌਣ ਜਾਂਦਾ ਹੈ, ਕਾਂਗਰਸੀਆਂ 'ਚ ਕੌਣ ਜਾਂਦਾ ਹੈ, ਕਿਉਂਕਿ ਉਹਨਾਂ ਨੇ ਤਾਂ ਖੁੱਲ੍ਹਾ ਸੱਦਾ ਦਿੱਤਾ ਨਾ। ਉਹ ਇਹ ਨਹੀਂ ਦੇਖਦੇ, ਉਹ ਕਹਿੰਦੇ ਜੀ ਅਸੀਂ ਇੱਕ ਸਮਾਨ ਨਜ਼ਰ ਨਾਲ ਸਾਰਿਆਂ ਨੂੰ ਦੇਖਣਾ ਹੈ, ਚਾਹੇ ਨਾਲ ਉਹਨਾਂ ਦੇ ਹੋ ਸਕਦਾ ਢੀਂਡਸਾ ਸਾਹਿਬ ਬੈਠੇ ਹੋਣ ਤੇ ਉਹਨਾਂ ਦੀ ਪਾਰਟੀ ਦੇ 4 ਬੰਦੇ ਆ ਕੇ ਭਾਜਪਾ ਸ਼ਾਮਿਲ ਹੋ ਜਾਣ, ਕਿਉਂਕਿ ਜਿਹਨੇ ਤੱਕ ਬਰਾੜ ਸ਼ਾਮਿਲ ਹੋ ਤੇ ਢੀਂਡਸਾ ਸਾਹਿਬ ਹੋ ਸਕਦਾ ਉਹਨੇ ਕਹਿਣ
ਉਹੀ ਕੱਲ ਨੂੰ ਕਰ ਲੈਂਦੇ ਯਾਰ। ਮੋਦੀ ਸਾਹਿਬ ਇਹ ਤਾਂ ਆਪਣੇ ਬੰਦੇ ਸੀ, ਨਾਲ ਹੀ ਸੀਗੇ, ਚਲੋ ਕੋਈ ਨਹੀਂ, ਸਾਡੇ ਵੱਲ ਬੈਠੇ ਤੁਹਾਡੇ ਵੱਲ ਬੈਠੇ ਇੱਕੋ ਗੱਲ, ਕਾਕਾ ਸਤਿ ਸ੍ਰੀ ਅਕਾਲ। ਨਹੀਂ, ਇਹ ਤਾਂ ਚਲੋ ਚਰਚਾ ਹੈਗੀ। ਬਾਕੀ ਉਹਨਾਂ ਦੀ ਜਿਹੜੀ ਬੈਠਕ ਹੋਈ ਸੀ ਉਹਦੇ 'ਚ ਕਹਿੰਦੇ ਥੋੜ੍ਹੀ ਬਹੁਤ ਤੈਅ ਬਹਿ ਗਈ ਹੈ, ਕਿਉਂਕਿ ਵੱਡੀ ਮੀਟਿੰਗ ਸੀ ਨਾ। ਦੇਖੋ 2 ਬੰਦੇ ਬੀਜੇਪੀ ਦੇ, 2 ਸੰਯੁਕਤ ਆਪਣਾ ਅਕਾਲੀ ਦਲ ਦੇ, ਨਾਲ ਜਿਹੜੇ 2 ਸੀਗੇ ਉਹ ਪੰਜਾਬ ਲੋਕ ਕਾਂਗਰਸ ਦੇ। ਉਹਦੇ 'ਚ ਤਾਂ ਚਲੋ ਦੋਵੇਂ ਆਪਾਂ ਉਦੋਂ ਵੀ ਦੱਸ ਸਕਦੇ ਵੀ ਦੋਵਾਂ ਦੇ ਪਾਸਿਓਂ ਪ੍ਰਧਾਨਾਂ ਦੇ ਸਪੁੱਤਰੀ ਨੇ ਕਮੇਟੀ ਦੇ ਵਿੱਚ। ਉਹਨਾਂ ਨੇ ਕਹਿੰਦੇ ਫੈਸਲਾ ਕਰ ਲਿਆ ਵੀ ਸੀਟਾਂ ਦੇ ਉੱਪਰ ਵੰਡ ਵੁੰਡ ਦਾ ਕੀ ਹਿਸਾਬ ਤਾਂ ਕਰਨਾ। ਸੋ ਆਸ ਇਹ ਕੀਤੀ ਜਾਂਦੀ ਵੀ ਜੇ ਕੱਲ੍ਹ ਨੂੰ ਪ੍ਰਧਾਨ ਮੰਤਰੀ ਸਾਹਿਬ ਆਉਂਦੇ ਆ, ਪਰਸੋਂ ਨਹੀਂ ਤੇ ਚੌਥੇ ਚੋਣ ਜ਼ਾਬਤਾ ਲੱਗ ਜਾਂਦਾ, ਉਹਨਾਂ ਚਿਰ ਨੂੰ ਫਿਰ ਐਲਾਨ ਹੋ ਜਾਊਗਾ ਨਹੀਂ, ਉਹ ਕਲੀਅਰ ਹੀ ਹੋ ਗਿਆ ਸੰਧਾਲੀਆ ਸਾਹਿਬ ਕਿ ਕੀ ਹੋਣਾ ਹੀ, ਕਿਉਂਕਿ ਉੱਥੇ ਉਹ ਕਹਿੰਦੇ ਜੀ ਅੰਕੜਾ ਇੰਪੋਰਟੈਂਟ ਨਹੀਂ ਹੈ, ਮਜ਼ਬੂਤ ਉਮੀਦਵਾਰ ਕਿਹੜੀ ਪਾਰਟੀ ਦੇ ਕੋਲ ਹੈ ਉਹ ਇੰਪੋਰਟੈਂਟ ਹੈ। ਉਹਨਾਂ ਨੇ ਕਲੀਅਰ ਕਰਤਾ। ਤੇ 6 ਤਰੀਕ ਨੂੰ ਹੀ ਮੀਟਿੰਗ ਹੈ, ਪਰਸੋਂ ਨੂੰ ਮੀਟਿੰਗ ਹੋਣੀ ਆ। ਉਹਦੇ ਵਿੱਚ ਉਹਨਾਂ ਨੇ ਪਤਾ ਕੀ ਕਿਹਾ ਕਿ ਜਿਹੜੀਆਂ ਸਾਡੀਆਂ ਸਹਿਯੋਗੀ ਪਾਰਟੀਆਂ ਨੇ, ਜਿਹੜਾ ਹਲਕਾ ਚਾਹੀਦਾ ਤੇ ਉਹਦੇ 'ਚ ਤੇ ਕਿਹੜਾ ਤੁਹਾਡੇ ਕੋਲ ਕੈਂਡੀਡੇਟ ਆ ਉਹ ਲੈ ਕੇ ਆਓ। ਹੋ ਸਕਦਾ ਢੀਂਡਸਾ ਸਾਹਿਬ ਅੱਜ ਲਿਸਟ ਬਣਾਉਂਦੇ, ਹੁਣ ਕੈਪਟਨ ਸਾਹਿਬ ਲਿਸਟ ਸਾਡੇ ਕੋਲ ਆ ਹਲਕੇ ਤੋਂ ਆ ਬੰਦਾ, ਤੇ ਉਹ ਬੰਦਾ ਕੱਲ੍ਹ ਨੂੰ 5 ਨੂੰ ਉਹਨਾਂ ਦਾ ਰਹੇ ਹੀ ਨਾ। ਵੈਸੇ ਹੀ ਇੱਕ ਗੱਲ ਹੈ, ਹੁਣ ਤੁਸੀਂ ਦੇਖੋ ਨਾ, ਜੇ ਮੋਗੇ ਤੋਂ ਅਗਲੇ ਕਹਿਣ ਕਿ ਢੀਂਡਸਾ ਸਾਹਿਬ ਕਹਿੰਦੇ ਜੀ ਟਿਕਟ ਸਾਨੂੰ ਚਾਹੀਦੀ, ਸਾਡੇ ਕੋਲ ਧੜਕ ਜੀਨ ਹੈਗੇ ਆ, ਉਹ ਕਹਿਣਗੇ ਨਾ ਧੜਕ ਜੀ ਤਾਂ ਸਾਡੇ ਆ, ਉਹ ਤਾਂ ਸਾਡੇ ਦਿਲ 'ਚ ਧੜਕਦੇ ਆ ਹੁਣ। ਇਸ ਕਰਕੇ ਉਹ ਮੋਗੇ ਵਾਲੀ ਸੀਟ ਹੁਣ ਤੁਹਾਡੀ ਨਹੀਂ, ਮੋਗੇ ਵਾਲੀ ਸੀਟ ਸਾਡੀ ਹੈ। ਹੋ ਸਕਦਾ ਕੈਪਟਨ ਸਾਹਿਬ ਪਹਿਲਾਂ ਇਹ ਚਾਹੁੰਦੇ ਹੋਣ ਕਹਿਣਾ ਕਿ ਗੁਰੂ ਹਰਸਹਾਏ ਤੋਂ ਤਾਂ ਰਾਣਾ ਜੀ ਇਲੈਕਸ਼ਨ ਲੜਨਗੇ ਸੋਢੀ ਸਾਹਿਬ, ਤੇ ਕਾਦੀਆਂ ਤੋਂ ਫਤਿਹ ਜੀ ਲੜਨਗੇ। ਉਹ ਕਹਿਣਗੇ ਜੀ ਉਹ ਰਾਣੇ ਹੋਰਾਂ ਦੀ ਤਾਂ ਫਤਿਹ ਸਾਡੀ ਹੋ ਗਈ ਹੈ, ਸਾਰਾ ਕੁਛ ਹੀ ਸਾਡਾ ਹੋ ਗਿਆ। ਯਾਨੀ ਕਿਹੜੇ ਬੰਦੇ ਨੂੰ ਲੈ ਕੇ ਜਾਣਗੇ, ਕਿਉਂਕਿ ਇੱਧਰੋਂ ਬ੍ਰਹਮਪੁਰਾ ਸਾਹਿਬ ਨੂੰ ਲਿਜਾਣਾ ਸੀ, ਪੀਰ ਮੁਹੰਮਦ ਸਾਹਿਬ ਨੂੰ ਲਿਜਾਣਾ ਸੀ, ਬਡਾਲੀ ਸਾਹਿਬ ਨੂੰ ਲਿਜਾਣਾ ਸੀ, ਉਹ ਤਾਂ ਪਹਿਲਾਂ ਹੀ ਉੱਧਰਲੇ ਪਾਸੇ ਨੂੰ ਚਲੇ ਗਏ ਆ, ਜਿਨ੍ਹਾਂ ਰਾਹਾਂ ਤੇ ਹੁਣ ਇਹਨਾਂ ਤੋਂ ਤੁਰਿਆ ਨਾ ਜਾਣਾ। ਵੈਸੇ ਗੱਲ ਹੀ ਹੈ ਨਾ। ਇਸ ਕਰਕੇ ਸਮਝ ਆਉਂਦਾ ਹੈ ਕਿ ਕਿਤੇ ਇਹ ਨਾ ਹੋਵੇ ਕਿ 5 ਤਰੀਕ ਨੂੰ ਪ੍ਰਧਾਨ ਮੰਤਰੀ ਸਾਹਿਬ ਆਉਣ ਤੇ ਕੈਪਟਨ ਸਾਹਿਬ ਦੀ ਪਾਰਟੀ ਤੇ ਢੀਂਡਸਾ ਸਾਹਿਬ ਦੀ ਪਾਰਟੀ ਦੇ ਵਿੱਚ ਐਡਾ ਕਿ ਝਾੜੂ ਲੱਗ ਜਾਏ ਕਿ ਮੁੜ ਕੇ ਉਹ ਕਹਿਣ ਠੀਕ ਆ ਉੱਪਰਲੀਆਂ 17 'ਚੋਂ ਦੇਖ ਲਓ। ਨਹੀਂ 17 ਚੋਂ ਨਹੀਂ, ਉਹ ਕਹਿਣ ਵੀ ਤੁਸੀਂ ਆਪਣੀਆਂ 3-4 ਸੀਟਾਂ ਦੇ ਨਾਂ ਲਿਖ ਦਿਓ, ਬਾਕੀ ਅਸੀਂ ਕਰ ਲੈਣੀ, ਕੋਈ ਗੱਲ ਨਹੀਂ ਆਪਣੇ ਹਿਸਾਬ ਨਾਲ। 1-2-3 ਸੀਟਾਂ ਤੇ ਸੌਣਾ ਮਨਾ ਹੈ। ਚਲੋ ਇਹ ਤਾਂ ਜਦੋਂ ਹੋਊਗਾ ਆਪਾਂ ਉਦੋਂ ਦੇਖ ਲਵਾਂਗੇ। ਆਪਾਂ ਦੁਬਾਰਾ ਇੱਕ ਨਾ ਥੋੜ੍ਹਾ ਜਿਹਾ ਦੁੱਲੂ ਸਾਹਿਬ ਦੀ ਗੱਲ ਕਰ ਲਈ ਯਾਰ। ਫਿਰ ਵੀ ਸਾਬਕਾ ਪ੍ਰਧਾਨ ਰਹੇ ਨੇ ਉਹ ਕਾਂਗਰਸ ਪਾਰਟੀ ਦੀ, ਕਿਉਂਕਿ ਇੱਕ ਸਾਬਕਾ ਪ੍ਰਧਾਨ ਇਹ ਕਹੇ ਕਿ ਮੌਜੂਦਾ ਪ੍ਰਧਾਨ ਦੀ ਚੱਲਦੀ ਨਹੀਂ, ਮੌਜੂਦਾ ਮੁੱਖ ਮੰਤਰੀ ਸਾਹਿਬ ਨੂੰ, ਇਹ ਵੀ ਉਹ ਵੀ ਉਦੋਂ ਕਹੇ ਜਦੋਂ ਵੋਟਾਂ ਜਮਾਂ ਸਿਰ ਤੇ ਹੋਣ, ਫਿਰ ਗੱਲ ਤਾਂ ਕਿਤੇ ਨਾ ਕਿਤੇ ਫਿਕਰ ਵਾਲੀ ਹੈਗੀ। ਦੇਖੋ, ਜਦੋਂ ਪਿਛਲੇ ਦਿਨਾਂ ਦੇ ਵਿੱਚ ਉਹ ਲੁਧਿਆਣੇ ਤੇ ਆਸ-ਪਾਸ ਦੇ 1-2 ਲੀਡਰਾਂ ਨੇ ਕਿਹਾ ਸੀ ਕਿ ਸਿੱਧੂ ਸਾਹਿਬ ਨੂੰ ਜ਼ਾਬਤੇ 'ਚ ਰਹਿਣਾ ਚਾਹੀਦਾ ਹੈ, ਸਿੱਧੂ ਸਾਹਿਬ ਤੋਂ ਬੇਕਰ ਕਹਿ ਹੋ ਗਿਆ ਸੀ ਕਿ ਇੱਥੇ ਤਾਂ ਆਪਣੇ ਘਪਲੇ ਕਰਦੇ ਫਿਰਦੇ ਕਈ, ਤੇ ਉਧਰੋਂ ਭਾਜਪਾ ਵਾਲਿਆਂ ਨੇ 2000 ਕਰੋੜ ਦਾ ਜ਼ਿਕਰ ਕਰਤਾ ਸੀ, ਮੈਂ ਨਾਂ ਨਹੀਂ ਲੈਂਦਾ ਕਿਸੇ ਦਾ, ਰੌਲਾ ਪੈਂਦਾ। ਉਹਦੇ ਤੋਂ ਬਾਅਦ ਫਿਰ ਉਸੇ ਇਲਾਕੇ ਦੇ ਵਿੱਚ ਸਾਬਕਾ ਕਾਂਗਰਸ ਦੇ ਪ੍ਰਧਾਨ ਦੂਲੋ ਸਾਹਿਬ ਸੀ, ਤੇ ਫਿਰ ਸਿੱਧੂ ਸਾਹਿਬ ਅੱਧਾ ਪੌਣਾ ਘੰਟਾ ਕਹਿੰਦੇ ਮੀਟਿੰਗ ਕਰਿਆ ਤੇ ਦੂਲੋ ਸਾਹਿਬ ਕਹਿੰਦੇ 12 ਸ਼ਰਾਬ ਦੀਆਂ ਫੈਕਟਰੀਆਂ ਫੜ ਹੋਈਆਂ ਨਜਾਇਜ਼ ਦੀਆਂ, ਮਜੀਠੀਆ ਤੇ ਪਰਚਾ ਹੋ ਸਕਦਾ ਤੇ ਇਹਨਾਂ ਦੇ ਕਾਹਤੋਂ ਨਹੀਂ ਹੋਇਆ। ਸਿੱਧੂ ਤਾਂ ਬਥੇਰਾ ਬੋਲਦਾ ਹੀ ਇਸ ਮੁੱਦੇ ਦੇ ਉੱਤੇ, ਨਸ਼ਿਆਂ ਦੇ ਖਿਲਾਫ ਕੰਮ ਹੀ ਨਹੀਂ ਕਰਦੇ, ਕਾਰਵਾਈ ਨਹੀਂ ਕਰਦੇ, ਜਿੰਨੀ ਦੇਰ ਨਸ਼ਾ ਮਾਫੀਆ ਨਾਲ ਮੈਂ ਨਹੀਂ ਚੋਣ ਲੜਨੀ। ਠੀਕ ਆ ਦੂਲੋ ਸਾਹਿਬ, ਚੋਣ ਤਾਂ ਤੁਸੀਂ ਨਹੀਂ ਲੜਨੀ, ਕਿੱਥੋਂ ਲੜਨੀ ਆ, ਹੈ ਨਾ ਵੀ ਜਾਣੀ ਇਹ ਵੀ ਤਾਂ ਇੱਕ ਬਹੁਤ ਵੱਡਾ ਸਵਾਲ ਹੈ ਨਾ। ਵੈਸੇ ਗੱਲ ਕਰਦਾ ਹੀ ਮੈਂ ਵੀ, ਪਰ ਦੂਲੋ ਸਾਹਿਬ ਨੇ ਕਲੀਅਰ ਕਰਤਾ ਕਿ ਭਾਈ ਜਾਲੀ ਫਰਜ਼ੀ ਸ਼ਰਾਬ ਬਣਾਉਣ ਦੀਆਂ ਜਿਹੜੀਆਂ ਫੈਕਟਰੀਆਂ ਸੀ, ਉਹ ਕਹਿੰਦੇ 12 ਫੜੀਆਂ, ਕਾਰਵਾਈ ਇੱਕ ਤੇ ਨਹੀਂ ਹੋਈ। ਤੁਸੀਂ ਮਜੀਠੀਆ ਸਾਹਿਬ ਦੇ ਨਾਂ ਦੇ ਉੱਤੇ ਪੱਟਾਂ ਦੇ ਥਾਪੀਆਂ ਮਾਰੀ ਜਾਂਦੇ ਆ, ਆਪਣਿਆਂ ਨੂੰ ਵੀ ਮਾੜਾ ਜਿਹਾ ਦੇਖ ਲਓ। ਅਰੇ ਉਹ ਵੀ ਹੈ। ਬਾਕੀ ਮੈਂ ਤੇ ਇਹ ਵੀ ਸੋਚਦਾ ਸੀ ਵੀ ਜਦੋਂ ਦੂਲੂ ਸਾਹਿਬ ਨੂੰ ਮਿਲਣ ਗਏ ਹੋਣੇ ਆ, ਫਿਰ ਕੱਲਾ ਦੂਲੂ ਸਾਹਿਬ ਨੂੰ ਮਿਲੇ ਹੋਣੇ, ਕਿਉਂਕਿ ਜਿੰਨੀ ਮੇਰੀ ਜਾਣਕਾਰੀ ਬਾਅਦ 'ਚ ਕੁਝ ਚੇਂਜ ਹੋ ਗਿਆ ਹੋਵੇ ਤੇ ਪਤਾ ਨਹੀਂ, ਤੁਸੀਂ ਦੱਸ ਦਿਓ। ਨਹੀਂ ਤੁਹਾਡੀ ਜਾਣਕਾਰੀ ਦਰੁਸਤ ਆ, ਮੈਂ ਹੁਣੇ ਦੱਸ ਦਿੰਦਾ, ਉਹ ਉੱਥੇ ਹੀ ਨੇ ਅਜੇ। ਅੱਛਾ, ਵੀ ਪਰਿਵਾਰ ਦੇ ਮੈਂਬਰ ਉਸ ਪਾਰਟੀ 'ਚ ਨਹੀਂ ਹੈਗੇ, ਮੈਂ ਤਾਂ ਗਿਆ ਨਾ। ਮੇਰੀ ਇੱਕ ਗੱਲ ਸੁਣੋ, ਹੁਣ ਬਾਜਵਾ ਸਾਹਿਬ ਦੇ ਪਰਿਵਾਰ ਦੇ ਮੈਂਬਰ ਪਾਰਟੀ 'ਚ ਹੈਗੇ ਆ, ਕੈਪਟਨ ਸਾਹਿਬ ਦੇ ਭਾਈ ਸਾਹਿਬ ਅਕਾਲੀ ਦਲ ਚਲੇ ਗਏ, ਉਹ ਪਾਰਟੀ 'ਚ ਹੈਗੇ ਆ। ਨਹੀਂ, ਬਾਦਲ ਸਾਹਿਬ ਦੇ ਰਿਸ਼ਤੇਦਾਰ ਦੂਜੀ ਪਾਰਟੀ 'ਚ ਹੁੰਦੇ ਆ। ਤੁਸੀਂ ਆਹ ਤਾਂ ਤੁਸੀਂ ਮਿੱਥ ਕੇ ਨਿਸ਼ਾਨਾ ਲਾਉਂਦੇ। ਨਿਸ਼ਾਨਾ ਨਹੀਂ ਲਾਇਆ, ਮਿੱਥ ਕੇ ਹੀ ਆ। ਮੇਰੀ ਗੱਲ ਤਾਂ ਸੁਣੋ, ਭਰਾ ਕਹਿੰਦੇ ਵੀ ਹੋਇਆ ਤੇ ਚਲੋ ਜੇ ਭਰਾ ਬਣ ਕੇ ਰਵੇ ਠੀਕ ਹੈ, ਨਹੀਂ ਤੇ ਵੀ ਸ਼ਰੀਕ ਹੀ ਹੁੰਦਾ ਜੀ। ਹੁਣ ਪਰਿਵਾਰ ਜਦੋਂ ਮੈਂ ਕਹਿੰਦਾ ਤੇ ਉਹ ਪਰਿਵਾਰ ਤੇ ਫਿਰ ਪਰਿਵਾਰ ਹੀ ਹੁੰਦਾ ਨਾ। ਨਹੀਂ ਤੁਸੀਂ ਫਿਰ ਇਹਦਾ ਮੰਨ ਲਓ ਸਵਰਨਾ ਰਾਮ ਤੇ ਮਾਸਟਰ ਜਿਹੜੇ ਮੋਹਨ ਲਾਲ ਬੰਗਾ ਹੋ ਰਹੀ ਉਹਨਾਂ ਦੀ ਗੱਲ ਨਹੀਂ ਸੁਣੀ ਹੋਣੀ। ਚਲੋ ਹੈ ਨਾ, ਛੱਡੀ ਤਾਂ ਰਹਿਣ ਹੀ ਦਿੰਦੇ ਆ। ਜਾਂ ਤੁਸੀਂ ਨਵੇਂ ਸ਼ਹਿਰਾਂ ਦੀ ਗੱਲ ਨਹੀਂ ਸੁਣੀ, ਜਦੋਂ ਮਾਂ ਪੁੱਤ ਸਾਹਮਣੇ ਖੜ ਕੇ ਪੰਨੂ ਸਾਹਿਬ ਨੇ ਕਈ ਵਾਰ ਤੁਹਾਨੂੰ ਗੱਲ ਸੁਣਾਈ ਆ, ਮੇਰੇ ਤੋਂ ਹੁਣ ਸੁਣਦੇ ਹੋ। ਨਹੀਂ ਆ ਇੰਨੀ ਤੇ ਮੈਂ ਵੀ ਨਹੀਂ ਦੇੜੀ ਜਿੰਨੀ ਤੁਸੀਂ ਦੇੜੀ। ਚਲੋ ਠੀਕ ਹੈ। ਹੁਣ ਨਾ ਇੱਕ ਗੱਲ ਲਖੀਮਪੁਰ ਖੀਰੀ ਵਾਲੀ ਕਰ ਲਈਏ। ਹਾਂ, ਉਹ ਬੜੀ ਇੰਪੋਰਟੈਂਟ ਹੈ। ਦੇਖੋ 5000 ਸਫ਼ੇ, 5000 ਸਫ਼ਿਆਂ ਦੀ ਚਾਰਜ ਸ਼ੀਟ ਨਵੀਂ ਬਣੀ SIT ਨੇ ਐਂ ਜਾ ਕੇ ਅਦਾਲਤ ਦੇ ਟੇਬਲ ਦੇ ਉੱਤੇ ਰੱਖੀ ਤੇ ਕਿਹਾ ਜੀ ਜਾਂਚ ਮੁਕੰਮਲ ਹੈ ਤੇ 14 ਜਣਿਆਂ ਦੇ ਉੱਤੇ ਚਾਰਜ ਸ਼ੀਟ ਹੈ। ਉਹਦੇ ਵਿੱਚੋਂ ਜਿਹੜਾ ਕੇਂਦਰੀ ਮੰਤਰੀ ਅਜੇ ਮਿਸ਼ਰਾ ਟੈਨੀ, ਉਹਦਾ ਬੇਟਾ ਆਸ਼ੀਸ਼ ਮਿਸ਼ਰਾ, ਜਿਹੜਾ ਪਹਿਲਾਂ ਕਹਿੰਦਾ ਸੀ ਅੱਜ ਚਿੱਤ ਨਹੀਂ ਤਕੜਾ, ਆਇਆ ਨਹੀਂ ਜਾਣਾ,
ਜਿਹੜਾ ਕਹਿੰਦਾ ਸੀ ਮੈਂ ਕਾਰ 'ਚ ਹੈ ਹੀ ਨਹੀਂ। ਕਹਿੰਦੇ ਜੀ ਉਹਨੂੰ ਮੁੱਖ ਦੋਸ਼ੀ ਦੇ ਤੌਰ ਦੇ ਉੱਤੇ ਉਹਦੇ ਵਿੱਚ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਗਈ ਕਿ ਭਾਈ ਇਹ ਵੀ ਕਹਿਤਾ ਗਿਆ ਕਿ ਜਿਹੜੀ ਇਹ ਘਟਨਾ ਹੋਈ ਸੀ ਜਿਹਦੇ ਵਿੱਚ ਕਿਸਾਨ ਦਰੜ ਦਿੱਤੇ ਗਏ ਸੀ, ਉਸ ਘਟਨਾ ਨੂੰ ਤੁਸੀਂ ਇਤਫਾਕਨ ਨਹੀਂ ਕਹਿ ਸਕਦੇ ਕਿ ਭਾਈ ਉਹ ਗੱਡੀ ਤੇ ਜਾਂਦੇ ਸੀ ਤਾਂ ਥੱਲੇ ਆ ਗਿਆ, ਕੋਈ ਅਚਾਨਕ ਘਟਨਾ ਘਟ ਗਈ, ਕਿ ਉਹ ਸੋਚੀ ਸਮਝੀ ਗਿਣੀ ਮਿੱਥੀ ਸਾਜ਼ਿਸ਼ ਸੀ ਤੇ ਉਹਦੇ ਵਿੱਚ 14 ਬੰਦਿਆਂ ਦੇ ਨਾਂ ਆ। ਮੁੱਖ ਸਾਜ਼ਿਸ਼ ਘਾੜਾ ਜਿਹੜਾ ਇਹਨੂੰ ਬਣਾਇਆ ਗਿਆ ਮੰਤਰੀ ਦੇ ਪੁੱਤ ਨੂੰ, ਆਸ਼ੀਸ਼ ਮਿਸ਼ਰਾ ਨੂੰ, ਤੇ ਨਾਲ 12 ਬੰਦੇ ਹੋਰ ਕਾਬੂ ਆ, ਇੱਕ ਅਜੇ ਫੜਨ ਵਾਲਾ ਤੇ ਉਹ ਵੀ ਮੰਤਰੀ ਦਾ ਰਿਸ਼ਤੇਦਾਰ ਹੈ। ਬਿਲਕੁਲ। ਤੋਂ ਪਹਿਲਾਂ 13 ਜਾਣੇ ਸੀ, 13 ਚੋਂ ਜਿਹੜਾ ਰਿਸ਼ਤੇਦਾਰ ਉਹਦਾ ਨਾਂ ਹੁਣ ਪਾ ਲਿਆ ਉਹਨਾਂ ਨੇ। ਦੂਜੀ ਇਹ ਗੱਲ ਹੈ ਕਿ ਵੀ ਇਹ ਜਿਹੜਾ ਕੇਸ ਹੈ ਇਹਨੂੰ ਮੇਰਾ ਖਿਆਲ ਇਹ ਵੀ ਪਿਛਲੇ ਦਿਨੀ ਚਰਚਾ ਸੀ ਨਾ, ਵੀ ਇੱਕ ਤਾਂ ਇਹ ਕੇਸ ਹੋ ਗਿਆ ਜੀ, ਇੱਕ ਦੂਸਰੀ FIR ਹੈ ਜਿਹਦੇ ਵਿੱਚ ਇਹ ਕਹਿੰਦੇ ਵੀ ਜਿਹੜੇ 4 ਬੰਦੇ ਉਹ ਤਾਂ ਕਿਸਾਨਾਂ ਦੇ ਮਰੇ, 4 ਬੰਦੇ ਜਿਹੜੇ ਉੱਥੇ ਕੁੱਟ-ਕੁੱਟ ਕੇ ਮਾਰੇ ਜੀ ਉਹ ਤਾਂ ਦੂਸਰੇ ਪਾਸਿਓਂ ਸੀਗੇ। ਹੁਣ ਉਹਦੇ 'ਚ ਵੀ ਇੱਕ ਚਰਚਾ ਸੀਗੀ, ਇੱਕ ਥਿਊਰੀ ਚੱਲਦੀ, ਪਤਾ ਨਹੀਂ ਸੱਚ ਆ ਝੂਠਾ, ਉਹ ਤੇ ਚਲੋ ਜੀ ਅਦਾਲਤ ਉਹਦੇ ਤੇ ਗੱਲ ਕਰੂਗੀ ਫਿਰ ਚੱਲੂ, ਵੀ ਜੇ ਉਹ ਘਟਨਾ ਨਾ ਘਟਦੀ, ਪਹਿਲਾ ਐਕਸ਼ਨ ਨਾ ਹੁੰਦਾ ਤੇ ਉਹਦਾ ਰਿਐਕਸ਼ਨ ਨਹੀਂ ਸੀ ਹੋਣਾ। ਜੇ ਉਹਦਾ ਐਕਸ਼ਨ ਹੋਇਆ ਤਾਂ ਉਹਦਾ ਰਿਐਕਸ਼ਨ ਹੋਇਆ, ਇਹਦਾ ਮਤਲਬ ਜ਼ਿੰਮੇਵਾਰੀ ਤੇ ਉਹਨਾਂ ਦੀ ਵੀ ਇਹਦੇ ਤੇ ਬਣਦੀ ਆ। ਨਹੀਂ ਬਹੁਤ ਜ਼ਰੂਰੀ ਹੈ। ਪੰਜਾਬ ਦੇ ਵਿੱਚ ਨਾ ਸਵਾਲ ਦੀ ਗੱਲ ਕਰਦੇ ਹੁੰਦੇ ਲੋਕ, ਸਵਾਲ ਪੁੱਛਦੇ ਆ ਜੀ ਸਾਡਾ ਡੈਮੋਕ੍ਰੇਟਿਕ ਹੱਕ ਬਣਦਾ ਜੀ। ਲੋਕਾਂ ਨੂੰ ਸਵਾਲ ਪੁੱਛਣ ਦਾ ਮੌਕਾ ਕਿਹਨੇ ਦਿੱਤਾ ਹੈ? ਲੋਕ ਇਹੀ ਸਵਾਲ ਪੁੱਛਦੇ ਆ ਜੀ, ਪਿਲਸਣ, ਸਕੂਲ 'ਚ ਮਾਸਟਰ, ਹਸਪਤਾਲ 'ਚ ਡਾਕਟਰ, ਆ ਸੜਕ, ਆ ਗਲੀ, ਆ ਰਿਸ਼ਵਤਖੋਰੀ, ਆ ਬੇਰੁਜ਼ਗਾਰੀ, ਉਹ ਐਕਸ਼ਨ ਦਾ ਹੀ ਰਿਐਕਸ਼ਨ ਆ ਕਿ ਤੁਸੀਂ ਮੇਰਾ ਕੰਮ ਨਹੀਂ ਕੀਤਾ। ਇੱਦਾਂ ਹੀ ਉੱਥੇ ਵੀ ਘਟਨਾ ਦੀ ਉੱਤੇ ਹੀ ਪ੍ਰਤੀਕਿਰਿਆ ਸੀ। ਇਹ ਵੀ ਗੱਲ ਹੈਗੀ ਆ। ਸੋ ਚਲੋ ਮੇਰਾ ਖਿਆਲ ਹੁਣ ਜਦੋਂ ਚਾਰਜਸ਼ੀਟ ਦਾਖਲ ਹੋ ਗਈ ਆ, ਉਸ ਤੋਂ ਬਾਅਦ ਅਦਾਲਤ ਅਗਲੀ ਤਰੀਕ ਦੇ ਉੱਪਰ ਕੀ ਕਾਰਵਾਈ ਕਰਦੀ ਆ ਉੱਤੇ ਅੱਖ ਟਿਕੀ ਰਹਿਣੀ ਆ। ਇੱਕ ਅੱਜ ਇਹ ਵੀ ਅੱਖ ਟਿਕੀ ਰਹਿਣੀ ਵੀ UPSC ਵਾਲਿਆਂ ਦੀ ਮੀਟਿੰਗ ਆ DGP ਨੂੰ ਲੈ ਕੇ ਜੀ, ਤੇ ਦਿਨਾਂ ਪੰਜਾਂ ਦਾ ਫਰਕ ਹੈ ਜਿੱਤੇ ਰੌਲਾ, ਕਿਉਂਕਿ ਸਰਕਾਰ ਕਹਿੰਦੀ ਵੀ 30 ਸਤੰਬਰ ਤੱਕ ਰੱਖੋ ਤੇ ਉਹ ਕਹਿੰਦੇ ਨਹੀਂ 5 ਅਕਤੂਬਰ ਤੱਕ ਰੱਖਣੀ ਹੈ। ਹੁਣ 5 ਦਿਨਾਂ ਦੇ ਫਰਕ ਦੇ ਵਾਧੇ ਘਾਟੇ ਨਾਲ ਕਿਹਦੀ ਕੁਰਸੀ ਚਲੇ ਜਾਵੇ DGP ਦੀ, ਤਾਂ ਕਿਹਦੀ ਕੁਰਸੀ ਬਣੀ ਰਹਿ ਜਾਵੇ, ਜਾਂ ਕਿਹਦੀ ਕੁਰਸੀ ਤੇ ਦੁਬਾਰਾ ਕੋਈ ਦਾ ਲੱਗ ਜਾਵੇ, ਇਹ ਵੀ ਫੈਸਲਾ ਹੋ ਜਾਵੇ। ਨਹੀਂ ਫੈਸਲੇ ਦੇਖੋ, ਉਧਰ ਹੋ ਸਕਦਾ ਕਿ ਆਪਣੇ ਗੱਲ ਕਰਦੇ ਕਰਦੇ ਮੁੱਖ ਮੰਤਰੀ ਚੰਨੀ ਸਾਹਿਬ ਰਾਜਪਾਲ ਸਾਹਿਬ ਕੋਲ ਚੱਲ ਜਾਣੇ ਇਤਰਾਜ਼ ਦੂਰ ਕਰਕੇ, ਇੱਧਰ UPSC ਵਾਲੇ DGP ਸਾਹਿਬ ਦਾ ਫੈਸਲਾ ਕਰ ਦੇਣ। ਉਧਰਲੇ ਪਾਸੇ ਇੱਕ ਗੱਲ ਤਾਂ ਭੁੱਲ ਹੀ ਗਏ, ਜਦੋਂ ਪ੍ਰਧਾਨ ਮੰਤਰੀ ਸਾਹਿਬ ਨੇ ਪੰਜਾਬ ਆਉਣਾ ਤੇ ਉਧਰ ਹਾਈ ਕੋਰਟ ਦੇ ਵਿੱਚ ਮਜੀਠੀਆ ਸਾਹਿਬ ਦੀ ਜ਼ਮਾਨਤ ਦੇ ਉੱਤੇ ਵੀ ਸੁਣਵਾਈ ਹੋਣੀ ਹੈ। ਹਾਂ ਨਹੀਂ ਉਹ ਕੱਲ੍ਹ ਨੂੰ ਨਹੀਂ, 5 ਨੂੰ, 5 ਨੂੰ ਹੀ ਮੈਂ ਕਿਹਾ ਸੇਮ ਡੇ। ਹਾਂ ਸੇਮ, ਮਤਲਬ ਆਉਣ ਵਾਲੇ 1-2-3 ਦਿਨਾਂ ਦੇ ਵਿੱਚ ਕਈ ਕੁਛ ਹੋਣਾ ਵੀ। ਤੇ ਜੇ ਵਿੱਚੇ ਕਿਤੇ ਕੂੜਾ ਕੰਡਕਟ ਲੱਗ ਗਿਆ ਤਾਂ ਫਿਰ ਕਹਿਣਾ ਨਾ, ਪਠਾਨਕੋਟ ਦੇ ਵਿੱਚ ਤਾਂ ਸਕੂਲ ਵੀ ਥੋੜ੍ਹਾ ਜਿਹਾ ਬੰਦ ਕਰਤੇ ਆ। ਚੱਲੀਏ ਹੁਣ ਆਪਾਂ, ਬਹੁਤ ਸ਼ੁਕਰੀਆ ਜੀ, ਡਰਾਓ ਨਾ। ਲਓ ਜੀ, ਫਿਰ ਇਹਦੇ ਨਾਲ ਹੀ ਇਸ ਪ੍ਰੋਗਰਾਮ ਨੂੰ ਇੱਥੇ ਸਮਾਪਤ ਕਰਦੇ ਹਾਂ। ਤੁਸੀਂ ਆਪਣੀ ਫੀਡਬੈਕ ਭੇਜਦੇ ਹੋ, ਲਾਈਕ ਕਰਦੇ ਹੋ, ਸ਼ੇਅਰ ਕਰਦੇ ਹੋ, ਉਹਦੇ ਲਈ ਬੜੇ ਧੰਨਵਾਦ ਆ ਤੁਹਾਡੇ। ਸਾਡੀ ਕੋਸ਼ਿਸ਼ ਇਹ ਹੁੰਦੀ ਹੈ ਕਿ ਵੀ ਖਬਰਾਂ ਦੀਆਂ ਖਬਰਾਂ, ਗੱਲਾਂ ਦੀਆਂ ਗੱਲਾਂ ਤੁਹਾਡੀ ਕਚਹਿਰੀ 'ਚ ਰੱਖ ਦਈਏ। ਫੈਸਲਾ ਡਿਸੀਜਨ ਤੁਹਾਡਾ। ਦੇਖਦੇ ਰਹਿਣਾ ਪ੍ਰਾਈਮ ਏਸ਼ੀਆ TV, ਤੁਹਾਡਾ ਆਪਣਾ, ਤੁਹਾਡੇ ਲਈ।